ਤੁਹਾਡੇ ਬਾਲ ਖਿਲ ਰਹੇ ਆ ਐਂਡ ਤੁਸੀਂ ਇੰਨੇ ਅਗਲੇ ਦੇਖ ਰਹੇ ਹੋ ਪਰ ਤੁਹਾਡੀ ਚਾਹਤ ਸੋਹਣੇ ਲੱਗਣਾ ਨਹੀਂ, ਆਪਣੀ ਤੋੜ ਨੂੰ ਸੈਟੀਸਫਾਈ ਕਰਨਾ ਹੈ। ਕਿਸ ਚੀਜ਼ ਨੂੰ ਨੇੜਤਾ ਤੋਂ ਦੇਖ ਕੇ ਤੁਹਾਡੇ ਲੂ ਕੰਡੇ ਖੜੇ ਹੋ ਰਹੇ ਸੀ, ਕਿਸ ਚੀਜ਼ ਨੂੰ ਨਿਭਾਉਣਾ ਤੁਹਾਡੇ ਲਈ ਇੱਕ ਟਾਈਮ ਤੇ ਮੁਸ਼ਕਿਲ ਹੋ ਗਿਆ ਸੀ? ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਉਹ ਸਿਗਰਟ ਦੀ ਐਸ਼ ਹੁੰਦੀ ਸੀ ਉਹਨੂੰ ਰੱਖਦਾ ਸੀਗਾ ਕੋਲ ਤੇ ਉਹਨੂੰ ਆਪਣੇ ਲਿਪਸ ਤੇ ਡਾਰਕ ਸਰਕਲ ਲੈਣ ਲਈ ਅੱਖਾਂ ਦੇ ਆਲੇ ਦੁਆਲੇ ਲਾਉਂਦਾ ਹੁੰਦਾ ਸੀਗਾ ਹੈ ਨਾ, ਤਾਂ ਕਿ ਉਹ ਨਸ਼ੇੜੀ ਵਾਲੀ ਲੁੱਕ ਨਿਕਲ ਕੇ ਆਵੇ ਪ੍ਰੋਪਰ ਉਹਦੇ ਉਹ ਸੋਚ। ਪਰ ਜਦੋਂ ਮੈਂ ਇਸ ਫਿਲਮ ਦਾ ਕਰੈਕਟਰ ਜੀ ਰਿਹਾ ਸੀ ਇੱਦਾਂ ਦੇ ਸੀਨ ਆਉਣਗੇ ਕਿ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ। ਤਾਂ ਉਹ ਬੰਦਾ ਕਿਵੇਂ ਜਦੋਂ ਆਪਣੀ ਵਾਈਫ ਨੂੰ ਲੈਣ ਜਾਂਦਾ, ਨਸ਼ਾ ਕਰਦਾ, ਝੂਠ ਬੋਲਦਾ ਹਰ ਗੱਲ 'ਤੇ। ਨਸ਼ੇੜੀ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਕੋਈ ਉਹਦਾ ਸਗਾ ਸੰਬੰਧੀ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਕੋਈ ਮਾਂ ਨਹੀਂ ਹੈ, ਕਿਸੇ ਚੀਜ਼ ਨੂੰ ਨਹੀਂ ਮੰਨਦਾ, ਉਹਦਾ ਨਸ਼ਾ ਹੀ ਸਭ ਕੁਝ ਹੈ। ਤਾਂ ਨਸ਼ੇ ਦੀ ਲੋੜ 'ਚ ਘਰੇ ਆਉਂਦਾ, ਬੜਾ ਇਮੋਸ਼ਨਲ ਸੀਨ ਹੈ। ਮੈਂ ਬਾਕੀ ਜੋ ਡਬਿੰਗ ਕਰ ਰਿਹਾ ਸੀ ਤਾਂ ਮੈਂ ਰੋ ਪਿਆ ਉਹ ਸੀਨ ਦੇਖ ਕੇ, ਮੇਰੇ ਅੱਖਾਂ 'ਚੋਂ ਪਾਣੀ ਆ ਗਿਆ। ਉਹ ਮਾਂ ਉਹਨੂੰ ਜਦੋਂ ਉਹਦੇ ਨਾਲ ਗੱਲ ਕਰਦੀ ਹੈ, ਮਾਂ ਦੀ ਗੋਦੀ 'ਚ ਲੇਟ ਜਾਂਦਾ ਤਾਂ ਮਾਂ ਨੂੰ ਕਹਿੰਦਾ, ਮਾਂ ਜਦੋਂ ਤੈਨੂੰ ਪਤਾ ਸੀ ਮੈਂ ਨਸ਼ੇ ਕਰਦਾ ਸੀ ਤਾਂ ਇੱਕ ਡੰਡਾ ਲੈਂਦੀ ਤੇ ਮੈਨੂੰ ਕੁੱਟਦੀ, ਮਾਰਦੀ ਮੈਨੂੰ, ਤੂੰ ਮੈਨੂੰ ਕੁੱਟਿਆ ਕਿਉਂ ਨਹੀਂ ਉਸ ਟਾਈਮ? ਤਾਂ ਵੀ ਅੱਜ ਸਭ ਕੁਝ ਮਾਂ ਕਹਿੰਦੀ, ਪੁੱਤ ਤੇਰੇ ਕੋਲ ਸਕੂਟਰ ਸੀ, ਕਹਿੰਦਾ ਉਹ ਵੀ ਵਿਕ ਗਿਆ, ਵੇਚਦਾ, ਕੁਛ ਨਹੀਂ ਰਿਹਾ, ਕਹਿੰਦਾ ਹੁਣ ਤਾਂ ਜ਼ਿੰਦਗੀ। ਨਸ਼ੇ ਪਰੋਸਦੀਆਂ ਨੇ ਫਿਲਮਾਂ, ਗੈਂਗਸਟਰਸ ਨੂੰ ਦਿਖਾਉਂਦੀਆਂ ਨੇ, ਹਥਿਆਰਾਂ ਨੂੰ ਪ੍ਰਮੋਟ ਕਰਦੀਆਂ, ਪਰ ਇੱਕ ਕਲਾਕਾਰ ਜੇ ਇੰਨੇ ਵੱਡੇ ਪੱਧਰ ਤੇ ਫਿਲਮ ਲੈ ਕੇ ਆਇਆ, ਦੈਟ ਮੀਨਸ ਕੋਈ ਥੋਟਫੁਲ ਮੈਸੇਜ ਦੇਣਾ ਚਾਹੁੰਦਾ ਹੈ, ਉੱਥੋਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਉਹ ਫਿਲਮ ਦੇਖਣ ਤੋਂ ਬਾਅਦ ਤੁਸੀਂ ਪਹੁੰਚ ਪਾਓਗੇ। ਕੋਈ ਬੰਦਾ ਕਿਸੇ ਦੀ ਜ਼ਿੰਦਗੀ ਤੇ ਹਾਂ ਉਹਦੇ ਘਰਦਿਆਂ ਦਾ ਹੱਕ ਹੈਗਾ ਜਿਨ੍ਹਾਂ ਦਾ ਉਹ ਜਵਾਕ ਹੈ, ਬਟ ਕੋਈ ਤੀਜਾ ਬੰਦਾ ਆ ਕੇ ਬੋਲੇ ਉਹਨੂੰ ਕੀ ਹੱਕ ਹੈ? ਕਹਿੰਦਾ ਪਹਿਲਾ ਪੱਤਰ ਉਹ ਮਾਰੇ ਜਿਸਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ। ਮਾਰਨ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਜ਼ਰੂਰ ਝਾਕੋ ਕਿ ਮੈਂ ਆਪਣਾ ਐਨਾਲਿਸਿਸ ਕਰਨਾ ਚਾਹੀਦਾ, ਸੈਲਫ ਐਨਾਲਿਸਿਸ ਹਰ ਬੰਦੇ ਨੂੰ, ਕਿ ਮੈਂ ਜ਼ਿੰਦਗੀ 'ਚ ਕਿਹਾ ਜਾਂ ਜੇ ਮੈਂ ਜ਼ਿੰਦਗੀ 'ਚ ਬਹੁਤ ਸਾਫ਼ ਸੁਥਰਾ ਤਾਂ ਫਿਰ ਮੈਂ ਕਿਸੇ ਤੇ ਉਂਗਲ ਚੱਕਾਂ। ਸ਼ੂਟ ਕੀਤਾ ਤੁਸੀਂ ਹੈ ਨਾ, ਟੱਚਵੁੱਡ ਇਹ ਲਾਈਫ ਕਿਸੇ ਦੀ ਨਹੀਂ ਹੋਣੀ ਚਾਹੀਦੀ, ਬਟ ਕੀ ਅਹਿਸਾਸ ਉਸ ਔਰਤ ਦਾ ਹੈ ਜਿਹੜੀ ਮਜਬੂਰ ਹੈ, ਹੈਲਪਲੈਸ ਹੈ, ਕੁਝ ਕਰ ਹੀ ਨਹੀਂ ਪਾ ਰਹੀ ਹੈ? ਤੁਸੀਂ ਇਸ ਕਿਰਦਾਰ ਨੂੰ ਹੰਡਾਇਆ ਹੈ ਦੇਵ ਦੇ ਨਾਲ। ਨਸ਼ੇੜੀ ਦੀ ਗਰਲਫ੍ਰੈਂਡ ਹੈ ਜਾਂ ਵਾਈਫ ਹੈ, ਇਟਸ ਨਾਟ ਐਨ ਈਜ਼ੀ ਟਾਸਕ। ਅਸੀਂ ਤੇ ਔਨ ਸਕਰੀਨ ਕੀਤਾ ਤੇ ਮੈਨੂੰ ਤਾਂ ਔਖਾ ਲੱਗਦਾ ਸੀ ਕਿ ਇੱਦਾਂ ਦੇ ਵੀ ਹੁੰਦੇ ਆ ਲੋਕ, ਔਰ ਇੱਕ ਬੰਦੇ ਕਰਕੇ ਪੂਰਾ ਪਰਿਵਾਰ ਜਿਹੜਾ ਉਹ ਸਫਰ ਕਰ ਰਿਹਾ। ਕਿੰਨਾ ਕੁ ਔਖਾ ਦੇਖਣ ਦੇ ਵਿੱਚ ਤੇ ਬੜਾ ਸੌਖਾ ਲੱਗਦਾ, ਕਿਉਂਕਿ ਅਸੀਂ ਤਾਂ ਉਹ ਸੀਨਸ ਦੇਖਾਂਗੇ ਜਿਹੜੇ ਪੋਲਿਸ਼ਡ ਕੀਤੇ ਹੋਏ ਓਕੇ ਸ਼ਾਟਸ ਹੋਣਗੇ, ਬਟ ਜਪਜੀ ਨੂੰ ਉਸ ਕਰੈਕਟਰ ਵਿੱਚ ਢਲਣ ਦੇ ਲਈ ਆਈ ਮੀਨ ਕਿੰਨੇ ਐਫਰਟਸ ਤੁਹਾਡੇ ਪਰਸਨਲੀ ਲੱਗੇ ਨੇ? ਹੱਥਾਂ ਤੇ ਲਾਲ ਹੋ ਜਾਂਦਾ ਸੀ ਕਿਉਂਕਿ ਮੇਰੇ ਹੱਥ ਬੜੇ ਨਾਜ਼ੁਕ ਆ। ਮੈਨੂੰ ਸਾਰੇ ਜਦੋਂ ਪੜ੍ਹਦੇ ਤਾਂ ਕਹਿੰਦੇ ਕਿ ਯਾਰ ਕੁੜੀਏ ਤੂੰ ਕਦੀ ਕੰਮ ਵੀ ਕੀਤਾ ਲਾਈਫ ਦੇ ਵਿੱਚ, ਤੇ ਉਹ ਤੇ ਐਕਚੁਅਲੀ ਮਤਲਬ ਪਕਾਉਣੇ ਹੁੰਦੇ ਆ। ਸੋ ਪ੍ਰੈਕਟਿਸ ਕਰਕੇ ਮੇਰੇ ਕੋਲ 12 ਦਿਨ ਸੀਗੇ। ਮੈਂ ਪ੍ਰੋਫੈਸ਼ਨਲ ਪਲੇਅਰ ਤਾਂ ਨਹੀਂ ਬਣ ਸਕੀ, ਬਟ ਜਿੰਨਾ ਵੀ ਹੋ ਸਕਿਆ ਮੈਂ ਆਪਣਾ ਟਰਾਈ ਬੈਸਟ ਕੀਤਾ। ਬਾਕੀ ਦੇਵ ਇਹਨਾਂ ਨੇ ਬਹੁਤ ਹੈਲਪ ਕੀਤੀ ਕਿਉਂਕਿ ਇਹ ਖੇਡਦੇ ਰਹੇ ਸੀਗੇ ਵਾਲੀਬਾਲ ਖੇਡਿਆ। ਯੈਸ ਤੇ ਉਹ ਮੈਂ ਰਿਕਾਰਡ ਵੀ ਕੀਤਾ ਹੋਇਆ, ਮੈਂ ਫਿਲਮ ਦੇ ਲਾਗੇ ਪਾਉਂਗੀ ਕਿ ਕੀ ਹਾਲਤ ਹੁੰਦੀ ਹੈ ਜਦੋਂ ਤੁਸੀਂ ਸਿੱਖਦੇ ਹੋ, ਲਾਲ ਹੋ ਜਾਂਦੇ, ਨੀਲ ਪੈ ਜਾਂਦੇ ਆ, ਯੈਸ ਬਰੂਜ਼ਸ ਹੋ ਜਾਂਦੇ ਆ। ਨਸ਼ੇ ਵਾਲੀ ਜ਼ਿੰਦਗੀ ਦਾ ਤਾਂ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਨਾ ਉਹ ਕਿੱਥੇ ਜਾ ਰਿਹਾ ਹੈ। ਉਹਦੀ ਦੁਨੀਆ ਹੀ ਵੱਖਰੀ ਬਣ ਜਾਂਦੀ ਹੈ। ਨਸ਼ਾ ਛੱਡਣ ਤੋਂ ਬਾਅਦ ਵਾਲੀ ਜ਼ਿੰਦਗੀ ਜ਼ਿਆਦਾ ਔਖੀ ਹੈ। ਤੁਸੀਂ ਆਪਣੇ ਆਪ ਠੀਕ ਹੋ ਚੁੱਕੇ ਹੁੰਦੇ, ਬਟ ਲੋਕਾਂ ਦੀ ਨਜ਼ਰ 'ਚ ਨਹੀਂ ਤੁਸੀਂ ਠੀਕ ਹੋਏ ਹੁੰਦੇ, ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਤੁਸੀਂ ਉਹੀ ਨਸ਼ੇੜੀ ਹੁੰਦੇ ਹੋ। ਤਾਂ ਇਹ ਸਾਡੇ ਸਮਾਜ ਦਾ ਵੀ ਫਰਜ਼ ਬਣਦਾ ਕਿ ਜੇ ਕੋਈ ਬੰਦਾ ਵਾਪਸ ਆਇਆ ਤਾਂ ਸਾਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਤਾਂ ਸਾਨੂੰ ਉਹਨੂੰ ਇੱਕ ਆਪਣਾ ਰੋਲ ਮਾਡਲ ਦੇ ਤੌਰ 'ਤੇ ਯਾਰ ਬੰਦਾ ਜ਼ਿੰਦਗੀ 'ਚੋਂ ਨਿਕਲ ਕੇ ਉਹਦੀ ਐਗਜ਼ਾਮਪਲ ਦੇਣੀ ਚਾਹੀਦੀ ਹੈ ਨਾ, ਕਿ ਬੰਦਾ ਦੇਖੋ ਕਿਵੇਂ ਵਾਪਸੀ ਕੀਤੀ ਆ ਬੰਦੇ ਨੇ। ਬਟ ਉਦੋਂ ਫਿਲਮ ਰਿਲੀਜ਼ ਹੋਈ ਸੀ ਡਾਕੂਆਂ ਦਾ ਮੁੰਡਾ, ਕਿਸੇ ਨੇ ਉਹਨਾਂ ਨੂੰ ਦੱਸਿਆ ਅਤੇ ਉਹ ਬਹਾਨੇ ਸਿਰ ਉਹਨੂੰ ਮਨਾ ਕੇ ਫਿਲਮ ਦਿਖਾਉਣ ਲੈ ਗਏ। ਫਿਲਮ ਦੇਖਣ ਤੋਂ ਬਾਅਦ ਬੰਦੇ ਨੇ ਘਰੇ ਆ ਕੇ ਫੈਸਲਾ ਕਰ ਲਿਆ ਮੈਂ ਨਸ਼ਾ ਨਹੀਂ ਕਰਨਾ, ਮੇਰਾ ਨਸ਼ਾ ਛੁਡਾ ਦੇ ਆਪਣੀ ਵਾਈਫ ਨੂੰ ਕਹਿੰਦਾ। ਤਾਂ ਫਿਰ ਉਹ ਰੀਹੈਬ ਗਿਆ। ਉਸ ਤੋਂ ਬਾਅਦ ਉਹਨੇ ਉਹ ਗਾਣਾ ਲਾਇਆ ਜ਼ਿੰਦਗੀ ਨੂੰ ਢਾਹ ਕੇ, ਉੱਤੇ ਬਹਿ ਕੇ ਦੇਖਣਾ ਆਪਣੇ ਹਰ ਟਾਈਮ ਉਹ ਗਾਣਾ ਉਹਦੇ ਕੰਨਾਂ 'ਚ ਵੱਜਦਾ ਰਹਿੰਦਾ ਸੀਗਾ, ਅਤੇ ਉਹ ਲਾ ਕੇ ਸੁਣ ਕੇ ਉਹ ਬੰਦੇ ਨੇ ਨਸ਼ਾ ਕੁਇਟ ਕੀਤਾ ਅਤੇ ਨੋਰਮਲ ਲਾਈਫ 'ਚ ਆ ਗਿਆ। ਕਿਹੜਾ ਅਹਿਸਾਸ ਆ ਜਿਹੜਾ ਹੁਣ ਵੀ ਅੰਦਰ ਆ ਜਿਸ ਨੇ ਤੁਹਾਨੂੰ ਤੁਹਾਡੇ ਕਿਰਦਾਰ ਦੇ ਵਿੱਚ ਜਾਨ ਪਵਾਈ ਹੈ? ਐਜ਼ ਐਨ ਐਕਟਰ ਮੈਨੂੰ ਲੱਗਦਾ ਕਿ ਇਹ ਚੈਲੰਜ ਲੈਣੇ ਚਾਹੀਦੇ ਆ, ਹਰ ਬੰਦੇ ਨੂੰ ਲੈਣੇ ਚਾਹੀਦੇ ਆ। ਤੁਹਾਡੀ ਗਰੋਥ ਹੁੰਦੀ ਹੈ ਐਜ਼ ਐਨ ਐਕਟਰ, ਤੁਹਾਨੂੰ ਪੋਲਿਸ਼ ਕਰਦੇ ਆ। ਜੋ ਤੁਸੀਂ ਚੈਲੰਜ ਲੈਣਾ ਤੁਹਾਡੇ ਅੰਦਰ ਡਰ ਹੁੰਦਾ ਕਿ ਮੈਂ ਕਰ ਸਕੂੰਗਾ ਕਿ ਨਹੀਂ ਕਰ ਸਕੂੰਗਾ। ਜੇ ਮੈਂ ਕੌਨਫੀਡੈਂਟਲੀ ਕਹਿੰਦਾ ਯਾਰ ਮੈਂ ਤਾਂ ਬਹੁਤ ਘੈਂਟ ਐਕਟਰ ਹਾਂ, ਮੇਰੇ ਤਾਂ ਖੱਬੇ ਹੱਥ ਦਾ ਸੱਜੇ ਹੱਥ ਦਾ ਕਿਹੜਾ, ਮੈਂ ਤਾਂ ਕਰ ਦੂੰਗਾ, ਇੱਦਾਂ ਨਹੀਂ ਹੁੰਦਾ। ਜਾਂ ਮੈਨੂੰ ਵੀ ਕਿਸੇ ਫਿਲਮ ਨੇ ਇੰਸਪਾਇਰਡ ਕੀਤਾ ਸੀ, ਮੈਂ ਬਾਗ ਮਿਲਖਾ ਬਾਗ ਦਾ ਨਾਂ ਲੈਣਾ, ਕਿ ਉਹ ਫਿਲਮ ਦੇਖ ਕੇ ਮੈਂ ਬਹੁਤ ਮੋਟੀਵੇਟ ਹੋਇਆ ਹੈ ਨਾ, ਮੇਰੇ 'ਚ ਇੱਕ ਐਨਰਜੀ ਆਈ ਫਾਈਟ ਕਰਨ ਦੀ, ਲੜਨ ਦੀ ਹੈ ਨਾ। ਤਾਂ ਜੇ ਤੁਹਾਡੀ ਕਹਾਣੀ ਕਿਸੇ ਬੰਦੇ ਨੂੰ ਮੋਟੀਵੇਟ ਕਰਦੀ ਤੁਹਾਨੂੰ ਜ਼ਰੂਰ ਕਹਿਣੀ ਚਾਹੀਦੀ ਹੈ। ਇਹਨਾਂ ਦੇ ਗਾਣੇ ਦੀ ਡਾਂਸ ਕਰਦੇ ਹੋ, ਇਹਨਾਂ ਨੂੰ ਤੁਸੀਂ ਵਿਆਹਾਂ 'ਚ ਬੁਲਾਉਂਦੇ ਹੋ, ਔਰ ਇਹ ਜਿਹੜੀ ਕਲਾ ਪਰਮਾਤਮਾ ਦੀ ਬਖਸ਼ੀ ਜੀ ਤੇ ਨਿਆਮਤ ਹੁੰਦੀ ਹੈ ਨਾ, ਉਹ ਬੰਦਾ ਕਲਾਕਾਰ ਬਣਦਾ। ਲੱਖਾਂ ਲੋਕਾਂ ਦੇ ਦਿਲਾਂ 'ਚ ਘਰ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਚਾਰ, ਭੰਡ, ਮਰਾਸੀ ਜਾਂ ਕੁਛ ਵੀ ਬੋਲ ਲੈਂਦੇ ਹੋ ਹੈ ਨਾ, ਸੋ ਉਹ ਸ਼ਬਦ ਬੋਲਣ ਨਾਲ
ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਕਿ ਤੁਹਾਨੂੰ ਤੁਹਾਡੇ ਘਰਦਿਆਂ ਨੇ ਕੀ ਸਿਖਾਇਆ। ਤੁਹਾਡੀ ਜ਼ੁਬਾਨ ਕਹਿੰਦੇ ਤੁਹਾਡੀ ਪਰਵਰਿਸ਼ ਦਾ ਸਬੂਤ ਹੁੰਦੀ ਹੈ। ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਿਸੇ ਨੂੰ ਗਾਲੀ ਗਲੋਚ ਕਰਦੇ ਹੋ, ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਕਿ ਤੁਸੀਂ ਤੁਹਾਡੇ ਘਰ ਖਾਨਦਾਨ ਨੇ ਉਹਨਾਂ ਤੇ ਵੀ ਕੁਐਸਚਨ ਮਾਰਕ ਲਾ ਦੇਣਾ ਕਿ ਕੀ ਸਿਖਾਇਆ। ਸਾਡਾ ਸਿਨੇਮਾ, ਪੰਜਾਬੀ ਸਿਨੇਮਾ ਥੌਟਫੁਲ ਮੈਸੇजेस ਐਂਡ ਐਕਸ਼ਨ ਨੂੰ ਸੈੱਟ ਕਰਨ ਦਾ ਇੱਕ ਵੱਖਰਾ ਟ੍ਰੈਂਡ, ਇੱਕ ਵੱਖਰਾ ਸਿਨੇਮਾ, ਇੱਕ ਵੱਖਰਾ ਰੰਗ, ਸਾਡਾ ਵੱਖਰਾ ਪੰਜਾਬ, ਪੰਜਾਬ ਦੇ ਮੁੱਦੇ ਤੇ ਪੰਜਾਬ ਦੇ ਕਈ ਸਾਰੇ ਰੰਗ ਜਿਸ ਫਿਲਮ ਦੇ ਵਿੱਚ ਵਿਖਾਏ ਜਾਂਦੇ ਨੇ, ਉਹ ਫਿਲਮਾਂ ਕੀਤੀਆਂ ਜਾਂਦੀਆਂ ਨੇ ਇੱਕ ਅਜਿਹੀ ਟੀਮ ਵੱਲੋਂ, ਇੱਕ ਅਜਿਹੇ ਅਦਾਕਾਰ ਵੱਲੋਂ ਜੋ ਐਕਸਪੈਰੀਮੈਂਟ ਕਰਨ ਤੋਂ ਕਦੇ ਨਹੀਂ ਡਰਦੇ। ਪਰ ਹਾਂ, ਅਸੀਂ ਕੀ ਕਹਿੰਦੇ ਆ, ਅਸੀਂ ਕੀ ਸੋਚਦੇ ਆ, ਇਹ ਸਾਰੀ ਗੱਲਬਾਤ ਤੇ ਇਹ ਸਾਰੀ ਸੋਚ ਵਿਚਾਰ ਅੱਜ ਜ਼ਰੂਰ ਕੀਤੀ ਜਾਏਗੀ। ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਡਾਕੂਆਂ ਦਾ ਮੁੰਡਾ 2, ਪੋਸਟਰ ਆਊਟ ਹੋਇਆ ਐਂਡ ਕ੍ਰਿਟਿਕਸ ਤਿਆਰ ਹੋ ਗਏ, ਲੇਕਿਨ ਫਿਲਮ ਦੇ ਵਿੱਚ ਜਿਹੜਾ ਥੌਟਫੁਲ ਮੈਸੇਜ ਹੈ, ਮੈਨੂੰ ਲੱਗਦਾ ਹੈ ਉਹਦੇ ਬਾਰੇ ਗੱਲ ਹੋਣੀ, ਉਹਨੂੰ ਹਾਈਲਾਈਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਬਿਲਕੁਲ ਮੈਂ ਵੈਲਕਮ ਕਰਨਾ ਚਾਹਾਂਗੀ ਫਿਲਮ ਦੀ ਟੀਮ ਦਾ। ਸਾਡੇ ਨਾਲ ਨੇ ਵੈਰੀ ਟੈਲੈਂਟਡ ਐਂਡ ਕਮਾਲ ਦੇ ਕਲਾਕਾਰ ਦੇਵ ਕਰੋੜ, ਐਂਡ ਉਹਦੇ ਨਾਲ ਹੀ ਬਹੁਤ ਹੀ ਪਿਆਰੀ, ਬਹੁਤ ਹੀ ਮਿਹਨਤੀ ਐਂਡ ਬਹੁਤ ਜ਼ਿਆਦਾ weight ਰਿਡਿਊਸ ਕਰ ਚੁੱਕੀ ਸੋਹਣੀ ਲੱਗ ਰਹੀ ਜਪਜੀ ਖਹਿਰਾ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋ ਦਿਮਾਗ ਹਿੱਲਿਆ ਹੈ, ਦੁਨੀਆ ਹਿਲਾਉਣੀ ਬਾਕੀ ਬਾਕੀ ਹੈ ਹੈ ਜੀ। ਇੱਥੇ ਸ਼ੁਰੂਆਤ ਕਰਨਾ ਚਾਹਾਂਗੀ ਮੈਂ ਦੇਵ ਜੀ। ਆਓ ਆ ਤੁਸੀਂ ਟੈਗਲਾਈਨ ਦੀ ਗੱਲ ਕੀਤੀ ਹੈ ਜੀ ਜੀ। ਸੋ ਕਰੈਕਟਰ ਦਾ ਦਿਮਾਗ ਹਿੱਲ ਜਾਂਦਾ ਤੇ ਦੁਨੀਆ ਹਿਲਾਉਣ ਜਾਂਦਾ ਹੈ ਜੀ। ਸੋ ਬਹੁਤ ਸਾਰੇ ਲੋਕ ਸੋਚਦੇ ਆ, ਪਰ ਦੁਨੀਆ ਇਹਦੀ ਆਪਣੀ ਹਿੱਲ ਜਾਂਦੀ ਹੈ। ਜਿਹੜੇ ਰਾਹਾਂ ਤੇ ਇਹ ਚੱਲਦਾ ਨਾ, ਇਹਦੀ ਆਪਣੀ ਦੁਨੀਆ ਬਰਬਾਦੀ ਦੇ ਰਸਤੇ ਤੇ ਚਲੀ ਜਾਂਦੀ ਹੈ। ਸੋ ਇਹ ਜਿਹੜਾ ਅਸੀਂ ਟੈਗਲਾਈਨ ਦਿੱਤੀ ਹੈ ਜਸਟੀਫਾਈ ਕਰਦੀ ਹੈ ਇਸ ਤਰੀਕੇ ਨਾਲ। ਤੇ ਇਹੀ ਹੈ ਕਿ ਅਸੀਂ ਜਦੋਂ ਕਾਲਜ ਲਾਈਫ 'ਚ ਹੁੰਦੇ ਆ ਜਾਂ ਯੂਨੀਵਰਸਿਟੀ 'ਚ ਹੁੰਦੇ ਆ ਤਾਂ ਸਾਡੇ ਬਹੁਤ ਸਾਰੇ ਇੱਦਾਂ ਦੇ ਦੋਸਤ ਮਿੱਤਰ ਬਣ ਜਾਂਦੇ ਆ। ਉਸ ਟਾਈਮ ਦਾ ਜੋਸ਼, ਉਸ ਟਾਈਮ ਦੀਆਂ ਗੱਲਾਂ ਕੁਝ ਹੋਰ ਹੀ ਹੁੰਦੇ ਨੇ, ਅਸੀਂ ਹੋਰ ਹੀ ਦੁਨੀਆ ਜੀ ਰਹੇ ਹੁੰਦੇ ਆ, ਹੈ ਨਾ। ਸੋ ਰਿਐਲਿਟੀ ਤੋਂ ਵੀ ਦੂਰ ਹੁੰਦੇ ਆ ਕੁਛ। ਤੇ ਉਦੋਂ ਹੁੰਦਾ ਕਿ ਸਾਡਾ ਦਬਦਬਾ ਹੋਵੇ, ਅਸੀਂ ਡੋਮੀਨੇਟ ਕਰੀਏ, ਹੈ ਨਾ। ਸੋ ਉੱਦਾਂ ਦਾ ਕਿਰਦਾਰ ਹੈ ਇਹ। ਤੇ ਉਸੇ ਚੱਕਰਾਂ ਦੇ ਵਿੱਚ ਪੈ ਕੇ ਬੰਦਾ ਕਿੰਨਾ ਰਾਹਾਂ 'ਤੇ ਚੱਲ ਵੜਦਾ, ਉੱਦਾਂ ਦੀ ਕਹਾਣੀ ਹੈ। ਸੋ ਇਸ ਕਿਰਦਾਰ ਬਾਰੇ ਇੱਕ ਛੋਟੀ ਜਿਹੀ ਗੱਲ ਹੋਰ ਦੱਸਣਾ ਚਾਹੂੰਗਾ। ਤੇ ਇਹਨੂੰ ਭੁਲੇਖਾ ਹੁੰਦਾ ਕਿ ਮੈਨੂੰ ਕੋਈ ਨਹੀਂ ਮਾਰ ਸਕਦਾ। ਇਹਨੂੰ ਬਚਪਨ 'ਚ ਇਹਦਾ ਮਾਮਾ ਕਹਿ ਕੇ ਜਾਂਦਾ, ਕਿਉਂਕਿ ਇਹਦੇ ਜੇ ਤੁਸੀਂ ਸ਼ਰਾਰਤੀ ਤੱਤ ਕਿਤਾਬ ਪੜ੍ਹੋਗੇ ਜਿਸ 'ਤੇ ਇਹ ਫਿਲਮ ਬੇਸਡ ਹੈਗੀ ਹੈ ਨਾ, ਤੇ ਮੰਗਾ ਸਿੰਘ ਅੰਟਾਲ ਦੀ ਆਟੋਬਾਇਓਗ੍ਰਾਫੀ ਹੈ। ਤੇ ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਪਹਿਲੇ 4 ਭਰਾ ਮਰ ਚੁੱਕੇ ਸੀਗੇ, 5ਵਾਂ ਇਹ ਪੈਦਾ ਹੋਇਆ ਸੀ, ਚੌਥਾ ਜਾਂ 5ਵਾਂ। ਤਾਂ ਇਹਦੇ ਮਾਮੇ ਨੇ ਇਹਨੂੰ ਉਲਟਾ ਲਟਕਾਇਆ ਪੈਦਾ ਹੁੰਦੇ ਹੀ, ਤੇ ਕਹਿੰਦਾ ਇਹ ਨਹੀਂ ਮਰਦਾ। ਤਾਂ ਫਿਰ ਜਦੋਂ ਇਹ ਵੱਡਾ ਹੋਇਆ ਤਾਂ ਇਹ ਗੱਲ ਇਹਨੂੰ ਦੱਸੀ ਗਈ ਕਿ ਤੂੰ ਨਹੀਂ ਮਰਦਾ। ਇਹਨੇ ਨਹਿਰ 'ਚ ਛਾਲ ਮਾਰ ਦੇਣੀ ਜਾਂ ਕਿਤੋਂ ਇਹਨੂੰ ਉੱਥੋਂ ਪੈਸੇ ਚੱਕ ਕੇ ਲਿਆਉਣੇ, ਜਿਹੜੇ ਨਹਿਰ ਦੇ ਵਿੱਚ ਲੋਕਾਂ ਦੀਆਂ ਚੀਜ਼ਾਂ ਡਿੱਗੀਆਂ ਹੁੰਦੀਆਂ ਨੇ ਉਹ ਕੱਢ ਲਿਆਉਣੀਆਂ। ਤਾਂ ਦਲੇਰ ਬਹੁਤ ਸੀਗਾ। ਇਹਦੇ ਦਿਮਾਗ 'ਚ ਇਹ ਚੀਜ਼ ਸੀ ਕਿ ਮੈਂ ਨਹੀਂ ਮਰਦਾ। ਉਹੀ ਦਲੇਰੀ ਇਹਨੂੰ ਗਲਤ ਰਸਤਿਆਂ 'ਤੇ ਲੈ ਜਾਂਦੀ ਹੈ। ਟੀਜ਼ਰ ਦੇਖਿਆ, ਸੋ ਲੂ ਕੰਡੇ ਖੜੇ ਹੋਏ ਨੇ, ਤੁਹਾਡਾ ਕਰੈਕਟਰ ਕਹਿ ਲਓ, ਤੁਹਾਡੀਆਂ ਲੁੱਕਸ ਕਹਿ ਲਓ, ਆਈ ਮੀਨ ਐਵਰੀਥਿੰਗ, ਜਿਹੜਾ ਇਮੋਸ਼ਨ ਪਰੋਸਿਆ ਗਿਆ ਉਹ ਆਇਆ ਪ੍ਰੋਪਰਲੀ। ਅੱਛੇ ਕਮੈਂਟਸ ਆ ਰਹੇ ਨੇ, ਲੋਕੀ ਅਪਰੀਸ਼ੀਏਟ ਵੀ ਕਰ ਰਹੇ ਨੇ। ਡਾਇਰੈਕਟਰ ਸਾਹਿਬ ਦਾ ਕਹਿਣਾ ਇਹ ਹੈ ਕਿ ਤੁਹਾਨੂੰ ਸਟ੍ਰਿਕਟਲੀ ਕਿਹਾ ਗਿਆ ਸੀ ਵੀ ਬਹੁਤ ਮਿਹਨਤ ਕਰਨੀ ਹੈ। ਸੋ ਲੁੱਕਸ ਵਾਲੀ ਮਿਹਨਤ ਤੇ ਸਾਰਿਆਂ ਦੀ ਜਿਹੜੀ ਜਗ ਜ਼ਾਹਿਰ ਹੋ ਚੁੱਕੀ ਹੈ, ਕਿਉਂਕਿ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੋ ਗਏ ਹੋ। ਸੱਚ ਅਭੀ ਮੈਂ ਵਿੱਚ ਹੀ ਕਹਿਣਾ ਸੀਗਾ, ਲੇਕਿਨ ਤੁਹਾਡੇ ਲਈ ਕਿੰਨਾ ਚੈਲੰਜ ਸੀ, ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ। ਯਸ, ਇਸ਼ੂ ਬਹੁਤ ਸੈਂਸਿਟਿਵ ਹੈ, ਨੋ ਡਾਊਟ। ਸਰ ਨੇ ਮੈਨੂੰ ਕਿਹਾ ਸੀ, ਮਨਦੀਪ ਸਰ ਨੇ ਜਦੋਂ ਮਿਲੇ ਸੀ ਉਦੋਂ ਮੇਰਾ ਵੇਟ ਬਹੁਤ ਹੁੰਦਾ ਸੀਗਾ। ਸਰ ਨੇ ਕਿਹਾ ਸੀ ਮਿਨੀਮਮ ਮਤਲਬ 12 ਤੇ ਚਾਹੀਦੇ, 12 ਕਿਲੋ ਤੁਸੀਂ ਘਟਾ ਲਓ। ਤੋਂ ਮੈਂ 15-16 ਕਿਲੋ ਘਟਾ ਕੇ ਔਨ ਸੈਟ ਪਹੁੰਚੀ ਸੀ। ਆਈ ਵਾਸ ਲਾਈਕ ਜਿੰਨਾ ਸਰ ਨੇ ਕਿਹਾ ਉਹ ਤੋਂ ਜ਼ਿਆਦਾ ਹੀ ਕਰਨਾ, ਕਿਉਂਕਿ ਉਹਨਾਂ ਹੀ ਫਾਇਦਾ, ਕਿਉਂਕਿ ਮੈਂ ਵਾਲੀਬਾਲ ਪਲੇਅਰ ਪਲੇ ਕਰ ਰਹੀ ਹਾਂ ਇਸ ਫਿਲਮ ਦੇ ਵਿੱਚ। ਫਿਰ ਨਾਲ ਹੀ ਇਹਨਾਂ ਦੀ ਵਾਈਫ ਦਾ ਪਲੇ ਕਰਨਾ ਸੀਗਾ। ਸੋ ਇੱਕ ਵਾਲੀਬਾਲ ਪਲੇਅਰ ਲੱਗਣੀ ਚਾਹੀਦੀ ਸੀਗੀ। ਸੋ ਉਸ ਚੀਜ਼ ਨੂੰ ਲੈ ਕੇ ਜ਼ਿਆਦਾ ਉਹ ਸੀ ਕਿ ਉਹਦੇ 'ਤੇ ਜ਼ਿਆਦਾ ਮਿਹਨਤ ਦੀ ਲੋੜ ਆ। ਐਂਡ ਬਾਕੀ ਵਾਈਫ ਵਾਲਾ ਤਾਂ ਚੱਲ ਹੀ ਜਾਣਾ ਸੀ। ਵੈਸੇ ਉਹ ਕਹਿੰਦੇ ਸੀਗੇ ਕਿ ਆਪਾਂ ਇੱਦਾਂ ਵੀ ਕਰ ਸਕਦੇ ਹਾਂ ਕਿ ਤੁਹਾਨੂੰ ਵਾਈਫ ਵਾਲੇ 'ਚ ਲੈ ਕੇ ਅਤੇ ਵਾਲੀਬਾਲ ਵਾਸਤੇ ਕੋਈ ਹੋਰ, ਬਟ ਦੈਨ ਇਜ਼ ਲਾਈਕ ਕਿ ਮੈਂ ਇਹ ਚਾਹੁੰਦਾ ਨਹੀਂ ਹਾਂ, ਇਹ ਤਾਂ ਆਮ ਕਰਦੇ ਹੀ ਆ ਲੋਕ, ਹੈ ਨਾ। ਸੋ ਇਜ਼ ਲਾਈਕ ਕਿ ਜੇ ਗੱਲ ਤਾਂ ਬਣੇਗੀ ਜੇ ਤੁਸੀਂ ਵਾਲੀਬਾਲ ਪਲੇਅਰ ਬਣੋ ਔਰ ਫਿਰ ਤੁਸੀਂ ਬਾਅਦ 'ਚ ਉਸ ਬੰਦੇ ਦੀ ਜਿਹੜੀ ਵਾਈਫ ਆ ਉਹੀ ਬਣੋ, ਹੈ ਨਾ। ਅਤੇ ਸੋ ਉਹ ਚੇਂਜ ਜਿਹੜੀ ਉਹ ਟਰਾਂਸਫੋਰਮੇਸ਼ਨ ਉਹ ਦਿਖਦੀ ਆ, ਹੈ ਨਾ। ਅਤੇ ਆਈ ਹੋਪ ਕਿ ਲੋਕੀ ਵੀ ਇੰਸਪਾਇਰ ਹੋਣ ਔਰ ਫਿਲਮ ਵੀ ਬਹੁਤ ਇੰਸਪਾਇਰਿੰਗ ਆ। ਇਹ ਐਕਚੁਅਲੀ ਡਰੱਗ ਐਡਿਕਟ 'ਤੇ ਉਹਨਾਂ ਦੀ ਸਟੋਰੀ 'ਤੇ ਬੇਸਡ ਹੈਗੀ ਹੈ, ਮੰਗਾ ਜੀ ਦੇ। ਐਂਡ ਪੋਜ਼ੀਟਿਵਿਟੀ ਫੈਲਾਉਂਦੀ ਆ, ਤੁਹਾਨੂੰ ਦੇਖ ਕੇ ਲੱਗਦਾ ਹੋਏਗਾ, ਕਿਉਂਕਿ ਇਹ ਇੱਕ ਆਡੀਅנס ਨੂੰ ਸਿਨੇਮਾ ਘਰਾਂ ਤੱਕ ਲੈ ਕੇ ਜਾਣ ਦੀ ਉਹ ਇੱਕ ਆ ਜਿਹੜੀ ਚੀਜ਼ ਪੇਸ਼ ਕੀਤੀ ਗਈ ਆ, ਇਹ ਇੱਕ ਜ਼ਰੀਆ ਆ ਕਿ ਲੋਕੀ ਆਉਣ, ਹੈ ਨਾ, ਦੇਖਣ ਵਾਸਤੇ। ਬਟ ਜਦੋਂ ਆਉਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਫਿਲਮ ਇਜ਼ ਐਕਚੁਅਲੀ ਵੈਰੀ ਪੋਜ਼ੀਟਿਵ ਐਂਡ ਵੈਰੀ ਇੰਸਪੀਰੇਸ਼ਨਲ। ਅਤੇ ਖਾਸ ਕਰਕੇ ਜਿਹੜੇ ਡਰੱਗ ਐਡਿਕਟਸ ਹੈਗੇ ਨੇ ਉਹਨਾਂ ਨੂੰ ਬਹੁਤ ਕੁਛ ਇੱਥੋਂ ਸਿੱਖਣ ਨੂੰ ਮਿਲੇਗਾ, ਜਾਂ ਜਿਹੜੇ ਸੋਚ ਰਹੇ ਨੇ ਡਰੱਗਸ ਕਰਨ ਬਾਰੇ ਉਹਨਾਂ ਨੂੰ ਪਤਾ ਚੱਲੇਗਾ ਕਿ ਐਕਚੁਅਲੀ ਰਿਐਲਿਟੀ ਚੈੱਕ ਮਿਲੇਗਾ
ਕਿ ਇਹ ਲਾਈਫ ਐਦਾਂ ਹੁੰਦੀ ਆ ਜੇ ਤੁਸੀਂ ਡਰੱਗਸ ਵਗੈਰਾ ਲੈਂਦੇ ਹੋ ਔਰ ਸਿਰਫ ਤੁਸੀਂ ਨਹੀਂ, ਤੁਹਾਡੀ ਪੂਰਾ ਪਰਿਵਾਰ, ਤੁਹਾਡੀ ਪੂਰੀ ਫੈਮਿਲੀ ਕਿੱਦਾਂ ਟਰਾਮਾਟਾਈਜ਼ ਹੁੰਦੀ ਆ ਇਸ ਚੀਜ਼ ਦੇ ਨਾਲ ਤੁਹਾਡੇ ਇੱਕ ਗਲਤ ਡਿਸੀਜਨ ਕਰਕੇ। ਸੋ ਬਹੁਤ ਵਧੀਆ, ਬਹੁਤ ਘੈਂਟ ਜਰਨੀ ਰਹੀ ਸੀ ਐਂਡ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਬਾਬਾ ਜੀ ਦੀ, ਆਪਣੇ ਡਾਇਰੈਕਟਰ ਸਾਹਿਬ ਦੀ, ਕੈਪਟਨ ਆਫ ਦ ਸ਼ਿਪ, ਐਂਡ ਆਫ ਕੋਰਸ ਦੇਵ ਜੀ, ਹਾਂਜੀ, ਤੇ ਜਿਨ੍ਹਾਂ ਨੇ ਸਟੋਰੀ ਲਿਖੀ ਔਰ ਜਿਨ੍ਹਾਂ ਦੀ ਸਟੋਰੀ ਹੈ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋਈਆਂ ਤੇ ਤਾਂ ਹੀ ਇਹ ਜਿਹੜਾ ਪ੍ਰੋਡਕਟ ਹੈ ਨਿਕਲ ਕੇ ਸਾਹਮਣੇ ਆਇਆ। ਉਮੀਦ ਕਰਦੀ ਹਾਂ ਕਿ ਜਿੱਦਾਂ ਤੁਸੀਂ ਟਾਕੂਆਂ ਦੇ ਮੁੰਡੇ ਨੂੰ, ਮੈਂ ਸੀ ਨਹੀਂ ਉਹਦੇ 'ਚ, ਜਿੱਦਾਂ ਉਹਨੂੰ ਪਿਆਰ ਦਿੱਤਾ ਉਹਦਾ ਹੀ ਤੁਸੀਂ ਇਹਨੂੰ ਦਿਓਗੇ। ਜਦੋਂ ਅਸੀਂ ਇੱਕ ਬਾਇਓਪਿਕ ਕਰਦੇ ਆ ਨਾ ਤੇ ਉਹ ਛਾਪ ਛੱਡਦੀ ਹੈ। ਜਦੋਂ ਅਸੀਂ ਇੱਕ, ਫਿਰ ਦੋ, ਫਿਰ ਤੀਜੀ, ਫਿਰ ਚੌਥੀ 'ਤੇ ਆਉਂਦੇ ਹਾਂ ਤੇ ਸਾਨੂੰ ਇੱਕ ਤੋਂ ਦੂਜੇ ਨੂੰ ਡਿਫਰੈਂਸ਼ੀਏਟ ਕਰਨਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ। ਲੁੱਕਸ ਹੋ ਗਈਆਂ, ਇਮੋਸ਼ਨ ਨੂੰ ਰਿਪਰੈਜ਼ੈਂਟ ਕਰਨਾ ਹੋ ਗਿਆ, ਉਸ ਕਿਰਦਾਰ ਨੂੰ ਉਵੇਂ ਹੀ ਵਿਖਾਉਣਾ ਹੋ ਗਿਆ। ਸੋ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਸੀਗਾ ਕਿ ਇਹ ਕਿਰਦਾਰ ਨੂੰ ਕਰਨ ਲੱਗੇ ਮੈਨੂੰ ਸੱਚੀ ਡਰ ਲੱਗ ਰਿਹਾ, ਲੇਕਿਨ ਮਨਦੀਪ ਜੀ ਕਹਿ ਚੁੱਕੇ ਨੇ ਕਿ ਤੁਹਾਡੀ ਹੁਣ ਤੱਕ ਦੀ ਵਨ ਆਫ ਦਾ ਬੈਸਟ ਪਰਫਾਰਮੈਂਸ ਆ। ਪਰ ਤੁਹਾਡੇ ਲਈ ਕਿਹੜਾ ਅਹਿਸਾਸ ਆ ਜਿਹੜਾ ਹੁਣ ਵੀ ਅੰਦਰ ਆ, ਜਿਸ ਨੇ ਤੁਹਾਨੂੰ ਤੁਹਾਡੇ ਕਿਰਦਾਰ ਦੇ ਵਿੱਚ ਜਾਨ ਪਵਾਈ ਹੈ? ਦੇਖੋ, ਚਲੋ ਮੇਰਾ ਡਾਇਰੈਕਟਰ ਕਿਤੇ ਨਾ ਕਿਤੇ ਇਮੋਸ਼ਨਲੀ ਮੇਰੇ ਨਾਲ ਜੁੜਿਆ ਹੋਇਆ ਹੈ ਨਾ। ਅਸੀਂ ਪਿਛਲੀਆਂ 5-6 ਫਿਲਮਾਂ ਕੀਤੀਆਂ ਨੇ। ਮਨਦੀਪ ਬਾਈ ਦਾ ਮੈਂ ਥੈਂਕਸ ਕਰਦਾ ਜੋ ਮੈਨੂੰ ਕੰਪਲੀਮੈਂਟ ਦੇ ਰਹੇ ਨੇ। ਤਾਂ ਮੇਰੇ ਲਈ ਤਾਂ ਮੈਂ ਉਦੋਂ ਪਾਸ ਸਮਝੂੰਗਾ ਜਦੋਂ ਤੁਸੀਂ ਫਿਲਮ ਦੇਖੋਗੇ, ਤੁਸੀਂ ਰਿਵਿਊ ਕਰੋਗੇ, ਹੈ ਨਾ। ਜਦੋਂ ਮੇਰੀ ਆਡੀਅנס ਕਹੂਗੀ ਕਿ ਹਾਂ ਮੈਂ ਕੁਝ ਡਿਫਰੈਂਟ ਕੀਤਾ ਹੈ, ਤਾਂ ਜਿਹੜੀ ਚੀਜ਼ ਸੀਗੀ ਉਹ ਇੱਕ ਚੈਲੰਜ ਲੈਣਾ ਸੀਗਾ, ਕਿਉਂਕਿ ਮਿੰਟੂ ਬਾਈ ਦੀ ਅਤੇ ਇਹ ਬਾਈ ਦੀ, ਆਪਣਾ ਮੰਗਾ ਸਿੰਘ ਅੰਟਾਲ ਦੀ ਕਹਾਣੀ ਵੱਖ-ਵੱਖ ਕਹਾਣੀ ਹੈ। ਤਾਂ ਇੱਕ ਐਜ਼ ਐਨ ਐਕਟਰ ਮੈਨੂੰ ਲੱਗਦਾ ਕਿ ਇਹ ਚੈਲੰਜ ਲੈਣੇ ਚਾਹੀਦੇ ਆ, ਹਰ ਬੰਦੇ ਨੂੰ ਲੈਣੇ ਚਾਹੀਦੇ ਆ। ਤੁਹਾਡੀ ਗਰੋਥ ਹੁੰਦੀ ਹੈ ਐਜ਼ ਐਨ ਐਕਟਰ, ਤੁਹਾਨੂੰ ਪੋਲਿਸ਼ ਕਰਦੇ ਆ। ਜੋ ਤੁਸੀਂ ਚੈਲੰਜ ਲੈਣਾ, ਤੁਹਾਡੇ ਅੰਦਰ ਡਰ ਹੁੰਦਾ ਕਿ ਮੈਂ ਕਰ ਸਕੂੰਗਾ ਕਿ ਨਹੀਂ ਕਰ ਸਕੂੰਗਾ। ਜੇ ਮੈਂ ਕੌਨਫੀਡੈਂਟਲੀ ਕਹਿੰਦਾ ਯਾਰ ਮੈਂ ਤਾਂ ਬਹੁਤ ਘੈਂਟ ਐਕਟਰ ਹਾਂ, ਮੇਰੇ ਤਾਂ ਖੱਬੇ ਹੱਥ ਦਾ ਸੱਜੇ ਹੱਥ ਦਾ ਖੇਡ ਆ, ਮੈਂ ਤਾਂ ਕਰ ਦੂੰਗਾ, ਇੱਦਾਂ ਨਹੀਂ ਹੁੰਦਾ। ਸੋ ਹਮੇਸ਼ਾ ਮਿਹਨਤ ਕਰਾਉਂਦੇ ਨੇ ਇਹੋ ਜਿਹੇ ਕਰੈਕਟਰ। ਸੋ ਇਸ ਕਰਕੇ ਮੈਂ ਤਾਂ ਇਹ ਤਿਆਰ ਆ ਕਿ ਅਗਲੀ ਬਾਇਓਪਿਕ ਵੀ ਕੋਈ ਹੋਊਗੀ ਤਾਂ ਮੈਂ ਉਹ ਵੀ ਕਰਨੀ ਚਾਹੂੰਗਾ ਜਿਹੜੀ ਟੋਟਲੀ ਡਿਫਰੈਂਟ ਹੋਵੇ, ਕਿ ਮੈਂ ਉਹ 'ਤੇ ਡਿਫਰੈਂਟ ਕਰ ਸਕਦਾ ਕਿ ਨਹੀਂ ਕਰ ਸਕਦਾ। ਮੈਂ ਖੁਦ ਦੀ ਕੈਪੈਸਿਟੀ ਜਾਣਨਾ ਚਾਹੁੰਦਾ, ਮੈਂ ਖੁਦ ਦਾ ਜਾਣਨਾ ਚਾਹੁੰਦਾ ਕਿ ਮੈਂ ਕਿੱਥੇ ਕੁ ਤੱਕ ਜਾ ਸਕਦਾ, ਹੈ ਨਾ। ਮੇਰੀ ਰੇਂਜ ਕਿੰਨੀ ਕੁ ਐਜ਼ ਐਨ ਐਕਟਰ। ਤਾਂ ਮੈਨੂੰ ਲੱਗਦਾ ਕਰਨੇ ਚਾਹੀਦੇ ਆ। ਮੈਨੂੰ ਤਾਂ ਡਰ ਹੁਣ ਵੀ ਲੱਗ ਰਿਹਾ, ਜਦੋਂ ਤੱਕ ਤੁਸੀਂ ਰਿਵਿਊ ਨਹੀਂ ਕਰਦੇ ਉਦੋਂ ਤੱਕ ਮੈਂ ਡਰਿਆ ਹੋਇਆ ਹੀ ਹਾਂ। ਡਰਨ ਦੀ ਜ਼ਰੂਰਤ ਤਾਂ ਨਹੀਂ ਹੈ, ਪਰ ਕਿਉਂਕਿ ਤੁਸੀਂ ਕਿਹਾ ਹੋਰ ਵੀ ਬਾਇਓਗ੍ਰਾਫੀਜ਼, ਤੁਸੀਂ ਜਿੱਥੇ ਆਈਡੀਆਜ਼ ਸ਼ੇਅਰ ਕਰਦੇ ਸੀ ਮਨਦੀਪ ਜੀ ਨਾਲ, ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਕਿਹਾ ਹੈ ਕਿ ਹਾਂਜੀ ਫਿਲਮ ਬਣਾਈ ਜਾ ਸਕਦੀ ਹੈ। ਅਸੀਂ ਬਹੁਤ ਸਾਰੀਆਂ ਇੰਟਰਸਟਿੰਗ ਗੱਲਾਂ ਹੈਗੀਆਂ ਮੇਰੀ ਉਹਦੇ ਵਿੱਚ, ਖੁਦ ਦੀ ਜਰਨੀ ਵਿੱਚ, ਖੁਦ ਦੀ ਕਹਾਣੀ ਵਿੱਚ। ਤਾਂ ਜੋ ਕਾਲਜ ਦੇ ਟਾਈਮ ਵਾਪਰਿਆ, ਜੋ ਹੋਇਆ, ਫਿਰ ਇਸ ਫੀਲਡ ਵਿੱਚ ਆਉਣਾ, ਘਰ ਦੇ ਪੈਸੇ ਗਵਾਉਣਾ, ਫਿਰ ਇੱਥੇ ਆਉਣ ਤੱਕ ਜੋ ਲੈਗ ਪੁਲਿੰਗ ਚੱਲੀ, ਜਾਂ ਫਿਰ ਉੱਠ ਕੇ ਦੁਬਾਰਾ ਆਇਆ, ਹਿੱਟ ਫਿਲਮ ਦੇਣ ਤੋਂ ਬਾਅਦ ਵੀ ਕੰਮ ਨਾ ਮਿਲਣਾ। ਸੋ ਮੈਨੂੰ ਲੱਗਦਾ ਬਹੁਤ ਕੁਛ ਹੈਗਾ ਡਰਾਮੈਟਿਕਲੀ ਜੇ ਚੀਜ਼ਾਂ ਨੂੰ ਅਸੀਂ, ਚਾਹੇ ਉਹ ਕੋਈ ਫੈਮਿਲੀ ਪਾਰਟ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ। ਸੋ ਅੱਜ ਵੀ ਚੱਲ ਰਹੀਆਂ ਨੇ। ਜਦੋਂ ਮੈਨੂੰ ਲੱਗੂਗਾ ਕਿ ਹੁਣ ਸਾਰੀਆਂ ਚੀਜ਼ਾਂ ਸਹੀ ਹੋ ਗਈਆਂ, ਹੁਣ ਮੈਂ ਕਿਸੇ ਨੂੰ ਮੋਟੀਵੇਟ ਕਰ ਸਕਦਾ ਵੀ ਕੋਈ ਬੰਦਾ ਇਹ ਸੋਚ ਸਕਦਾ ਕਿ ਯਾਰ ਦੇਵ ਜ਼ਿੰਦਗੀ 'ਚ ਹਾਰਿਆ ਨਹੀਂ ਹੈਗਾ। ਜਾਂ ਮੈਨੂੰ ਵੀ ਕਿਸੇ ਫਿਲਮ ਨੇ ਇੰਸਪਾਇਰਡ ਕੀਤਾ ਸੀ, ਮੈਂ ਬਾਗ ਮਿਲਖਾ ਬਾਗ ਦਾ ਨਾਂ ਲੈਣਾ, ਕਿ ਉਹ ਫਿਲਮ ਦੇਖ ਕੇ ਮੈਂ ਬਹੁਤ ਮੋਟੀਵੇਟ ਹੋਇਆ, ਹੈ ਨਾ। ਮੇਰੇ 'ਚ ਇੱਕ ਐਨਰਜੀ ਆਈ ਫਾਈਟ ਕਰਨ ਦੀ, ਲੜਨ ਦੀ, ਹੈ ਨਾ। ਤਾਂ ਜੇ ਤੁਹਾਡੀ ਕਹਾਣੀ ਕਿਸੇ ਬੰਦੇ ਨੂੰ ਮੋਟੀਵੇਟ ਕਰਦੀ, ਤੁਹਾਨੂੰ ਜ਼ਰੂਰ ਕਹਿਣੀ ਚਾਹੀਦੀ ਹੈ। ਜੀ ਬਿਲਕੁਲ। ਤੁਸੀਂ ਬਹੁਤ ਕੁੜੀਆਂ ਨੂੰ ਇਨਸਪਾਇਰ ਕੀਤਾ ਹੈ ਨਾ, ਔਰ ਬੜਿਆਂ ਨੂੰ ਕਰਦੇ ਹੋ ਤੁਸੀਂ। ਸੋ ਆਲਰਾਊਂਡਰ ਹੋ ਤੁਸੀਂ। ਤੁਹਾਨੂੰ ਵੀ ਇੱਦਾਂ ਲੱਗਦਾ ਕਿ ਜ਼ਿੰਦਗੀ ਦਾ ਕੁਛ ਇੱਕ ਹਿੱਸਾ ਹੈ ਜਿਹਦੇ 'ਤੇ ਗੱਲ ਕੀਤੀ ਜਾ ਸਕਦੀ ਹੈ, ਜਾਂ ਤੁਸੀਂ ਚਾਹੋਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੁਸੀਂ ਉਸ ਮੁਕਾਮ 'ਤੇ ਪਹੁੰਚ ਜਾਓਗੇ ਤੇ ਤੁਸੀਂ ਆਪਣੀ ਲਾਈਫ ਦਾ ਉਹ ਹਿੱਸਾ ਫਿਲਮ ਦੇ ਜ਼ਰੀਏ ਸ਼ੇਅਰ ਕਰਨਾ ਚਾਹੋਗੇ? ਮੇਰੀ ਲਾਈਫ ਦਾ ਬਹੁਤ ਸਾਰੇ ਨੇ। ਕਿਹੜੇ ਹਿੱਸੇ ਵਿੱਚ ਫਿਲਮ ਬਣਾਈ ਜਾਵੇ? ਨਹੀਂ, ਲਾਈਫ ਇਜ਼ ਰੰਗ ਬਰੰਗੀ ਜੀ ਹੈਗੀ ਆ ਇਹ, ਸੋ ਸ਼ੇਡਸ ਤਾਂ ਸਾਰਿਆਂ ਦੀ ਲਾਈਫ 'ਚ ਆਉਂਦੇ ਹੀ ਆ, ਹੈ ਨਾ। ਬਟ ਇਟਸ ਹਾਊ ਯੂ ਡੀਲ ਵਿਦ ਇਟ ਐਂਡ ਹਾਊ ਯੂ ਓਵਰਕਮ ਦੋਜ਼ ਆਬਸਟੀਕਲਸ, ਅਤੇ ਬਾਹਰ ਕਿੱਦਾਂ ਨਿਕਲ ਕੇ ਆਉਂਦੇ ਹੋ। ਅਤੇ ਮੈਂ ਇੱਕ ਗੱਲ ਤਾਂ ਇਹ ਸਿੱਖੀ ਹੈ ਕਿ ਲਾਈਫ ਗੋਜ਼ ਔਨ, ਨੋ ਮੈਟਰ ਜੋ ਮਰਜ਼ੀ ਹੋ ਜਾਏ। ਤੁਸੀਂ ਮੈਂ ਆਪਣੇ ਫਾਦਰ ਸਾਹਿਬ ਲੂਜ਼ ਕੀਤੇ ਆ, ਮੇਰੇ ਘਰ 'ਚ ਕਾਫੀ ਡੈਥਸ ਹੋਈਆਂ। ਸੋ ਸ਼ਾਇਦ ਮੈਂ ਕਿਤੇ ਇਸ ਚੀਜ਼ 'ਤੇ ਉਹਨਾਂ ਲੋਕਾਂ ਵਾਸਤੇ ਬਣਾਉਣਾ ਚਾਹਵਾਂ, ਸ਼ਾਇਦ, ਮੈਨੂੰ ਪਤਾ ਨਹੀਂ ਆ, ਕਿ ਯੂ ਕੈਨ ਐਕਚੁਅਲੀ ਤੁਸੀਂ ਉਸ ਚੀਜ਼ ਤੋਂ ਬਾਹਰ ਤਾਂ ਨਹੀਂ ਨਿਕਲ ਸਕਦੇ, ਬਟ ਉਹ ਚੀਜ਼ ਨਾਲ ਡੀਲ ਕਿੱਦਾਂ ਕਰਨਾ, ਉਹਦੇ ਹੁਕਮ 'ਚ ਕਿੱਦਾਂ ਰਹਿਣਾ, ਉਹ ਚੀਜ਼ ਤੁਸੀਂ ਸਿੱਖ ਸਕਦੇ ਹੋ ਆਪਣੇ ਆਪ ਨੂੰ ਸਰੈਂਡਰ ਕਰਕੇ ਕਿ ਇਹ ਇੱਦਾਂ ਹੀ ਆ, ਹੈ ਨਾ। ਔਰ ਸ਼ਾਇਦ ਮੇਬੀ ਮੈਂ ਕਦੀ ਸੋਚਿਆ ਨਹੀਂ ਇੰਨਾ ਡੀਪਲੀ ਜਿੰਨਾ ਤੁਸੀਂ ਕੁਐਸਚਨਸ ਬੜੇ ਘੈਂਟ ਪੁੱਛ ਰਹੇ ਹੋ। ਵੈਸੇ ਆਈ ਐਮ ਲਾਈਕਿੰਗ ਯੂਰ ਕੁਐਸਚਨਸ, ਇਟਸ ਮੇਕਿੰਗ ਮੀ ਥਿੰਕ। ਮੈਨੂੰ ਸੋਚਣ 'ਤੇ ਮਜਬੂਰ ਕਰਤਾ। ਨਹੀਂ ਬਟ ਸੀਰੀਅਸ। ਅੱਛਾ, ਇੱਕ ਗੱਲ ਤੇ ਹੈ, ਤੁਹਾਨੂੰ ਦੇਖ ਕੇ ਕੁੜੀਆਂ ਘਰ ਦੇ ਕੰਮ-ਕੁਮ ਤਾਂ ਕਰਨ ਲੱਗ ਹੀ ਗਈਆਂ, ਝਾੜੂ ਪੋਚੇ ਤਾਂ ਕਰ ਹੀ ਲੈਂਦੀਆਂ। ਫਿਟਨੈਸ ਦਾ ਰਾਜ ਇਹੀ ਹੈ। ਅੱਜ ਇੱਥੇ ਮੈਂ ਹੀ ਪੋਚਾ ਲਾਇਆ।
ਮਜ਼ਾਕ ਕਰ ਕਮਿੰਗ ਬੈਕ ਟੂ ਦ ਫਿਲਮ ਵਾਲੀਬਾਲ ਪਲੇਅਰ ਦੀ ਤੁਸੀਂ ਗੱਲ ਕੀਤੀ ਆ, ਆਲਰਾਊਂਡਰ ਤੁਸੀਂ ਹੈਗੇ ਹੋ, ਉਹਨਾਂ ਚੀਜ਼ਾਂ ਨੂੰ ਅਡੋਪਟ ਕਰਨਾ ਐਂਡ ਸਕਰੀਨ ਤੇ ਵਿਖਾਉਣਾ ਜਬ ਜੀ ਇਹ ਕਿੰਨਾ ਕੁ ਔਖਾ ਹੈ? ਦੇਖਣ ਦੇ ਵਿੱਚ ਤੇ ਬੜਾ ਸੌਖਾ ਲੱਗਦਾ ਕਿਉਂਕਿ ਅਸੀਂ ਤਾਂ ਉਹ ਸੀਨਸ ਦੇਖਾਂਗੇ ਜਿਹੜੇ ਪੋਲਿਸ਼ਡ ਕੀਤੇ ਹੋਏ ਓਕੇ ਸ਼ਾਟਸ ਹੋਣਗੇ, ਬਟ ਜਪਜੀ ਨੂੰ ਉਸ ਕਰੈਕਟਰ ਵਿੱਚ ਢਲਣ ਦੇ ਲਈ ਆਈ ਮੀਨ ਕਿੰਨੇ ਐਫਰਟਸ ਤੁਹਾਡੇ ਪਰਸਨਲੀ ਲੱਗੇ ਨੇ? ਬਹੁਤ ਲੱਗੇ ਨੇ। ਮੇਨ ਤੇ ਇਹੀ ਸੀਗਾ ਕਿ ਲੀਨ ਹੋਣਾ, ਜ਼ਿਆਦਾ ਤੋਂ ਜ਼ਿਆਦਾ ਫਿਟ ਦਿਖਣਾ ਸਕਰੀਨ ਤੇ, ਲੱਗੇ ਕਿ ਵਾਲੀਬਾਲ ਪਲੇਅਰ, ਇੱਦਾਂ ਨਾ ਲੱਗੇ ਕਿ ਜਸਟ ਵੈਸੇ ਹੀ ਲੈ ਲਿਆ ਹੋਇਆ ਫਿਲਮ ਦੇ ਵਿੱਚ। ਸੋ ਆਈ ਵਾਂਟਡ ਟੂ ਮੇਕ ਸ਼ੋਰ ਮੈਂ ਰੋਲਸ ਹੀ ਉਹੀ ਕਰਨਾ ਚਾਹੁੰਦੀ ਹਾਂ ਜਾਂ ਕਰਦੀ ਹਾਂ ਹੁਣ ਤੱਕ ਜਿਹੜਾ ਥੋੜ੍ਹਾ ਮੇਰੇ ਲਈ ਚੈਲੰਜਿੰਗ ਹੋਵੇ, ਕਿਉਂਕਿ ਜਦੋਂ ਚੈਲੰਜ ਹੁੰਦਾ ਆ ਤੇ ਤੁਸੀਂ ਜਿੱਦਾਂ ਦੇਵ ਨੇ ਕਿਹਾ ਕਿ ਗਰੋਥ ਹੁੰਦੀ ਹੈ ਤੁਹਾਡੀ। ਜੇ ਚੈਲੰਜ ਨਹੀਂ ਕੰਫਰਟ ਜ਼ੋਨ 'ਚ ਰਹਿ ਕੇ ਕਰੋਗੇ ਤਾਂ ਦੇਰ ਇਜ਼ ਨੋ ਗਰੋਥ, ਰਾਈਟ? ਹੁਣ ਜਿੱਦਾਂ ਤੁਸੀਂ ਕੁਐਸਚਨਸ ਮੈਨੂੰ ਪੁੱਛ ਰਹੇ ਸੀਗੇ, ਦੇ ਵਰ ਮੇਕਿੰਗ ਮੀ ਥਿੰਕ, ਠੀਕ ਆ? ਤਾਂ ਮੈਂ ਆਪਣੀ ਸਪੇਸ 'ਚੋਂ ਬਾਹਰ ਜਾ ਕੇ ਆਨਸਰਸ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਠੀਕ ਹੈ ਨਾ? ਸੋ ਉਹੀ ਅਗਰ ਤੁਸੀਂ ਨੋਰਮਲ ਇੰਟਰਵਿਊ ਲਈ ਜਾਂਦੇ ਤਾਂ ਯੂ ਵੁੱਡ ਹੈਵ ਬੀਨ ਵੈਰੀ ਜਿੱਦਾਂ ਰਟੇ ਰਟਾਏ ਆਨਸਰਸ ਹੁੰਦੇ ਉੱਦਾਂ। ਸੋ ਸੇਮ ਵਿਦ ਇਸੇ ਅਪਰੋਚ ਦੇ ਨਾਲ ਮੈਂ ਆਪਣੇ ਕੰਮ ਨੂੰ ਵੀ ਲੈਂਦੀ ਹਾਂ ਕਿ ਅਗਰ ਤੁਹਾਨੂੰ ਚੈਲੰਜਿੰਗ ਲੱਗ ਰਿਹਾ ਤਾਂ ਉਹਦੇ 'ਚ ਤੁਸੀਂ ਮਿਹਨਤ ਕਰੋ ਔਰ ਤੁਹਾਨੂੰ ਤਾਂ ਪਤਾ ਲੱਗੇਗਾ ਕਿ ਕਿੰਨੇ ਕੁ ਪਾਣੀ 'ਚੋਂ ਤੁਸੀਂ ਐਜ਼ ਐਨ ਐਕਟਰ। ਅਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵਧੀਆ ਕੈਰੈਕਟਰ ਇਹ ਨਿਭਾਇਆ ਜਾਵੇ। ਐਂਡ ਵਾਲੀਬਾਲ ਸਿੱਖੀ ਸੀਗੀ, ਮੇਰੇ ਇੱਥੇ ਹੱਥਾਂ 'ਤੇ ਲਾਲ ਹੋ ਜਾਂਦਾ ਸੀ ਕਿਉਂਕਿ ਮੇਰੇ ਹੱਥ ਬੜੇ ਨਾਜ਼ੁਕ ਆ। ਮੈਨੂੰ ਸਾਰੇ ਜਦੋਂ ਪੜ੍ਹਦੇ ਤਾਂ ਕਹਿੰਦੇ ਕਿ ਯਾਰ ਕੁੜੀਏ ਤੂੰ ਕਦੀ ਕੰਮ ਵੀ ਕੀਤਾ ਲਾਈਫ ਦੇ ਵਿੱਚ? ਅਤੇ ਉਹ ਤਾਂ ਐਕਚੁਅਲੀ ਮਤਲਬ ਪਕਾਉਣੇ ਹੁੰਦੇ ਆ। ਸੋ ਪ੍ਰੈਕਟਿਸ ਕਰ ਕਰਕੇ ਮੇਰੇ ਕੋਲ 12 ਦਿਨ ਸੀਗੇ। ਮੈਂ ਪ੍ਰੋਫੈਸ਼ਨਲ ਪਲੇਅਰ ਤਾਂ ਨਹੀਂ ਬਣ ਸਕੀ ਬਟ ਜਿੰਨਾ ਵੀ ਹੋ ਸਕਿਆ ਮੈਂ ਆਪਣਾ ਟਰਾਈ ਬੈਸਟ ਕੀਤਾ। ਬਾਕੀ ਦੇਵ ਇਹਨਾਂ ਨੇ ਬਹੁਤ ਹੈਲਪ ਕੀਤੀ ਕਿਉਂਕਿ ਇਹ ਖੇਡਦੇ ਰਹੇ ਸੀਗੇ। ਮੈਂ ਵਾਲੀਬਾਲ ਖੇਡਿਆ, ਇੰਟਰਵਰਸਿਟੀ ਨੈਸ਼ਨਲ ਤੱਕ ਖੇਡਿਆ ਵਾਲੀਬਾਲ। ਉਹ ਮੈਂ ਰਿਕਾਰਡ ਵੀ ਕੀਤਾ ਹੋਇਆ, ਮੈਂ ਫਿਲਮ ਦੇ ਲਾਗੇ ਪਾਉਂਗੀ ਕਿ ਕੀ ਹਾਲਤ ਹੁੰਦੀ ਹੈ ਜਦੋਂ ਤੁਸੀਂ ਸਿੱਖਦੇ ਹੋ, ਲਾਲ ਹੋ ਜਾਂਦੇ, ਨੀ ਰੈਸ਼ਸ ਜੇ ਪੈ ਗਏ ਤੁਹਾਡੇ ਹਨਾ ਪੂਰੇ, ਯੈਸ ਬਰੂਜ਼ਸ ਹੋ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਮਤਲਬ ਫਿਜ਼ੀਕਲੀ ਵੀ ਡਿਮਾਂਡਿੰਗ ਹੈਗੀਆਂ ਇੱਦਾਂ ਦੇ ਕਿਰਦਾਰ ਕਰਨੇ ਜੀ। ਸੋ ਮੈਨੂੰ ਲੱਗਦਾ ਬਹੁਤ ਮਜ਼ਾ ਆਉਣ ਵਾਲਾ ਵੇਖਣ ਦੇ ਵਿੱਚ, ਇਟਸ ਵੈਰੀ ਡਿਫਰੈਂਟ। ਦੇਵ, ਜਦੋਂ ਅਸੀਂ ਕੋਈ ਕਿਰਦਾਰ ਕਰਦੇ ਹਾਂ ਨਾ ਤੇ ਅਸੀਂ ਉਹਨੂੰ ਜਿਉਂਦੇ ਹਾਂ। ਜਦੋਂ ਅਸੀਂ ਜਿਉਂਦੇ ਹਾਂ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਨੇੜਤਾ ਤੋਂ ਦੇਖਿਆ ਹੁੰਦਾ ਤੇ ਆਪਾਂ ਹੰਢਾ ਪਾਉਂਦੇ ਹਾਂ। ਬਹੁਤ ਸਾਰਾ ਯੂਥ ਇਹੋ ਜਿਹਾ ਹੋਏਗਾ ਜਦੋਂ ਤੁਸੀਂ ਬਾਥਰੂਮ 'ਚ ਡਿੱਗੇ ਹੋਏ ਹੋ, ਜਦੋਂ ਤੁਸੀਂ ਕੁਝ ਕਿਸੇ ਚੀਜ਼ ਦੀ ਡਿਮਾਂਡ ਕਰ ਰਹੇ ਹੋ, ਜਦੋਂ ਤੁਹਾਡੇ ਬਾਲ ਖਿਲ ਰਹੇ ਆ ਐਂਡ ਤੁਸੀਂ ਇੰਨੇ ਅਗਲੇ ਦੇਖ ਰਹੇ ਹੋ, ਪਰ ਤੁਹਾਡੀ ਚਾਹਤ ਸੋਹਣੇ ਲੱਗਣਾ ਨਹੀਂ, ਆਪਣੀ ਤੋੜ ਨੂੰ ਸੈਟਿਸਫਾਈ ਕਰਨਾ ਹੈ। ਕਿਸ ਚੀਜ਼ ਨੂੰ ਨੇੜਤਾ ਤੋਂ ਦੇਖ ਕੇ ਤੁਹਾਡੇ ਲੂ ਕੰਡੇ ਖੜੇ ਹੋ ਰਹੇ ਸੀ? ਕਿਸ ਚੀਜ਼ ਨੂੰ ਨਿਭਾਉਣਾ ਤੁਹਾਡੇ ਲਈ ਇੱਕ ਟਾਈਮ 'ਤੇ ਮੁਸ਼ਕਿਲ ਹੋ ਗਿਆ ਸੀ? ਸਭ ਤੋਂ ਵੱਡੀ ਗੱਲ ਤਾਂ ਹੈਗਾ ਐਕਟਰ, ਜੇ ਤੁਸੀਂ ਕੋਈ ਕਰੈਕਟਰ ਕਰ ਰਹੇ ਹੋ ਤਾਂ ਸੋਹਣੇ ਦਿਖਣ ਲਈ ਨਹੀਂ ਕਰਨਾ, ਕਰੈਕਟਰ ਲੱਗਣ ਲਈ ਤੁਸੀਂ ਕਰਨਾ। ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਉਹ ਸਿਗਰਟ ਦੀ ਐਸ਼ ਹੁੰਦੀ ਸੀ ਉਹਨੂੰ ਰੱਖਦਾ ਸੀਗਾ ਕੋਲ, ਤੇ ਉਹਨੂੰ ਆਪਣੇ ਲਿਪਸ ਤੇ ਡਾਰਕ ਸਰਕਲ ਲੈਣ ਲਈ ਅੱਖਾਂ ਦੇ ਆਲੇ ਦੁਆਲੇ ਲਾਉਂਦਾ ਹੁੰਦਾ ਸੀਗਾ, ਹੈ ਨਾ, ਤਾਂ ਕਿ ਉਹ ਨਸ਼ੈੜੀ ਵਾਲੀ ਲੁੱਕ ਨਿਕਲ ਕੇ ਆਵੇ ਪ੍ਰੋਪਰ ਉਹਦੇ ਉਹ ਸੋਚ। ਬਟ ਜਦੋਂ ਮੈਂ ਇਸ ਫਿਲਮ ਦਾ ਕਰੈਕਟਰ ਜੀ ਰਿਹਾ ਸੀ, ਇੱਦਾਂ ਦੇ ਸੀਨ ਆਉਣਗੇ ਕਿ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ। ਤਾਂ ਉਹ ਬੰਦਾ ਕਿਵੇਂ ਜਦੋਂ ਆਪਣੀ ਵਾਈਫ ਨੂੰ ਲੈਣ ਜਾਂਦਾ, ਨਸ਼ਾ ਕਰਦਾ, ਝੂਠ ਬੋਲਦਾ ਹਰ ਗੱਲ 'ਤੇ। ਨਸ਼ੈੜੀ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਕੋਈ ਉਹਦਾ ਸਗਾ ਸੰਬੰਧੀ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਕੋਈ ਮਾਂ ਨਹੀਂ ਹੈ, ਕਿਸੇ ਚੀਜ਼ ਨੂੰ ਨਹੀਂ ਮੰਨਦਾ, ਉਹਦਾ ਨਸ਼ਾ ਹੀ ਸਭ ਕੁਛ ਹੈ। ਉਹ ਨਸ਼ੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ, ਉਹ ਕਿਸੇ ਨੂੰ ਮਾਰ ਵੀ ਸਕਦਾ, ਹੈ ਨਾ, ਉਹ ਗਿਰ ਸਕਦਾ, ਚੰਗੇ ਘਰ ਦਾ ਹੋ ਕੇ ਵੀ ਉਹ ਭਿਖਾਰੀ ਵੀ ਬਣ ਸਕਦਾ, ਕੁਛ ਵੀ ਬਣ ਸਕਦਾ ਉਹ ਨਸ਼ੇ ਲਈ। ਤਾਂ ਉਹਦਾ ਆਪਣੇ ਬੱਚਿਆਂ ਨਾਲ ਕੋਈ ਮੋਹ ਨਹੀਂ ਹੈਗਾ। ਤਾਂ ਉਹਦੇ ਵਿੱਚ ਕਈ ਸੀਨ ਇੱਦਾਂ ਦੇ ਨੇ ਕਿ ਮੈਂ ਖੁਦ ਸੋਚਦਾ ਹੁੰਦਾ ਸੀ ਕਿ ਯਾਰ ਬੰਦਾ ਕਿੱਥੇ ਤੱਕ ਗਰਕ ਜਾਂਦਾ ਹੈ, ਕਿਤੇ ਤੱਕ ਚਲਾ ਜਾਂਦਾ ਬੰਦਾ, ਹੈ ਨਾ। ਈਵਨ ਕਿ ਉਹ ਟੀਚਰ ਬਣ ਗਿਆ, ਉਹਦੇ ਜਿਹੜੇ ਸਟੂਡੈਂਟ ਨੇ ਉਹ ਵੀ ਉਹਨੂੰ ਨਸ਼ੇੜੀ ਕਹਿ ਕੇ ਡਾਊਨ ਮਾਰਦੇ ਨੇ। ਉਹ ਨਸ਼ੇੜੀ ਉਹ ਕਲਾਸ 'ਚ ਬੈਠਾ ਹੁੰਦਾ, ਤੋੜ ਲੱਗੀ ਹੁੰਦੀ, ਇੱਦਾਂ ਕਰ ਰਿਹਾ ਹੁੰਦਾ, ਉਹ ਸੀਨ ਬੜਾ ਕਮਾਲ ਦਾ। ਅਤੇ ਉਹ ਐਂ ਦੇਖਦਾ ਅਤੇ ਚੌਕ ਹੁੰਦਾ, ਉਹਦਾ 'ਚ ਮਾਰਦਾ ਬੱਚੇ ਦੇ ਖਿੱਚ ਕੇ, ਕਿਹੜੇ ਨੇ ਬੋਲਿਆ ਉਹ ਨਸ਼ੇੜੀ, ਆ ਇੱਧਰ ਗੱਲ ਸੁਣ ਹਾਂ ਕੀ ਬੋਲਿਆ ਸੀ ਓਏ? ਸਰ ਕਹਿੰਦਾ ਮੈਂ ਕੁਛ ਨਹੀਂ ਬੋਲਿਆ ਸੀਗਾ। ਤਾਂ ਫਿਰ ਉਹਨੂੰ ਆਪਣੇ ਬਾਰੇ ਦੱਸਦਾ ਕਿ ਵੀ ਜਿਹੜੀ ਗੱਲ ਤੂੰ ਮੈਨੂੰ ਕਹਿ ਰਿਹਾ ਨਾ, ਇਹ ਚੀਜ਼ਾਂ ਬਹੁਤ ਖਤਰਨਾਕ ਬੰਦਾ ਰਿਹਾ ਮੈਂ, ਤੂੰ ਇਹ ਚੀਜ਼ਾਂ ਛੱਡ ਦੇ। ਤਾਂ ਮਤਲਬ ਉਹਨੂੰ ਜਦੋਂ ਉਹਦੇ ਸਟੂਡੈਂਟ ਹੀ ਨਸ਼ੇੜੀ ਕਹਿ ਕੇ ਬੁਲਾਉਣ ਲੱਗ ਜਾਂਦੇ ਨੇ ਤਾਂ ਉਹਦੀ ਰਿਸਪੈਕਟ ਤਾਂ ਕੋਈ ਰਹੀ ਨਹੀਂ ਹੈਗੀ ਬੰਦੇ ਦੀ ਸਮਾਜ ਦੇ ਵਿੱਚ। ਤਾਂ ਉਹ ਚੀਜ਼ਾਂ ਕਿੰਨੀਆਂ ਹਿਲਾ ਦਿੰਦੀਆਂ ਨੇ ਤੁਹਾਨੂੰ, ਹੈ ਨਾ। ਫਿਰ ਉਹ ਬੰਦਾ ਹੁਣ ਆਪਣੇ ਸਕੂਲ ਦੇ ਵਿੱਚ ਹੈਗਾ, ਟੀਚਰ ਹੈਗਾ, ਅਤੇ ਉੱਥੇ ਵੀ ਨਸ਼ਾ ਕਰਦਾ, ਉਹ ਚੋਰੀ ਲੁਕ ਛਿਪ ਕੇ ਨਸ਼ੇ ਕਰਦਾ। ਤਾਂ ਨਸ਼ਾ ਹੀ ਜ਼ਿੰਦਗੀ ਬਣ ਗਿਆ ਉਹਦੇ ਲਈ। ਉਹਦਾ ਪਰਿਵਾਰ ਟੁੱਟ ਗਿਆ, ਉਹਦਾ ਸਭ ਕੁਝ ਟੁੱਟ ਗਿਆ, ਉਹਦੀ ਵਾਈਫ ਉਹਨੂੰ ਫੜ ਲੈਂਦੀ ਹੈ ਹਰ ਜਗ੍ਹਾ, ਆ ਤੂੰ ਨਸ਼ਾ। ਫਿਰ ਪੈਰਾਂ 'ਤੇ ਪਾਣੀ ਨਹੀਂ, ਕਿੰਨਾ ਕਲੈਵਰ ਹੁੰਦਾ, ਕਿੰਨਾ ਝੂਠਾ ਹੋ ਜਾਂਦਾ, ਹੈ ਨਾ, ਜ਼ਮੀਰ ਮਾਰ ਲੈਂਦਾ ਆਪਣੀ। ਸੋ ਇਹ ਚੀਜ਼ਾਂ ਤੁਹਾਨੂੰ ਹਿਲਾ ਦਿੰਦੀਆਂ ਨੇ ਨਾ ਯਾਰ, ਕਿ ਯਾਰ ਇਨਸਾਨੀਅਤ ਹੀ ਖਤਮ ਹੋ ਗਈ ਜਦੋਂ ਨਸ਼ੇ ਕਰਕੇ। ਪਰਮਾਤਮਾ ਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ, ਜਦੋਂ ਇਨਸਾਨੀਅਤ, ਜੋ ਤੁਸੀਂ ਕਿਸੇ ਚੀਜ਼ ਦੇ ਗੁਲਾਮ ਬਣ ਗਏ ਤਾਂ ਇਨਸਾਨੀਅਤ ਖਤਮ ਹੋ ਗਈ। ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਕਿ ਨਰਕ ਤੋਂ ਵੀ ਬੱਤਰ ਜ਼ਿੰਦਗੀ ਹੁੰਦੀ ਹੈ। ਇਹਦਾ ਨਾ ਇੱਕ ਸੀਨ ਆ, ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ, ਮਾਂ ਤੇ ਪੁੱਤ ਦਾ ਸੀਨ ਆ ਦੋਵਾਂ ਦਾ। ਜਦੋਂ ਜਪਜੀ ਜੀ ਛੱਡ ਕੇ ਚੱਲ ਜਾਂਦੇ ਨੇ, ਬੱਚਾ ਚੱਲ ਗਿਆ ਜ਼ਿੰਦਗੀ 'ਚ, ਤਾਂ ਉਹ ਨਸ਼ੇ ਦੀ ਲੋੜ 'ਚ ਘਰੇ ਆਉਂਦਾ। ਬੜਾ ਇਮੋਸ਼ਨਲ ਸੀਨ ਹੈ। ਮੈਂ ਬਾਕੀ ਜੋ ਡਬਿੰਗ ਕਰ ਰਿਹਾ ਸੀ ਤਾਂ ਮੈਂ ਰੋ ਪਿਆ ਉਹ ਸੀਨ ਦੇਖ ਕੇ, ਮੇਰੇ ਅੱਖਾਂ 'ਚੋਂ ਪਾਣੀ ਆ ਗਿਆ। ਉਹ ਮਾਂ ਉਹਨੂੰ ਜਦੋਂ ਉਹਦੇ ਨਾਲ ਗੱਲ ਕਰਦੀ ਹੈ, ਮਾਂ ਦੀ ਗੋਦੀ 'ਚ ਲੇਟ ਜਾਂਦਾ,
ਤਾਂ ਮਾਂ ਨੂੰ ਕਹਿੰਦਾ ਮਾਂ ਜਦੋਂ ਤੈਨੂੰ ਪਤਾ ਸੀ ਮੈਂ ਨਸ਼ੇ ਕਰਦਾ ਸੀ ਤਾਂ ਇੱਕ ਡੰਡਾ ਲੈਂਦੀ ਤੇ ਮੈਨੂੰ ਕੁੱਟਦੀ, ਮਾਰਦੀ ਮੈਨੂੰ, ਤੂੰ ਮੈਨੂੰ ਕੁੱਟਿਆ ਕਿਉਂ ਨਹੀਂ ਉਸ ਟਾਈਮ। ਤਾਂ ਵੀ ਅੱਜ ਸਭ ਕੁਝ ਮਾਂ ਕਹਿੰਦੀ ਪੁੱਤ ਤੇਰੇ ਕੋਲ ਸਕੂਟਰ ਸੀ, ਕਹਿੰਦਾ ਉਹ ਵੀ ਵਿਕ ਗਿਆ, ਵੇਚਤਾ, ਕੁਛ ਨਹੀਂ ਰਿਹਾ, ਕਹਿੰਦਾ ਹੁਣ ਤਾਂ ਜ਼ਿੰਦਗੀ ਸਭ ਕੁਝ ਖਤਮ ਹੈ। ਤਾਂ ਉਹ ਇਦਾਂ ਦੀ ਕਹਾਣੀ, ਤਾਂ ਉਹ ਮੈਂ ਹੁਣ ਗੱਲ ਕਰਦੇ ਹੋਏ ਵੀ ਮੇਰੀਆਂ ਹੈ ਨਾ ਗਲਾ ਭਰਿਆ ਹੈ ਮੇਰਾ। ਤਾਂ ਉਹ ਤੁਸੀਂ ਦੇਖੋ ਹਰ ਪਰਿਵਾਰ ਦੀ ਕਹਾਣੀ ਆ, ਉਹ ਚੀਜ਼ਾਂ ਜਦੋਂ ਪਰਦੇ ਤੇ ਆਉਣਗੀਆਂ, ਜੇ ਅਸੀਂ ਪਰਫਾਰਮ ਕਰਕੇ ਅਸੀਂ ਇਮੋਸ਼ਨਲ ਹੋ ਸਕਦੇ ਹਾਂ ਤਾਂ ਆਡੀਅנס ਦਾ ਕੀ ਹਾਲ ਹੋਣਾ। ਬਿਲਕੁਲ ਆਈ ਐਗਰੀ ਐਂਡ ਮਤਲਬ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹੋ ਜਿਹਾ ਸਿਨੇਮਾ ਤੁਸੀਂ ਪਰੋਸਣ ਦੀ ਹਿੰਮਤ ਵੀ ਕਰ ਰਹੇ ਹੋ, ਹਜ਼ਾਰਾਂ ਨੌਜਵਾਨਾਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਐਂਡ ਹਜ਼ਾਰਾਂ ਹੀ ਹਾਊਸਵਾਈਫਸ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਜੋ ਨਰਕ ਹੰਢਾ ਰਹੀਆਂ ਨੇ। ਸ਼ੂਟ ਕੀਤਾ ਤੁਸੀਂ ਹੈ ਨਾ, ਟੱਚਵੁੱਡ, ਇਹ ਲਾਈਫ ਕਿਸੇ ਦੀ ਨਹੀਂ ਹੋਣੀ ਚਾਹੀਦੀ, ਬਟ ਕੀ ਅਹਿਸਾਸ ਉਸ ਔਰਤ ਦਾ ਹੈ ਜਿਹੜੀ ਮਜਬੂਰ ਹੈ, ਹੈਲਪਲੈਸ ਹੈ, ਕੁਝ ਕਰ ਹੀ ਨਹੀਂ ਪਾ ਰਹੀ ਹੈ, ਤੁਸੀਂ ਇਸ ਕਿਰਦਾਰ ਨੂੰ ਹੰਢਾਇਆ ਹੈ ਦੇਵ ਦੇ ਨਾਲ। ਤਾਨੀ ਆ ਉਹ ਵਾਈਫ, ਮੈਂ ਕਹਿੰਦੀ ਆ ਜਾਂ ਗਰਲਫ੍ਰੈਂਡ ਜਿਹੜੀ ਨਸ਼ੇੜੀ ਦੀ ਗਰਲਫ੍ਰੈਂਡ ਹੈ ਜਾਂ ਵਾਈਫ ਹੈ, ਇਟਸ ਨਾਟ ਐਨ ਈਜ਼ੀ ਟਾਸਕ। ਅਸੀਂ ਤਾਂ ਔਨ ਸਕਰੀਨ ਕੀਤਾ ਤੇ ਮੈਨੂੰ ਤਾਂ ਔਖਾ ਲੱਗਦਾ ਸੀ ਕਿ ਇੱਦਾਂ ਦੇ ਵੀ ਹੁੰਦੇ ਆ ਲੋਕ, ਔਰ ਇੱਕ ਬੰਦੇ ਕਰਕੇ ਪੂਰਾ ਪਰਿਵਾਰ ਜਿਹੜਾ ਉਹ ਸਫਰ ਕਰ ਰਿਹਾ। ਐਂਡ ਬੜੇ ਲੜਾਈ ਝਗੜੇ ਵੀ ਹੁੰਦੇ ਆ, ਆਈ ਐਮ ਸ਼ੋਰ ਰੀਅਲ ਲਾਈਫ ਦੇ ਵਿੱਚ ਤਾਂ ਓਬਵੀਅਸਲੀ ਹੋਣੇ ਹੀ ਆ ਕਿ ਤੂੰ ਛੱਡ ਦੇ। ਬੜੇ ਵਾਸਤੇ ਵੀ ਪਾਉਂਦੀ ਆ ਇਹ ਜਿਹੜਾ ਕੈਰੈਕਟਰ ਹੈ ਨਾ ਕੁੜੀ, ਕਿ ਤੈਨੂੰ ਬੱਚੇ ਦਾ ਵਾਸਤਾ, ਮੇਰਾ ਵਾਸਤਾ, ਚੱਲ ਮੇਰਾ ਛੱਡ, ਤੈਨੂੰ ਬੱਚੇ ਦਾ ਹੀ ਵਾਸਤਾ, ਮਾਂ ਦਾ ਤੇਰੀ ਦਾ ਵਾਸਤਾ। ਬਟ ਉਹ ਜਦੋਂ ਭੂਤ ਸਵਾਰ ਹੋਇਆ ਹੁੰਦਾ ਜਾਂ ਉਹ ਲੱਗੀ ਹੁੰਦੀ ਹੈ, ਤੁਹਾਨੂੰ ਐਡਿਕਸ਼ਨ ਹੋ ਜਾਂਦੀ ਹੈ ਤੇ ਤੁਹਾਡਾ ਵੀ ਜ਼ੋਰ ਨਹੀਂ ਚੱਲਦਾ, ਯੂ ਵਾਂਟ ਟੂ ਬਟ ਯੂ ਜਸਟ ਕਾਂਟ, ਹੈ ਨਾ। ਤੇ ਔਖਾ ਸੀਗਾ ਇਹ ਰੋਲ ਪਲੇ ਕਰਨਾ। ਬਾਕੀ ਪਰ ਉਹ ਜਿਹੜਾ ਕਿਰਦਾਰ ਇਹਨਾਂ ਦਾ ਉਹ ਜਿੰਨੀ ਕੁ ਸਪੋਰਟਿਵ ਰਹਿ ਸਕਦੀ ਹੈ ਰਹੀ ਉਹ ਇੱਕ ਹੱਦ ਤੱਕ ਸੀ, ਸਪੋਰਟਿਵ ਵੀ ਸੀ, ਉਹ ਚਾਹੁੰਦੀ ਵੀ ਸੀ ਕਿ ਜੇ ਮੈਂ ਹੈਲਪ ਕਰ ਸਕਾਂ, ਹੈ ਨਾ। ਉਹਨੇ ਲੜਾਈ ਲੜੀ ਜਿੱਥੇ ਤੱਕ ਲੜ ਸਕਦੀ ਸੀ, ਉਹਨੂੰ ਵਾਪਸ ਲਿਆਉਣ 'ਚ ਨਹੀਂ ਆਇਆ ਤਾਂ ਫਿਰ ਉਹਦੇ ਕੋਲ ਲਾਸਟ ਇੱਕੋ ਹੀ ਚੀਜ਼ ਰਹਿ ਜਾਂਦੀ ਹੈ ਕਿ ਸਟਰੋਂਗ ਵੀ ਸੀ, ਸਟਰੈਂਥ ਵੀ ਸੀ, ਫਿਰ ਵੀਕ ਵੀ ਹੋ ਜਾਂਦੀ ਸੀ ਐਂਡ ਵਨਰੇਬਲ ਸੀ ਰਾਦਰ ਦੈਨ ਵੀਕ, ਹੈ ਨਾ। ਤੇ ਬਟ ਉਹੀ ਗੱਲ ਆ ਕਿ ਇਹ ਬਹੁਤ ਬਹੁਤ ਟਫ ਆ। ਪਤਾ ਨਹੀਂ, ਸੱਚੀ ਸਲੂਟ ਆ ਉਹਨਾਂ ਲੇਡੀਜ਼ ਨੂੰ ਜਿਹੜੀਆਂ ਇੱਕ ਆਪਣੇ ਹਸਬੈਂਡ ਜਾਂ ਆਪਣੇ ਬॉयਫ੍ਰੈਂਡ ਦੀ ਗਲਤੀ ਕਰਕੇ, ਜਾਂ ਕਈਆਂ ਦੇ ਭਰਾ ਵੀ ਹੋਣਗੇ, ਯੂ ਨੈਵਰ ਨੋ। ਤੇ ਬਟ ਸਾਡਾ, ਮੈਂ ਆਪਣੇ ਆਪ ਨੂੰ ਬਲੈਸ ਸਮਝਦੀ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣੀ ਹਾਂ, ਕਿਉਂਕਿ ਮੈਂ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਜਿਹੜੇ ਡਰੱਗ ਐਡਿਕਟਸ ਹੈਗੇ ਨੇ, ਜਿਹੜੇ ਡਰੱਗੀਜ਼ ਨੇ, ਉਹਨਾਂ 'ਤੇ ਮਤਲਬ ਕੁਛ ਕਿਸੇ ਤਰ੍ਹਾਂ ਦਾ ਮੈਂ ਯੋਗਦਾਨ ਪਾ ਸਕਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਣ, ਕਿਉਂਕਿ ਬਹੁਤ ਹੀ ਅਨਮੁੱਲਾ ਜੀਵਨ ਰੱਬ ਨੇ ਸਾਨੂੰ ਦਿੱਤਾ ਜਿਹੜਾ ਤੁਸੀਂ ਇੱਦਾਂ ਹੀ ਗਵਾ ਦੇਣਾ। ਤੇ ਲੱਕੀਲੀ ਮੈਂ ਇਸ ਫਿਲਮ ਦਾ ਪਾਰਟ ਬਣੀ ਹੈ ਜਿਸ 'ਚੋਂ ਇਹ ਸੁਨੇਹਾ, ਇਹ ਮੈਸੇਜ ਦੇ ਰਹੇ ਹਾਂ। ਔਰ ਮੈਂ ਅੱਗੇ ਦੇਵ ਨਾਲ ਪਹਿਲੀਆਂ ਇੰਟਰਵਿਊਜ਼ 'ਚ ਵੀ ਗੱਲ ਕੀਤੀ ਆ ਕਿ ਅਗਰ ਇੱਕ ਵੀ ਲਾਈਫ ਨੂੰ ਆਪਾਂ ਬਚਾ ਸਕੇ ਜਾਂ ਟੱਚ ਕਰ ਲਿਆ ਜਾਂ ਇਸ ਰਸਤੇ 'ਤੇ ਕੋਈ ਤੁਰਨ ਬਾਰੇ ਸੋਚ ਰਿਹਾ ਤੇ ਉਹਨੂੰ ਆਪਾਂ ਰੋਕ ਲਿਆ, ਤੇ ਆਈ ਥਿੰਕ ਆਪਣਾ ਜਿਹੜਾ ਇਹ ਪ੍ਰੋਜੈਕਟ ਇਹ ਸਫਲ ਹੋਏਗਾ। ਇਹ ਇਸ ਮਾਧਿਅਮ ਰਾਹੀਂ, ਆਪਣੇ ਆਰਟ, ਆਪਣੇ ਕਰਾਫਟ ਰਾਹੀਂ ਅਗਰ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਜਿਹੜਾ ਇਸ ਚੀਜ਼ ਨੂੰ ਛੱਡ ਦੇ, ਔਰ ਕੀਤੀ ਵੀ ਹੈ ਮੇਰੇ ਖਿਆਲ ਇਹਨਾਂ ਨੇ ਡਾਕੂਆਂ ਦੇ ਮੁੰਡੇ 1 ਦੇ ਵਿੱਚ। ਹਾਂ, ਉਹ ਸੀਗਾ ਕਿ ਮੈਂ ਦੱਸੀ ਆ ਕਾਫੀ ਜਗ੍ਹਾ ਇੰਟਰਵਿਊ 'ਚੋਂ ਗੱਲ ਕਿ ਇੱਕ ਹਸਬੈਂਡ ਵਾਈਫ ਆਏ ਮੇਰੇ ਕੋਲ, ਲੱਕੀ ਦਾ ਵਾਲੀ ਲੈ ਕੇ ਆਏ ਬਲੈਕੀਆ ਦੇ ਸੈੱਟ 'ਤੇ। ਤਾਂ ਉਹਨਾਂ ਨੇ ਕਿਹਾ ਕਿ ਨਸ਼ੇ ਕਰਦਾ ਸੀ ਬੰਦਾ, ਬਿਲਕੁਲ ਹੀ ਸਾਨੂੰ ਲੱਗਦਾ ਸੀ ਸਾਨੂੰ ਮਾਰ ਦੂਗਾ ਜਾਣ ਤੋਂ। ਬਟ ਉਦੋਂ ਫਿਲਮ ਰਿਲੀਜ਼ ਹੋਈ ਸੀ ਡਾਕੂਆਂ ਦਾ ਮੁੰਡਾ, ਕਿਸੇ ਨੇ ਉਹਨਾਂ ਨੂੰ ਦੱਸਿਆ ਤੇ ਉਹ ਬਹਾਨੇ ਸਿਰ ਉਹਨੂੰ ਮਨਾ ਕੇ ਫਿਲਮ ਦਿਖਾਉਣ ਲੈ ਗਏ। ਫਿਲਮ ਦੇਖਣ ਤੋਂ ਬਾਅਦ ਬੰਦੇ ਨੇ ਘਰੇ ਆ ਕੇ ਫੈਸਲਾ ਕਰ ਲਿਆ ਮੈਂ ਨਸ਼ਾ ਨਹੀਂ ਕਰਨਾ, ਮੇਰਾ ਨਸ਼ਾ ਛੁਡਾ ਦੇ ਆਪਣੀ ਵਾਈਫ ਨੂੰ ਕਹਿੰਦਾ। ਤਾਂ ਫਿਰ ਉਹ ਰੀਹੈਬ ਗਿਆ। ਉਸ ਤੋਂ ਬਾਅਦ ਉਹਨੇ ਉਹ ਗਾਣਾ ਲਾਇਆ ਜ਼ਿੰਦਗੀ ਨੂੰ ਢਾਹ ਕੇ ਉੱਤੇ ਬਹਿ ਕੇ ਦੇਖਣਾ, ਆਪਣੇ ਹਰ ਟਾਈਮ ਉਹ ਗਾਣਾ ਉਹਦੇ ਕੰਨਾਂ 'ਚ ਵੱਜਦਾ ਰਹਿੰਦਾ ਸੀਗਾ। ਤੇ ਉਹ ਲਾ ਕੇ ਸੁਣ ਕੇ ਉਹ ਬੰਦੇ ਨੇ ਨਸ਼ਾ ਕੁਇਟ ਕੀਤਾ ਤੇ ਨਾਰਮਲ ਲਾਈਫ 'ਚ ਆ ਗਿਆ, ਮੇਨ ਸਟ੍ਰੀਮ 'ਚ। ਇੱਕ ਹੁਣ ਸਾਨੂੰ ਐਂ ਲੱਗਦਾ ਕਿ ਯਾਰ ਕੋਈ ਨਾ ਕੋਈ ਬੰਦਾ ਤਾਂ ਵਾਪਸ ਆਇਆ ਨਾ, ਇਹਦਾ ਮਤਲਬ ਸਾਡੇ ਜਿਹੜੀ ਅਸੀਂ ਮਿਹਨਤ ਕੀਤੀ ਸੀ ਉਹ 'ਚ ਅਸੀਂ ਸਫਲ ਹੋ ਗਏ, ਜੇ ਇੱਕ ਪਰਿਵਾਰ ਵੀ ਅਸੀਂ ਵਸਾ ਲਿਆ ਤਾਂ। ਇਹ ਚੀਜ਼ ਨਾ ਕਹਿਣੀ ਸੌਖੀ ਆ ਬਟ ਆਈ ਕੈਨ ਅੰਡਰਸਟੈਂਡ, ਕਰਨੀ ਬਹੁਤ ਔਖੀ। ਹੁਣ ਆਪਾਂ ਜਿੱਦਾਂ ਆਮ ਜਨਤਾ ਹੀ ਦੇਖ ਲਓ ਤੁਸੀਂ, ਆਪਾਂ ਸੋਸ਼ਲ ਮੀਡੀਆ ਨਾਲ ਜਾਂ ਫੋਨਸ ਦੇ ਨਾਲ ਇੰਨੀ ਐਡਿਕਸ਼ਨ ਹੋ ਗਈ ਹੋਈ ਆ ਕਿ ਲਾਗੇ ਕਈ ਵਾਰੀ ਬੰਦਾ ਬੈਠਾ ਹੋਏ ਤਾਂ ਆਪਾਂ ਆਪਣੇ ਫੋਨ 'ਚ ਖੁੱਬੇ ਹੋਈਦਾ ਕਿ ਹਿਊਮਨ ਇੰਟਰੈਕਸ਼ਨ ਦੀ ਕੋਈ ਵੈਲਿਊ ਹੀ ਨਹੀਂ ਰਹੇਗੀ। ਫੋਨ ਸੋ ਐਡਿਕਸ਼ਨ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਆ, ਬਹੁਤ ਮਾੜੀ ਆ। ਔਰ ਇਹ ਤਾਂ ਹੈ ਹੀ ਬਿਲਕੁਲ ਮਤਲਬ ਨੈਕਸਟ ਲੈਵਲ ਦੀ ਆ, ਚੋਂ ਨਿਕਲਣਾ ਬਾਹਰ ਬਹੁਤ ਔਖਾ ਆ। ਬਟ ਸਾਡਾ ਇੱਕ ਛੋਟਾ ਜਿਹਾ ਐਫਰਟ, ਆਈ ਹੋਪ ਕਿ ਕਿਸੇ ਦੀ ਲਾਈਫ ਨੂੰ ਇਹ ਟੱਚ ਕਰਕੇ ਤੇ ਸ਼ਾਇਦ ਕਿਸੇ ਦੀ ਲਾਈਫ ਬਚ ਜਾਵੇ। ਡੈਫੀਨੇਟਲੀ, ਔਰ ਇੱਦਾਂ ਹੋਣਾ ਚਾਹੀਦਾ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਪਹਿਲੀ ਫਿਲਮ 'ਚ ਵੀ ਇੱਦਾਂ ਬਹੁਤ ਫੀਡਬੈਕ ਤੁਹਾਨੂੰ ਮਿਲੇ ਨੇ ਕਿ ਲੋਕੀ ਮਤਲਬ ਹਟਣਾ ਚਾਹਿਆ। ਕੀ ਤੁਸੀਂ ਵੀ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਕਿ ਨਸ਼ੇ ਵਾਲੀ ਜ਼ਿੰਦਗੀ ਦਾ ਤਾਂ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਨਾ ਉਹ ਕਿੱਥੇ ਜਾ ਰਿਹਾ ਹੈ, ਉਹਦੀ ਦੁਨੀਆ ਹੀ ਵੱਖਰੀ ਬਣ ਜਾਂਦੀ ਹੈ। ਨਸ਼ਾ ਛੱਡਣ ਤੋਂ ਬਾਅਦ ਵਾਲੀ ਜ਼ਿੰਦਗੀ ਜ਼ਿਆਦਾ ਔਖੀ ਹੈ। ਬਿਲਕੁਲ ਔਖੀ ਹੈ, ਕਿਉਂਕਿ ਜਦੋਂ ਤੁਸੀਂ ਨਸ਼ਾ ਕੁਇਟ ਕਰਦੇ ਹੋ ਉਸ ਤੋਂ ਬਾਅਦ ਨਸ਼ਾ ਤੁਹਾਨੂੰ ਫੇਰ ਅਟਰੈਕਟ ਕਰਦਾ, ਆਪਣੇ ਵੱਲ ਖਿੱਚਦਾ ਹੈ ਨਾ। ਤਾਂ ਉਹ ਜ਼ਿੰਦਗੀ ਦੇ ਵਿੱਚ ਇੱਕ ਤਾਂ ਇਹ ਹੁੰਦਾ ਤੁਸੀਂ ਆਪਣੇ ਆਪ ਠੀਕ ਹੋ ਚੁੱਕੇ ਹੁੰਦੇ, ਬਟ ਲੋਕਾਂ ਦੀ ਨਜ਼ਰ 'ਚ ਨਹੀਂ ਤੁਸੀਂ ਠੀਕ ਹੋਏ ਹੁੰਦੇ। ਤਾਂ
ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਤੁਸੀਂ ਉਹੀ ਨਸ਼ਾੜੀ ਹੁੰਦੇ ਹੋ। ਤਾਂ ਇਹ ਸਾਡੇ ਸਮਾਜ ਦਾ ਵੀ ਫਰਜ਼ ਬਣਦਾ ਕਿ ਜੇ ਕੋਈ ਬੰਦਾ ਵਾਪਸ ਆਇਆ ਤਾਂ ਸਾਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਤਾਂ ਸਾਨੂੰ ਉਹਨੂੰ ਇੱਕ ਆਪਣਾ ਰੋਲ ਮਾਡਲ ਦੇ ਤੌਰ ਤੇ ਯਾਰ ਬੰਦਾ ਜ਼ਿੰਦਗੀ ਚੋਂ ਨਿਕਲ ਕੇ ਉਹਦੀ ਐਗਜ਼ਾਮਪਲ ਦੇਣੀ ਚਾਹੀਦੀ ਹੈ ਨਾ, ਕਿ ਬੰਦਾ ਦੇਖੋ ਕਿਵੇਂ ਵਾਪਸੀ ਕੀਤੀ ਹੈ ਬੰਦੇ ਨੇ। ਸੋ ਸਾਡੇ ਲੋਕਾਂ ਨੂੰ ਚਾਹੀਦਾ ਕਿ ਕਦੇ ਵੀ ਉਹ 'ਤੇ ਕੋਈ ਤਾਨਾ ਮਿਹਣਾ ਨਾ ਮਾਰਨ, ਕੁਛ ਨਾ, ਬਲਕਿ ਉਹਨੂੰ ਹੱਲਾਸ਼ੇਰੀ ਸ਼ਾਬਾਸ਼ੀ ਦੇਣ, ਤਾਂ ਕਿ ਉਹ ਬੰਦੇ ਦੇ ਹੌਸਲੇ ਬੁਲੰਦ ਹੋਣ ਵੀ ਜੇ ਮੇਰੀ ਲੋਕ ਪ੍ਰੇਜ਼ ਕਰ ਰਹੇ ਨੇ ਤਾਂ ਇਟ ਮੀਨਸ ਮੈਂ ਕੁਛ ਨਾ ਕੁਛ ਸਹੀ ਕੀਤਾ। ਮੇਰੇ ਗਵਾਂਢ 'ਚ ਇੱਕ ਮੁੰਡਾ, ਬਿਲਕੁਲ ਸਾਡਾ ਗਵਾਂਢੀ, ਉਹਨੇ ਬਹੁਤ ਨਸ਼ਾ ਕੀਤਾ, ਬਹੁਤ ਚਿੱਟਾ ਚੁੱਟਾ ਪੀਣ ਲੱਗ ਗਿਆ। ਤੇ ਉਹ ਪੀਣ ਤੋਂ ਬਾਅਦ ਇੱਕ ਦਿਨ ਭੱਜਿਆ ਘਰੇ ਆ ਗਿਆ ਮੇਰੇ ਕੋਲ, ਕਹਿੰਦਾ ਮੇਰਾ ਦਿਲ ਘਟ ਰਿਹਾ ਜਾਂ ਇਹ ਉਹ ਕੁਛ ਹੋ ਰਿਹਾ। ਤੇ ਉਹਨੂੰ ਫਟਾਫਟ ਹਸਪੀਟਲ ਲੈ ਕੇ ਗਏ। ਹਸਪੀਟਲ ਲੈ ਗਏ ਤਾਂ ਉਹਦਾ ਬੀਪੀ ਬਿਲਕੁਲ ਲੋ ਸੀਗਾ। ਉਹਨੂੰ ਇੱਕ ਵਾਰ ਤਾਂ ਕਹਿੰਦਾ ਮੈਨੂੰ ਐਂ ਲੱਗਿਆ ਸੀ ਮੈਂ ਰਸਤੇ 'ਚ ਖਤਮ ਹੋ ਗਿਆ। ਤੇ ਉਸ ਤੋਂ ਬਾਅਦ ਉਹਨੇ ਨਸ਼ਾ, ਮੈਂ ਕਿਹਾ ਨਸ਼ਾ ਛੱਡ ਦੇ, ਨਹੀਂ ਤੂੰ ਮਰ ਜਾਏਗਾ, ਖਤਮ ਹੋ ਜਾਏਗਾ। ਦੇਖ ਲੈ ਪਰਮਾਤਮਾ ਨੇ ਤੈਨੂੰ ਇੱਕ ਮੌਕਾ ਦਿੱਤਾ ਜਿਉਣ ਦਾ। ਤੇ ਉਹ ਕਹਿੰਦਾ ਵੀਰੇ ਮੈਂ ਠੀਕ ਹਾਂ, ਮੈਂ ਅੱਜ ਤੋਂ ਬਾਅਦ ਨਸ਼ੇ ਨਹੀਂ ਕਰਦਾ। ਤੇ ਉਹਨੇ ਨਸ਼ਾ ਮੁੰਡੇ ਨੇ ਛੱਡਿਆ। ਤਾਂ ਹੁਣ ਉਹ ਮੈਨੂੰ ਦੱਸਦਾ, ਕਹਿੰਦਾ ਵੀਰੇ ਨਸ਼ਾ ਛੱਡਣ ਤੋਂ ਬਾਅਦ ਮੈਨੂੰ ਹੁਣ ਪਤਾ ਲੱਗਦਾ ਕਿ ਮੇਰੇ ਸਰੀਰ 'ਚ ਕੀ ਹੋ ਰਿਹਾ। ਮੈਂ ਵੀਕ ਹੋ ਚੁੱਕਾ, ਮੇਰੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਚੁੱਕੀਆਂ ਨੇ, ਤੇ ਮੈਂ ਉਹ ਪਹਿਲਾਂ ਵਾਲਾ ਨਹੀਂ ਰਿਹਾ ਜੋ ਮੈਂ ਸੀਗਾ। ਤਾਂ ਮੈਂ ਉਹਨੂੰ ਫਿਰ ਆਪਣੇ ਨਾਲ ਰਨਿੰਗ 'ਤੇ ਲਿਜਾਣ ਲੱਗ ਗਿਆ। ਮੈਂ ਕਿਹਾ ਥੋੜ੍ਹਾ ਜਿਹਾ ਤੂੰ ਆਪਣੇ ਆਪ ਨੂੰ ਸਟਰੋਂਗ ਕਰ। ਤਾਂ ਰਨਿੰਗ 'ਤੇ ਜਾਣ ਲੱਗ ਗਿਆ ਤੇ ਉਹਨੂੰ ਇੱਧਰਲੇ ਪਾਸੇ ਲੈ ਕੇ ਆਇਆ। ਮੈਂ ਉਹਨੂੰ ਫਿਰ ਸਮਝਾਇਆ ਕਿ ਨਸ਼ਾ ਤੈਨੂੰ ਦੁਬਾਰਾ ਖਿੱਚੂ, ਜਿਹੜਾ ਤੇਰਾ ਸਰਕਲ ਆ ਉਹ ਦੁਬਾਰਾ ਤੈਨੂੰ ਕਹੂਗਾ, ਆਵਾਜ਼ ਮਾਰੂਗਾ ਕਿ ਆ ਜਾ। ਇਹਨਾਂ ਚੀਜ਼ਾਂ ਤੋਂ ਮੈਂ ਕਿਹਾ ਦੂਰ ਰਹੀ ਜ਼ਿੰਦਗੀ ਦੇ ਵਿੱਚ। ਆਪਾਂ ਜਿੰਨਾ ਕਰ ਸਕਦੇ ਉਹਨਾਂ ਸਾਨੂੰ ਕਰਨਾ ਚਾਹੀਦਾ। ਸ਼ਾਇਦ ਇੱਕ ਪੁਆਇੰਟ ਆਉਂਦਾ, ਤੁਸੀਂ ਨਸ਼ਾ ਛੱਡਣਾ ਚਾਹੁੰਦੇ ਪਰ ਨਸ਼ਾ ਨਹੀਂ ਤੁਹਾਨੂੰ ਛੱਡਦਾ। ਹਾਂ, ਨਸ਼ਾ ਨਹੀਂ ਤੁਹਾਨੂੰ ਛੱਡਦਾ। ਰਾਈਟ। ਤਾਂ ਉਹ ਚੀਜ਼ ਨਾਲ ਫਾਈਟ ਕਰਨਾ, ਉਹ ਚੀਜ਼ ਨਾਲ ਤੁਹਾਡੀ ਫਿਰ ਬੈਟਲ ਹੋ ਜਾਂਦੀ ਹੈ ਕਿ ਕਿੱਦਾਂ ਮੈਂ, ਯੂ ਹੈਵ ਟੂ ਬੀ ਵੈਰੀ ਸਟਰੋਂਗ ਆਈ ਥਿੰਕ ਇਸ ਚੀਜ਼ ਚੋਂ ਨਿਕਲਣ ਲਈ। ਬਹੁਤ ਤੁਹਾਡਾ ਨਹੀਂ, ਤੁਹਾਨੂੰ ਵਿਲ ਪਾਵਰ ਵੀ ਚਾਹੀਦੀ ਹੈ, ਤੁਹਾਨੂੰ ਲੋਕਾਂ ਦਾ ਸਾਥ ਵੀ ਚਾਹੀਦਾ, ਸਪੋਰਟਿਵ। ਤੁਹਾਡੀ ਫੈਮਿਲੀ ਤੇ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਸਮਾਜ ਹੈ ਨਾ ਸਾਡਾ, ਉਹ ਸਭ ਤੋਂ ਵੱਡਾ ਰੋਲ ਉਹ ਪਲੇ ਕਰਦਾ ਕਿਸੇ ਬੰਦੇ ਨੂੰ ਵਿਗਾੜਨ ਦੇ ਵਿੱਚ, ਕਿਸੇ ਬੰਦੇ ਨੂੰ ਸੁਧਾਰਨ ਦੇ ਵਿੱਚ। ਤੁਹਾਡਾ ਦਾਇਰਾ ਕਿੱਦਾਂ ਦਾ, ਲੋਕ ਆਲੇ ਦੁਆਲੇ ਦੇ ਕਿੱਦਾਂ ਦੇ ਨੇ, ਹੈ ਨਾ। ਸੋ ਕਹਿੰਦੇ ਨੇ ਕਿ ਕਿਸੇ ਦਾ ਧੀ ਪੁੱਤ ਕਦੇ ਨਸ਼ੇ ਤੇ ਨਹੀਂ ਲਾਉਣਾ ਚਾਹੀਦਾ। ਲੋਕ ਕਈ ਵਾਰ ਖੁਸ਼ ਹੁੰਦੇ ਨੇ ਕਿ ਨਸ਼ੇ 'ਚ ਰਵੇ ਜਾਂ ਬੇੜਾ ਗਰਕ ਹੋਵੇ, ਲਾ ਵੀ ਦਿੰਦੇ ਆ। ਸੋ ਇਦਾਂ ਨਹੀਂ ਕਰਨਾ ਚਾਹੀਦਾ, ਹੈ ਨਾ। ਕਿਸੇ ਦਾ ਬੱਚਾ ਖਰਾਬ ਨਹੀਂ ਕਰਨਾ ਚਾਹੀਦਾ। ਆਈ ਥਿੰਕ ਤੁਸੀਂ ਤਾਂ ਕਿਰਦਾਰ ਨਿਭਾਇਆ, ਤੁਸੀਂ ਕਲਾਕਾਰ ਹੋ ਦੇਵ ਜੀ। ਇੱਦਾਂ ਦੀਆਂ ਫਿਲਮਾਂ ਤੇ ਇੱਦਾਂ ਦੇ ਕਿਰਦਾਰ ਇੱਕ ਕਲਾਕਾਰ ਦੀ ਜ਼ਿੰਦਗੀ 'ਤੇ ਕਿੰਨਾ ਕੁ ਪ੍ਰਭਾਵ ਪਾਉਂਦੇ ਆ? ਕਿਉਂਕਿ ਜਦੋਂ ਗਾਂਧੀ ਦੀ ਗੱਲ ਹੋਈ ਸੀ ਤੇ ਤੁਹਾਨੂੰ ਵੀ ਬਹੁਤ ਹੱਦ ਤੱਕ ਦੇ ਨਾਲ ਥ੍ਰੈਟਸ ਦੀ ਗੱਲ ਕਰ ਲਓ ਜਾਂ ਕਿਸੇ ਵੀ, ਹੈ ਨਾ। ਤੁਸੀਂ ਤਾਂ ਕਲਾਕਾਰ ਹੋ। ਮਾਨਸਿਕਤਾ ਕਿੱਥੇ ਬੈਠੀ ਹੋਈ ਹੈ? ਜਿੱਦਾਂ ਕਿ ਹੁਣੇ ਮਾਨਸਿਕਤਾ ਦੀ ਗੱਲ ਹੋ ਰਹੀ ਹੈ ਕਿ ਲੋਕਾਂ ਦੀ ਸਪੋਰਟ ਹੀ ਨਹੀਂ ਮਿਲ ਪਾਉਂਦੀ, ਬੇਸਿਕਲੀ ਐਕਸੈਪਟੈਂਸ ਹੀ ਨਹੀਂ ਮਿਲ ਪਾਉਂਦੀ, ਹੈ ਨਾ। ਉੱਦਾਂ ਹੀ ਨਸ਼ੇ ਪਰੋਸਦੀਆਂ ਨੇ ਫਿਲਮਾਂ, ਗੈਂਗਸਟਰਸ ਨੂੰ ਦਿਖਾਉਂਦੀਆਂ ਨੇ, ਹਥਿਆਰਾਂ ਨੂੰ ਪ੍ਰਮੋਟ ਕਰਦੀਆਂ। ਪਰ ਇੱਕ ਕਲਾਕਾਰ ਜੇ ਇੰਨੇ ਵੱਡੇ ਪੱਧਰ 'ਤੇ ਫਿਲਮ ਲੈ ਕੇ ਆਇਆ, ਦੈਟ ਮੀਨਸ ਕੋਈ ਥੋਟਫੁਲ ਮੈਸੇਜ ਦੇਣਾ ਚਾਹੁੰਦਾ ਹੈ, ਉੱਥੋਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਉਹ ਫਿਲਮ ਦੇਖਣ ਤੋਂ ਬਾਅਦ ਤੁਸੀਂ ਪਹੁੰਚ ਪਾਓਗੇ। ਕਲਾਕਾਰ ਦੇ ਲਈ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਤੁਸੀਂ ਤੁਹਾਡੇ ਕੋਲ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਹੈ ਆਪਣੀ ਗੱਲ ਕਹਿਣ ਦੀ। ਤੁਸੀਂ ਨਹੀਂ ਕਹਿ ਸਕਦੇ। ਤੁਸੀਂ, ਮੈਂ ਪੋਸਟਰ ਪਾਇਆ ਸੀ ਸਿਗਰਟ ਵਾਲਾ ਪਿੱਛੇ ਜੇ, ਆ ਥੋੜੇ ਦਿਨ ਪਹਿਲਾਂ ਹੀ, ਉਹਦੇ ਉੱਤੇ ਹੀ ਬੜੇ 2-4 ਬੰਦਿਆਂ ਨੇ ਬੜੇ ਗੰਦੇ ਕਮੈਂਟ ਕੀਤੇ, ਹੈ ਨਾ। ਤਾਂ ਉਹ ਇੱਕ ਸਿੱਖ ਸਰਦਾਰ ਬੰਦਾ ਸੀ, ਬੜੀ ਗੰਦੀ ਸ਼ਬਦਾਵਲੀ ਯੂਜ਼ ਕਰ ਰਿਹਾ ਸੀ। ਪਹਿਲੀ ਗੱਲ ਤਾਂ ਤੁਸੀਂ ਕੀ ਪ੍ਰਭਾਵ ਲੋਕਾਂ 'ਚ, ਤੁਹਾਡਾ ਇੰਪਰੈਸ਼ਨ ਕੀ ਪਊਗਾ, ਹੈ ਨਾ। ਜੇ ਮੈਂ ਉਸ ਬੰਦੇ ਤੋਂ ਪੁੱਛਾਂ ਵੀ ਤੇਰੀ ਇਹ ਸ਼ਬਦਾਵਲੀ ਸੁਣ ਕੇ ਹੁਣ ਬੱਚਿਆਂ 'ਤੇ ਕੀ ਪ੍ਰਭਾਵ ਪਊਗਾ, ਉਹ ਮੇਰੇ ਸਿਗਰਟ ਵਾਲੇ ਪੋਸਟਰ ਨਾਲੋਂ ਵੀ ਮਾੜੀ ਗੱਲ ਹੈ ਨਾ। ਤਾਂ ਮੇਰਾ ਪੋਸਟਰ ਇਸ ਕਰਕੇ ਸੀਗਾ ਕਿਉਂਕਿ ਮੇਰੀ ਫਿਲਮ ਦਾ ਕਿਰਦਾਰ ਇੱਦਾਂ ਦਾ, ਤਾਂ ਉਹਨੂੰ ਮੈਂ ਮਾੜਾ ਫੜਾ ਨਹੀਂ ਦਿਖਾ ਸਕਦਾ। ਔਰ ਦੂਜੀ ਗੱਲ, ਜੇ ਕੋਈ ਬੰਦਾ ਨਸ਼ੇ ਕਰਦਾ ਤਾਂ ਉਹਨੂੰ ਉਹਦੇ ਕੰਮ ਦੀ ਚੀਜ਼, ਮਤਲਬ ਦੀ ਚੀਜ਼ ਦਿਖਾ ਕੇ ਤੁਸੀਂ ਸਿਨੇਮਾ 'ਚ ਲਿਆ ਸਕਦੇ ਹੋ। ਹਾਂ, ਜੇ ਮੇਰੀ ਫਿਲਮ ਤੁਹਾਨੂੰ ਗਲਤ ਮੈਸੇਜ ਕਨਵੇ ਕਰ ਰਹੀ ਹੈ, ਜੇ ਮੇਰੀ ਫਿਲਮ ਦੇਖ ਕੇ ਮੁੰਡੇ ਗਲਤ ਰਾਹ 'ਤੇ ਜਾ ਰਹੇ ਨੇ, ਫਿਰ ਮੈਂ ਜੁੱਤੀਆਂ ਖਾਣ ਦਾ, ਗਾਲਾਂ ਖਾਣ ਦਾ ਹੱਕਦਾਰ ਹੈਗਾ, ਹੈ ਨਾ। ਜੇ ਮੈਂ ਕੋਈ ਗਲਤ ਚੀਜ਼ ਨੂੰ ਪ੍ਰਮੋਟ ਕਰ ਰਿਹਾ, ਮੈਂ ਤਾਂ ਇੱਕ ਚੰਗੀ ਫਿਲਮ, ਸਮਾਜ ਨੂੰ ਸੇਧ ਦੇਣ ਵਾਲੀ ਫਿਲਮ ਲੈ ਕੇ ਆ ਰਿਹਾ। ਉਹਦੇ ਥੱਲੇ ਕਮੈਂਟ ਉਹ ਗੈਂਗਸਟਰਾਂ ਨੂੰ ਪ੍ਰਮੋਟ ਕਰੀ ਜਾਂਦੇ ਨੇ, ਉਹ ਨਸ਼ਿਆਂ ਨੂੰ ਪ੍ਰਮੋਟ ਕਰੀ ਜਾਂਦੇ। ਹੁਣ ਜੋ ਬੰਦੇ ਦੀ ਜੀਵਨੀ ਹੈਗੀ ਹੈ ਉਹ ਮੈਂ ਪਰਦੇ ਤੇ ਲੈ ਕੇ ਆ ਰਿਹਾ। ਫਿਲਮਾਂ ਕਿੱਥੋਂ ਬਣਦੀਆਂ ਨੇ? ਫਿਲਮਾਂ ਸਮਾਜ 'ਚ ਹੀ ਬਣਦੀਆਂ ਨੇ। ਜੇ ਇਹਨਾਂ ਲੋਕਾਂ ਤੋਂ ਪੁੱਛਣ ਵਾਲਾ ਹੋਵੇ ਕੋਈ ਬੰਦਾ, ਜੇ ਮੈਂ ਗਾਂਧੀ ਫਿਲਮ ਬਣਾਈ ਹੈ ਤਾਂ ਗਾਂਧੀ ਸੀਗਾ ਤਾਂ ਬਣੀ ਨਾ, ਮੇਰੀ ਫਿਲਮ ਕਰਕੇ ਗਾਂਧੀ ਨਹੀਂ ਬਣਿਆ ਨਾ। ਤਾਂ ਮੈਂ ਉਹਦੇ ਵਿੱਚ ਇੱਕ ਦਿਖਾਇਆ ਕਿ ਇਹਨਾਂ ਰਸਤਿਆਂ 'ਤੇ ਚੱਲਣ ਦਾ ਆਹ ਅੰਜਾਮ ਹੁੰਦਾ ਹੈ ਯਾਰ, ਤੁਸੀਂ ਇਹਨਾਂ ਰਸਤਿਆਂ 'ਤੇ ਨਾ ਚੱਲੋ। ਜੇ ਮੈਂ ਇਦਾਂ ਦੇ ਕਿਰਦਾਰ 'ਚ, ਸਭ ਤੋਂ ਪਹਿਲਾਂ ਐਜ਼ ਐਨ ਐਕਟਰ ਮੈਨੂੰ ਲੋਕ ਦੇਖਣਾ ਚਾਹੁੰਦੇ ਨੇ, ਤਾਂ ਮੈਂ ਇਦਾਂ ਦੇ ਕਿਰਦਾਰ ਕਿਉਂ ਨਾ ਕਰਾਂ। ਹਰ ਬੰਦੇ ਦਾ ਆਪਣਾ ਆਜ਼ਾਦੀ ਹੈ ਤੁਹਾਡੇ ਕੋਲ ਸੰਪੂਰਨ ਤੌਰ 'ਤੇ। ਬਟ ਜੇ ਮੇਰੀ ਫਿਲਮ ਤੁਹਾਨੂੰ ਕੋਈ ਗਲਤ ਮੈਸੇਜ ਦਿੰਦੀ ਹੈ, ਗਲਤ ਸੁਨੇਹਾ ਦਿੰਦੀ ਹੈ, ਫਿਰ ਤੁਸੀਂ ਮੈਨੂੰ ਬੋਲਣ ਦੇ ਹੱਕਦਾਰ ਹੋ, ਅਦਰਵਾਈਜ਼ ਨਹੀਂ ਹੋ। ਬਿਲਕੁਲ, ਮੈਂ ਐਗਰੀ ਕਰਦੀ ਹਾਂ ਇਸ ਗੱਲ ਦੇ ਨਾਲ। ਸੇਮ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ, ਕਲਾਕਾਰ ਦੇ ਤੌਰ 'ਤੇ ਕਿੰਨਾ ਕੁ ਇਸ ਚੀਜ਼ ਦਾ ਸਟ੍ਰੈਸ ਜਿਹੜਾ ਉਹ ਲੈਣਾ ਪੈਂਦਾ? ਇਹ ਫਿਲਮ ਕਿਉਂ ਕੀਤੀ, ਇਸ ਅਦਾਕਾਰ ਨਾਲ ਕਿਉਂ ਕੀਤੀ, ਇਸ ਕਨਸੈਪਟ 'ਤੇ ਕਿਉਂ ਕੀਤੀ, ਔਰ ਨਹੀਂ ਇਹ ਤਾਂ ਚੱਲਣੀ ਨਹੀਂ, ਆ ਇਹ ਤਾਂ ਤੇਰੀ ਇਮੇਜ ਡਾਊਨ ਕਰ ਦੇਗੀ, ਤੈਨੂੰ ਅੱਗੇ ਕੰਮ ਨਹੀਂ ਮਿਲੇਗਾ। ਇਹ ਚੀਜ਼ਾਂ ਤੁਸੀਂ ਕਿੰਨੀਆਂ ਕੁ ਫੇਸ ਕਰਦੇ ਹੋ ਐਂਡ ਤੁਸੀਂ ਕਿਸ ਤਰ੍ਹਾਂ ਇਸ ਨੂੰ ਹੁਣ ਲੈਣਾ ਸ਼ੁਰੂ ਕਰਤਾ? ਕਿਉਂਕਿ ਹੁਣ ਤਾਂ ਹੌਲੀ ਹੌਲੀ ਸਿਖਾਤਾ ਵਕਤ ਨੇ। ਸਹੀ ਗੱਲ ਆ, ਸਿਖਾਤਾ ਨਹੀਂ, ਬਹੁਤ ਕੁਝ ਸੁਣਨ ਨੂੰ ਮਿਲਦਾ, ਬਹੁਤ ਕੁਝ ਐਕਸਪੀਰੀਅੰਸ ਤੁਹਾਨੂੰ ਬਹੁਤ ਕੁਝ ਸਿਖਾ ਦਿੰਦਾ ਆ। ਔਰ
ਨੋ ਡਾਊਟ ਇੱਦਾਂ ਦੇ ਕੁਐਸਚਨਸ ਆਉਂਦੇ ਆ, ਤੁਸੀਂ ਇਹ ਕਿਉਂ ਫਿਲਮ ਕਿਉਂ ਸਾਈਨ ਕਰ ਲਈ, ਜਾਂ ਇਹ ਕਿਉਂ ਚੂਜ਼ ਕੀਤਾ, ਜਾਂ ਇੱਦਾਂ ਦੀਆਂ ਚੀਜ਼ਾਂ ਕਿਉਂ ਪ੍ਰਮੋਟ ਕਰ ਰਹੇ ਹੋ ਤੁਸੀਂ। ਬਟ ਉਹੀ ਗੱਲ ਆ ਨਾ, ਲੋਕੀ ਤਹਿ ਤੱਕ ਨਹੀਂ ਜਾਂਦੇ। ਦ ਥਿੰਗ ਇਜ਼, ਜਿੱਦਾਂ ਹੁਣ ਇਹਨਾਂ ਦੀ ਐਗਜ਼ਾਮਪਲ ਹੀ ਲੈ ਲਓ, ਜਿਹੜਾ ਸਿਗਰਟ ਵਾਲਾ ਡਾਕੂ ਦਾ ਮੁੰਡਾ ਦਾ ਪੋਸਟਰ 2 ਦਾ ਕੀਤਾ, ਉਹਨਾਂ ਨੇ ਹੀ ਵਾਜ਼ ਵੈਰੀ ਕੁਇਕ ਟੂ ਜੱਜ। ਇਹ ਤਾਂ ਦੇਖਿਆ ਨਹੀਂ ਫਿਲਮ 'ਚ ਕੀ ਆ, ਅਸੀਂ ਫਿਲਮ ਲੈ ਕੇ ਆ ਰਹੇ ਸੀ, ਕੱਲਾ ਪੋਸਟਰ ਤੇ ਨਹੀਂ ਛੱਡਿਆ ਨਾ। ਵੀ ਆਰ ਨਾਟ ਓਨਲੀ ਪਿਕਚਰ ਤੇ ਨਹੀਂ ਪਾਈ ਨਾ ਕਿ ਵੀ ਆਰ ਪ੍ਰਮੋਟਿੰਗ ਕਿ ਸਮੋਕਿੰਗ ਵਰਲਡ ਵਟਐਵਰ। ਤੇ ਉਹਨਾਂ ਨੂੰ ਪਹਿਲਾਂ ਫਿਲਮ ਦੇਖਣੀ ਚਾਹੀਦੀ ਸੀ। ਅਗਰ ਫਿਲਮ 'ਚ ਕੋਈ ਗਲਤੀ ਹੁੰਦੀ ਹੈ, ਅਸੀਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹੁੰਦੇ, ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹੁੰਦੇ, ਦੈਨ ਜ਼ਰੂਰ ਅਸੀਂ ਇਸ ਚੀਜ਼ ਨੂੰ ਅਸੈਪਟ ਕਰਾਂਗੇ ਕਿ ਹਾਂ ਅਸੀਂ ਕੁਝ ਗਲਤ ਕੀਤਾ ਆ, ਕਿਉਂਕਿ ਸਾਡੀ ਉਹ ਨੀਅਤ ਹੈ ਹੀ ਨਹੀਂ। ਅਸੀਂ ਤਾਂ ਸਹੀ ਰਸਤੇ 'ਤੇ ਲੋਕਾਂ ਨੂੰ ਤੋਰਨ ਲਈ ਇਹ ਜਿਹੜਾ ਸਬਜੈਕਟ ਆ ਉਹ ਚੂਜ਼ ਹੋਇਆ, ਅਤੇ ਉਹਦੇ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਸੋ ਇਹ ਚੀਜ਼ ਦਾ ਪ੍ਰੈਸ਼ਰ ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਇਹ ਰਹਿੰਦਾ ਹੀ ਹੈ, ਇਹ ਹੁੰਦਾ ਹੀ ਆ। ਟਾਈਮ ਨਾਲ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਡੀਲ ਕਰਨਾ ਆ ਜਾਂਦਾ, ਬਿਕੋਜ਼ ਇਟਸ ਯੋਰ ਲਾਈਫ, ਯੂ ਵਿਲ ਡਿਸਾਈਡ ਕਿ ਮੈਂ ਇਹ ਕਰਨਾ ਹੈ ਨਹੀਂ ਕਰਨਾ, ਇਹਦਾ ਪਾਰਟ ਬਣਨਾ ਨਹੀਂ ਬਣਨਾ। ਹਰ ਬੰਦੇ ਦਾ ਆਪਣੇ ਐਥਿਕਸ ਹੁੰਦੇ ਆ, ਆਪਣੀਆਂ ਵੈਲਿਊਜ਼ ਹੁੰਦੇ ਆ, ਉਹਦੇ ਅਕੋਰਡਿੰਗਲੀ ਉਹ ਕੰਮ ਕਰਦਾ ਹੈ, ਠੀਕ ਹੈ ਨਾ। ਹੁਣ ਮੇਰੇ ਐਥਿਕਸ, ਮੇਰੇ ਵੈਲਿਊਜ਼ ਇਹ ਕਹਿੰਦੇ ਕਿ ਮੈਂ ਆਈ ਵੁੱਡ ਲਵ ਟੂ ਬੀ ਪਾਰਟ ਆਫ ਅ ਫਿਲਮ ਜਿਹਦੇ ਵਿੱਚ ਇਹ ਸੁਨੇਹਾ ਦੇਣ, ਅਤੇ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਨੇ, ਇਨਫੈਕਟ ਕੁੜੀਆਂ ਵੀ ਕਈ ਹੈਗੀਆਂ ਨੇ, ਨਸ਼ਿਆਂ ਵੱਲ ਨਾ ਜਾਣ, ਇੱਕ ਅਨਮੁੱਲਾ ਜੀਵਨ ਮਿਲਿਆ, ਉਹਦੀ ਇਹਨਾਂ ਨੂੰ ਸਹੀ ਪਹਿਚਾਣ ਹੋਵੇ ਕਿ ਇਹ ਜੀਵਨ ਬਾਰ-ਬਾਰ ਨਹੀਂ ਆਉਣਾ। ਆਪਣਾ ਤਾਂ ਤੁਸੀਂ ਬੇੜਾ ਗਰਕ ਕਰ ਰਹੇ ਹੋ, ਆਪਣੇ ਪਰਿਵਾਰ ਦਾ ਵੀ ਕਰ ਰਹੇ ਹੋ। ਸੋ ਆਪਣੀ ਲਾਈਫ ਦੇ ਡਿਸੀਜਨ ਸਾਨੂੰ ਖੁਦ ਲੈਣੇ ਚਾਹੀਦੇ ਕਿ ਕੀ ਪ੍ਰੋਜੈਕਟ ਕਰਨੇ, ਕੀ ਨਹੀਂ ਕਰਨੇ। ਕਿਸੇ ਨੇ ਘਰ ਆ ਕੇ ਪਲੇਟ 'ਚ ਪਾ ਕੇ ਤੁਹਾਨੂੰ ਨਾ ਤਾਂ ਕੁਛ ਦੇਣਾ ਆ, ਅਤੇ ਨਾ ਹੀ ਤੁਹਾਨੂੰ ਖਵਾਉਣਾ ਆ। ਮਾੜੇ ਹਾਲਾਤਾਂ ਦੇ ਵਿੱਚ ਨਾ ਤਾਂ ਕਿਸੇ ਨੇ ਆ ਕੇ ਤੁਹਾਡਾ ਹਾਲ ਪੁੱਛਣਾ, ਨਾ ਖੜੇ ਹੋਣਾ। ਜੇ ਤੁਹਾਡਾ ਇਹ ਸਾਡਾ ਕੰਮ ਆ, ਵੀ ਆਰ ਦ ਓਨਰ, ਵੀ ਆਰ ਦ ਪੀਪਲ ਜਿਨ੍ਹਾਂ ਨੇ ਚੂਜ਼ ਕਰਨਾ ਹੈ ਕਿ ਅਸੀਂ ਇਹ ਕੰਮ ਕਰਨਾ ਕਿ ਨਹੀਂ ਕਰਨਾ। ਤੁਸੀਂ ਕੋਈ ਨਹੀਂ ਹੁੰਦੇ ਸਾਨੂੰ ਕਹਿਣ ਵਾਲੇ, ਜਾਂ ਤਾਂ ਆ ਕੇ ਸਾਡਾ ਹੱਥ ਫੜੋ ਨਾ ਮਾੜੇ ਟਾਈਮ ਦੇ ਵਿੱਚ। ਹਾਂ, ਬਸ ਉੱਥੇ ਬੈਠੇ ਆਪਾਂ ਗੱਲਾਂ ਕਰੀ ਜਾਂਦੇ ਹਾਂ, ਕਮੈਂਟ ਕਰੀ ਜਾਂਦੇ ਹਾਂ, ਯੂ ਨੋ ਵਾਟ ਆਈ ਮੀਨ। ਔਰ ਇਹਨਾਂ ਦੀਆਂ ਫੇਸਬੁੱਕ ਤੇ ਜਿੰਨੀਆਂ ਵੀ ਆਈਡੀਜ਼ ਬਣੀਆਂ ਹੁੰਦੀਆਂ ਨੇ, ਸੱਚੀ ਉਹਨਾਂ ਦੇ ਫੋਟੋਆਂ ਵੀ ਨਹੀਂ ਇਹਨਾਂ ਦੀਆਂ ਲੱਗੀਆਂ ਹੁੰਦੀਆਂ, ਜਾਲੀ ਹੁੰਦੀਆਂ ਨੇ। 5-7 ਫਾਲੋਅਰ ਬਣਾਏ ਹੁੰਦੇ ਆ, ਇਹਨਾਂ ਨੇ ਫਰਸਟ੍ਰੇਸ਼ਨ ਕੱਢਣੀ ਹੁੰਦੀ ਹੈ। ਇੱਕ ਸੋਸ਼ਲ ਮੀਡੀਆ ਪਲੇਟਫਾਰਮ ਮਿਲਿਆ ਬਸ ਆਪਣੀ ਫਰਸਟ੍ਰੇਸ਼ਨ ਕੱਢਣ। ਹੁਣ ਮੈਂ ਇੱਕ ਗੱਲ ਕਹਿਣਾ ਕਿ ਯਾਰ, ਜੇ ਸਾਡੇ ਉਸ ਪੋਸਟਰ ਕਰਕੇ ਤੁਹਾਡੇ ਬੱਚਿਆਂ 'ਤੇ ਅਸਰ ਪੈਂਦਾ, ਫਿਰ ਤੁਹਾਡੀ ਪਰਵਰਿਸ਼ 'ਚ ਕਮੀ ਹੈ, ਹੈ ਫਿਰ ਇਹਦਾ ਮਤਲਬ ਤੁਹਾਡੇ ਬੱਚਿਆਂ ਨੂੰ ਤੁਸੀਂ ਪਰਵਰਿਸ਼ 'ਚ ਇੰਨਾ ਸਟਰੋਂਗ ਬਣਾਇਆ ਹੀ ਨਹੀਂ ਕਿ ਇੱਕ ਪੋਸਟਰ ਤੋਂ ਵਿਗੜ ਜਾਣਗੇ। ਕਿੰਨੇ ਜਗ੍ਹਾ ਬੈਨਰਸ ਲੱਗੇ ਹੋਏ ਨੇ ਸ਼ਰਾਬ ਦੇ, ਹਰ ਜਗ੍ਹਾ ਲੱਗੇ ਹੋਏ ਨੇ। ਫਿਰ ਐਂ ਤਾਂ ਫਿਰ ਪੂਰਾ ਪੰਜਾਬ ਹੀ ਸ਼ਰਾਬੀਆਂ ਦਾ ਹੋ ਜੇ। ਹਰ ਬੰਦਾ, ਹਰ ਮੁੰਡਾ, ਹਰ ਕੁੜੀ ਸ਼ਰਾਬ ਹੀ ਪੀਵੇ ਬੈਨਰ ਦੇਖ ਕੇ ਵੀ ਸੰਜੇ ਦੱਤ ਨੇ ਐਡ ਕੀਤੀ ਹੋਈ ਆ, ਦਾਰੂ ਫੜੀ ਹੋਈ ਆ ਹੱਥ 'ਚ, ਅਤੇ ਮੈਂ ਉਹ ਕਰਾਂ, ਹੈ ਨਾ। ਸੋ ਇਦਾਂ ਨਹੀਂ ਹੁੰਦਾ। ਅਤੇ ਦੂਜੀ ਗੱਲ ਮੈਂ ਇੱਕ ਹੋਰ ਤੁਹਾਡੇ ਜ਼ਰੀਏ ਕਹਿਣਾ ਚਾਹੂੰਗਾ, ਮੈਂ ਕਈ ਵਾਰ ਪੜ੍ਹਦਾ ਹੁੰਦਾ ਸਿੰਗਰਸ ਨੂੰ ਜ਼ਿਆਦਾਤਰ ਕਹਿੰਦੇ ਨੇ ਇਹ ਨਚਾਰ ਨੇ, ਇਹ ਭੰਡ ਨੇ, ਇਹ ਮਰਾਸੀ ਨੇ। ਪਹਿਲਾਂ ਤਾਂ ਜਿਹੜੇ ਭੰਡ ਮਰਾਸੀ ਨੇ ਉਹ ਵੀ ਇਨਸਾਨ ਨੇ। ਸੋ ਪਹਿਲਾਂ ਤਾਂ ਤੁਸੀਂ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਕਿਸੇ ਇਨਸਾਨ ਨੂੰ ਤੁਸੀਂ ਉਹਦੀ ਜਾਤ ਦਾ ਨਾਮ ਲੈ ਕੇ ਉਹਨੂੰ ਗਾਲ ਬਣਾ ਦਿਓ। ਇਹ ਇਨਸਾਨੀਅਤ ਨਹੀਂ ਸਿਖਾਉਂਦੀ ਹੈਗੀ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਨਚਾਰ ਨੇ, ਹਰ ਬੰਦਾ ਆਪਣੀ ਮਿਹਨਤ ਨਾਲ ਪਹੁੰਚਦਾ ਕਿਸੇ ਮੁਕਾਮ 'ਤੇ। ਇਹਨਾਂ ਦੇ ਗਾਣੇ ਸੁਣਦੇ ਹੋ, ਇਹਨਾਂ ਦੇ ਗਾਣੇ ਦੀ ਡਾਂਸ ਕਰਦੇ ਹੋ, ਇਹਨਾਂ ਨੂੰ ਤੁਸੀਂ ਵਿਆਹਾਂ 'ਚ ਬੁਲਾਉਂਦੇ ਹੋ। ਔਰ ਇਹ ਜਿਹੜੀ ਕਲਾ ਪਰਮਾਤਮਾ ਦੀ ਬਖਸ਼ੀ ਜੀ ਤੇ ਨਿਆਮਤ ਹੁੰਦੀ ਹੈ ਨਾ, ਉਹ ਬੰਦਾ ਕਲਾਕਾਰ ਬਣਦਾ। ਲੱਖਾਂ ਲੋਕਾਂ ਦੇ ਦਿਲਾਂ 'ਚ ਘਰ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਚਾਰ, ਭੰਡ, ਮਰਾਸੀ, ਜੋ ਕੁਛ ਵੀ ਬੋਲ ਦਿੰਦੇ ਹੋ, ਹੈ ਨਾ। ਸੋ ਉਹ ਸ਼ਬਦ ਬੋਲਣ ਨਾਲ ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਕਿ ਤੁਹਾਨੂੰ ਤੁਹਾਡੇ ਘਰਦਿਆਂ ਨੇ ਕੀ ਸਿਖਾਇਆ। ਤੁਹਾਡੀ ਜ਼ੁਬਾਨ ਕਹਿੰਦੇ ਤੁਹਾਡੀ ਪਰਵਰਿਸ਼ ਦਾ ਸਬੂਤ ਹੁੰਦੀ ਹੈ। ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਿਸੇ ਨੂੰ ਗਾਲੀ ਗਲੋਚ ਕਰਦੇ ਹੋ, ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਕਿ ਤੁਸੀਂ, ਤੁਹਾਡੇ ਘਰ ਖਾਨਦਾਨ ਨੇ, ਉਹਨਾਂ ਤੇ ਵੀ ਕੁਐਸਚਨ ਮਾਰਕ ਲਾ ਦੇਣਾ ਕਿ ਕੀ ਸਿਖਾਇਆ ਤੁਹਾਨੂੰ। ਇੱਕ ਬਹੁਤ ਅਹਿਮ ਸਵਾਲ ਤੁਹਾਡੀ ਗੱਲ ਨਾਲ ਜੁੜਿਆ ਮੈਨੂੰ ਆ ਰਿਹਾ ਕਿ ਯੂਨੀਵਰਸਿਟੀ ਤੋਂ ਜਿਹੜੇ ਕਲਾਕਾਰ ਨਿਕਲੇ ਨੇ, ਜਦ ਅੱਜ ਉਹ ਬਣ ਗਏ ਨੇ, ਅਤੇ ਪਰਸੈਪਸ਼ਨ ਉਹਨਾਂ ਲਈ ਵੀ ਸੇਮ ਹੈ। ਸਾਨੂੰ ਪਤਾ ਸਾਡੇ ਨਾਲ ਕੀ ਕਰਦੇ ਰਹੇ ਨੇ, ਇਹ ਹੋਸਟਲਾਂ 'ਚ ਕੀ ਕਰਦੇ ਰਹੇ ਨੇ, ਅੱਛਾ ਇਹ ਆਹ ਫਿਲਮ ਕਰ ਰਿਹਾ, ਇਹਨਾਂ ਦੀ ਅਸਲ ਜ਼ਿੰਦਗੀ ਵੀ ਇਹੋ ਜਿਹੀ ਰਹੀ ਹੈ, ਇਹ ਸਾਨੂੰ ਪਤਾ। ਉਹ ਟੈਗ ਕਿਤੇ ਨਾ ਕਿਤੇ ਲੱਗਦਾ ਹੀ ਹੈ, ਜਦ ਕਿ ਕਲਾਕਾਰ ਕਰ ਕੀ ਰਿਹਾ ਉਹਨੂੰ ਹਟਾ ਕੇ ਉਹਨਾਂ ਦੀ ਜਿਹੜੀ ਇੱਕ ਪਾਸਟ ਬੈਕਗਰਾਊਂਡ ਹੈ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਲਾਕਾਰ ਲਈ ਬਹੁਤ ਔਖਾ ਹੋਏਗਾ। ਆਮ ਸ਼ੋਰ ਤੁਹਾਨੂੰ ਵੀ ਸੁਣਨ ਦੇ ਵਿੱਚ ਕੁਛ ਨਾ ਕੁਛ ਆਉਂਦਾ ਰਹਿੰਦਾ ਹੋਏਗਾ। ਬਿਲਕੁਲ ਕਹਿ ਹੀ ਦਿੰਦੇ ਨੇ, ਜਿਵੇਂ ਮੈਂ ਤੁਹਾਨੂੰ ਕਿਹਾ, ਜਿਵੇਂ ਹੁਣ ਹਰ ਇੱਕ ਬੰਦੇ ਦੀ ਆਪਣੀ ਲਾਈਫ ਹੁੰਦੀ ਹੈ, ਹਰ ਇੱਕ ਬੰਦੇ ਦੀ ਆਪਣੀ ਜਰਨੀ ਹੁੰਦੀ ਹੈ, ਹੈ ਨਾ। ਤਾਂ ਉਹਨੇ ਆਪਣੀ ਜ਼ਿੰਦਗੀ 'ਚ ਕੀ ਕੀਤਾ, ਕੀ ਨਹੀਂ ਕੀਤਾ, ਉਹ 'ਤੇ ਕਿਸੇ ਨੂੰ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ ਹੈ। ਕੋਈ ਬੰਦਾ ਕਿਸੇ ਦੀ ਜ਼ਿੰਦਗੀ 'ਤੇ, ਹਾਂ ਉਹਦੇ ਘਰਦਿਆਂ ਦਾ ਹੱਕ ਹੈਗਾ ਜਿਨ੍ਹਾਂ ਦਾ ਉਹ ਜਵਾਕ ਹੈ, ਬਟ ਕੋਈ ਤੀਜਾ ਬੰਦਾ ਆ ਕੇ ਬੋਲੇ ਉਹਨੂੰ ਕੀ ਹੱਕ ਹੈ। ਕਹਿੰਦਾ ਪਹਿਲਾ ਪੱਤਰ ਉਹ ਮਾਰੇ ਜਿਸਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ। ਮਾਰਨ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਜ਼ਰੂਰ ਝਾਕੋ ਕਿ ਮੈਂ ਆਪਣਾ ਐਨਾਲਿਸਿਸ ਕਰਨਾ ਚਾਹੀਦਾ, ਸੈਲਫ ਐਨਾਲਿਸਿਸ ਹਰ ਬੰਦੇ ਨੂੰ, ਕਿ ਮੈਂ ਜ਼ਿੰਦਗੀ 'ਚ ਕਿਹਾ ਜਾਂ ਜੇ ਮੈਂ ਜ਼ਿੰਦਗੀ 'ਚ ਬਹੁਤ ਸਾਫ਼ ਸੁਥਰਾ ਤਾਂ ਫਿਰ ਮੈਂ ਕਿਸੇ 'ਤੇ ਉਂਗਲ ਚੱਕਾਂ। ਇਨਸਾਨ, ਸੰਪੂਰਨ ਇਨਸਾਨ ਸਿਰਫ ਬ੍ਰਹਮ ਗਿਆਨੀ ਬਣਦਾ।
ਜਿਹਨੂੰ ਬ੍ਰਹਮ ਦਾ ਗਿਆਨ ਹੁੰਦਾ ਉਹ ਤੇ ਪ੍ਰਮਾਤਮਾ ਕਿਰਪਾ ਕਰਦਾ, ਉਹੀ ਸੰਪੂਰਨ ਇਨਸਾਨ ਹੈ ਜਿਹਦੇ ਵਿੱਚ ਕੋਈ ਖਾਮੀ ਕੋਈ ਕਮੀ ਨਹੀਂ ਹੁੰਦੀ, ਜੋ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ। ਨਹੀਂ ਤਾਂ ਕੋਈ ਵੀ ਇਨਸਾਨ ਸੰਪੂਰਨ ਨਹੀਂ ਹੈਗਾ, ਹਰ ਇਨਸਾਨ ਗਲਤੀਆਂ ਦਾ ਪੁਤਲਾ ਹੈ। ਸੋ ਇਹ ਜਿਹੜੇ ਬੋਲਦੇ ਨੇ ਇਹਨਾਂ ਨੂੰ ਬੋਲਣ ਦਿਓ, ਅਸੀਂ ਆਪਣਾ ਕੰਮ ਕਰਨਾ। ਸੋ ਮੈਂ ਜਵਾਬ ਦੇ ਬੈਠਾ, ਮੈਂ ਕਿਉਂਕਿ ਮੈਂ ਥੋੜਾ ਇਮੋਸ਼ਨਲ ਹੋ ਗਿਆ। ਮੈਂ ਕਿਹਾ ਯਾਰ ਮੈਨੂੰ ਕੋਈ ਬੰਦਾ ਗਾਲ ਕਿਵੇਂ ਕੱਢ ਰਿਹਾ, ਮੈਂ ਇੱਕ ਚੰਗੇ ਘਰ ਦਾ ਮੁੰਡਾ, ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ, ਮੈਂ ਚੰਗਾ ਕੰਮ ਕਰ ਰਿਹਾ, ਤਾਂ ਮੈਂ ਕਿਸੇ ਪਰ 2 ਟਕੇ ਦੇ ਬੰਦੇ ਤੋਂ ਕਿਉਂ ਕਹਾਵਾਂ। ਤਾਂ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਨਹੀਂ ਬੋਲਣਾ ਚਾਹੀਦਾ ਸੀਗਾ ਤੈਨੂੰ ਇਸ ਕਰਕੇ। ਮੈਂ ਕਿਹਾ ਯਾਰ ਮੈਂ ਮੇਰੀ ਕਰੈਪੋ ਇੱਜ਼ਤ ਹੈ ਯਾਰ, ਮੈਂ ਬਣਾਈ ਹੈ, ਮੈਂ ਸਟਰਗਲ ਕਰਕੇ ਇੱਥੇ ਤੱਕ ਪਹੁੰਚਿਆ, ਮੈਂ ਬਾਬੇ ਦੇ ਅੱਗੇ ਮੱਥੇ ਟੇਕ ਕੇ ਉੱਥੇ ਤੱਕ ਪਹੁੰਚਿਆ। ਤਾਂ ਫਿਰ ਇੱਕ ਮੈਨੂੰ 2 ਟਕੇ ਦਾ ਬੰਦਾ ਚਾਹੇ ਕੋਈ ਵੀ ਕਿਵੇਂ ਬੋਲ ਦੂਗਾ ਮੈਨੂੰ, ਜੇ ਬੋਲਣਾ ਮੇਰੇ ਮੂੰਹ ਤੇ ਆ ਕੇ ਬੋਲ, ਮੈਨੂੰ ਮਿਲ, ਮੇਰਾ ਨੰਬਰ ਲੈ, ਆ ਜਾ ਮੇਰੇ ਨਾਲ ਸਾਹਮਣੇ ਗੱਲ ਕਰ ਜੇ ਤੇਰੇ 'ਚ ਦਮ ਹੈ। ਫਿਰ ਵੀ ਜਦੋਂ ਇਹ ਗੱਲ ਕਰਨ ਵੀ ਆਉਣਗੇ ਨਾ ਤਾਂ ਫਿਰ ਇਕੱਲੇ ਨਹੀਂ ਆਉਂਦੇ ਇਹ, ਫਿਰ ਇਹ ਝੁੰਡ ਬਣਾ ਕੇ ਆਉਣਗੇ, ਫਿਰ 15 ਬੰਦੇ ਇਕੱਠੇ ਕਰਨਗੇ। ਸੋ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਆਰਟਿਸਟ ਚੁੱਪ ਕਰ ਜਾਂਦਾ, ਕਿਉਂਕਿ ਆਰਟਿਸਟ ਦੀ ਆਪਣੀ ਇੱਕ ਬਹੁਤ ਵੱਡੀ ਇੱਜ਼ਤ ਹੁੰਦੀ ਹੈ। ਆਰਟਿਸਟ ਦੇ ਪੱਲੇ ਚਲੋ ਪੈਸਾ ਪੂਸਾ ਬਾਅਦ ਦੀਆਂ ਗੱਲਾਂ ਨੇ, ਰਿਸਪੈਕਟ ਸਭ ਤੋਂ ਉੱਤੇ ਹੁੰਦੀ ਹੈ। ਉਸ ਕਰਕੇ ਅਸੀਂ ਚੁੱਪ ਕਰ ਜਾਂਦੇ ਹਾਂ, ਉਹ ਚੀਜ਼ ਨੂੰ ਇਹ ਕਮਜ਼ੋਰੀ ਸਮਝ ਲੈਂਦੇ ਆ ਸਾਡੀ, ਕਿ ਯਾਰ ਇਹਨਾਂ ਨੂੰ ਤਾਂ ਬੋਲੀ ਜਾਓ, ਗਾਲਾਂ ਕੱਢੀ ਜਾਓ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਜਦੋਂ ਕਿ ਆਰਟਿਸਟ ਦੀ ਪਹੁੰਚ, ਉਹਦਾ ਰੁਤਬਾ ਤੁਹਾਡੇ ਤੋਂ ਕਿਤੇ ਉੱਤੇ ਹੁੰਦਾ, ਸਿਰਫ ਉਹ ਬੋਲਦਾ ਨਹੀਂ, ਆਪਣੀ ਰਿਸਪੈਕਟ ਕਰਕੇ ਤਾਂ ਚੁੱਪ ਕਰ ਜਾਂਦਾ, ਕਿਉਂਕਿ ਉਹ ਤੁਹਾਡੇ ਲੈਵਲ ਦਾ ਬਣਨਾ ਨਹੀਂ ਚਾਹੁੰਦਾ। ਜਿਹੜੇ ਬੋਲਦੇ ਨੇ ਮੈਂ ਉਹਨਾਂ ਲਈ ਗੱਲ ਕਰ ਰਿਹਾ, ਕਿਉਂਕਿ ਇੱਕ ਉਹ ਆਪਣੇ ਆਪ ਨੂੰ ਉਹਨਾਂ ਦੇ ਪੱਧਰ ਤੇ ਨਹੀਂ ਲੈ ਕੇ ਆਉਣਾ ਚਾਹੁੰਦਾ। ਔਰ ਦੂਜੀ ਗੱਲ, ਜਿਹੜੇ ਇੰਟੈਲੈਕਚੁਅਲ ਬੰਦੇ ਫੇਸਬੁੱਕ ਤੇ ਨੇ, ਸਿਆਣੇ ਬੰਦੇ ਨੇ, ਉਹ ਲੌਜੀਕਲੀ ਗੱਲ ਕਰਨਗੇ। ਜੇ ਉਹਨਾਂ ਨੂੰ ਕੋਈ ਚੀਜ਼ ਮਾੜੀ ਲੱਗੂਗੀ ਨਾ ਤਾਂ ਪਿਆਰ ਨਾਲ, ਠਰਮੇ ਨਾਲ, ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ, ਮੈਨੂੰ ਹੋਰ ਵੀ ਲੋਕਾਂ ਦੇ ਮੈਸੇਜ ਆਏ। ਮੈਨੂੰ ਇੱਕ ਬੰਦੇ ਦਾ ਵੀ ਮੈਸੇਜ ਆਇਆ ਕਿ ਅਸੀਂ ਤੇਰੀਆਂ ਫਿਲਮਾਂ ਬਹੁਤ ਦੇਖਦੇ ਪਏ ਨਾਲ ਦੇਵ ਯਾਰ ਪਲੀਜ਼। ਉਹਨਾਂ ਬੰਦਿਆਂ ਕਰਕੇ ਮੈਂ ਉਹ ਪੋਸਟਰ ਹਟਾਤਾ। ਮੈਂ ਕਿਹਾ ਠੀਕ ਹੈ ਯਾਰ, ਮੈਂ ਕਿਸੇ ਦੇ ਸੈਂਟੀਮੈਂਟਸ ਨੂੰ, ਕਿਸੇ ਦੇ ਇਮੋਸ਼ਨ ਨੂੰ ਹਰਟ ਨਹੀਂ ਕਰਨਾ ਯਾਰ। ਜੇ ਮੇਰੇ ਇਸ ਪੋਸਟ ਕਰਕੇ ਜਿਹੜੇ ਗਾਲਾਂ ਕੱਢ ਰਹੇ ਸੀ ਉਹਨਾਂ ਕਰਕੇ ਨਹੀਂ ਹਟਾਇਆ। ਮੈਂ ਕਿਹਾ ਮੈਂ ਨਹੀਂ ਹਟਾਉਂਦਾ ਲਾਲਾ ਜੋਰ। ਜਿਹੜੇ ਬੰਦੇ ਨੇ ਮੈਨੂੰ ਪਿਆਰ ਨਾਲ, ਇੱਜ਼ਤ ਨਾਲ ਮੈਨੂੰ ਮੈਸੇਜ ਭੇਜੇ ਕਿ ਦੇਵ ਪਲੀਜ਼ ਯਾਰ ਅਸੀਂ ਸਾਡੇ ਬੱਚਿਆਂ ਨੂੰ ਮੈਸੇਜ ਦੇਣਾ ਤੂੰ ਫਿਲਮ ਤੇ, ਪਰ ਮੈਂ ਕਿਹਾ ਚਲੋ ਫਿਰ ਤੁਸੀਂ ਫਿਲਮ 'ਚੋਂ ਮੈਸੇਜ ਲੈ ਲਿਓ, ਮੈਂ ਪੋਸਟਰ ਹਟਾਤਾ। ਠੀਕ ਆ, ਉਸ ਕਰਕੇ। ਸੋ ਦੇਵ ਜੀ, ਵੱਡੀ ਤਾਦਾਦ ਦੇ ਲੋਕ ਉਹ ਵੀ ਨੇ ਜਿਹੜੇ ਬਾਲੀਵੁੱਡ ਦੇ ਵਿੱਚ ਤੁਹਾਡੀ ਤਾਰੀਫ ਕਰਦੇ ਨੇ ਤੇ ਕਹਿੰਦੇ ਨੇ ਅਸੀਂ ਲੋਕ ਸਾਊਥ ਦੇ ਸਿਨੇਮਾ ਦੀ, ਸਾਊਥ ਦੇ ਐਕਸ਼ਨ ਦੀ ਤਾਰੀਫ ਕਰਦੇ ਨੇ, ਲੇਕਿਨ ਦੇਵ ਕਰੋੜ ਲਈ ਇਹ ਕਿਹਾ ਜਾਂਦਾ ਹੈ ਕਿ ਟ੍ਰੈਂਡ ਸੈਟਰ ਹੈ, ਜਿਹਨੇ ਪੰਜਾਬੀ ਸਿਨੇਮਾ ਨੂੰ ਵੱਖਰਾ ਸਿਨੇਮਾ ਦੇਣ ਦੇ ਨਾਲ ਨਾਲ ਸਾਊਥ ਸਿਨੇਮਾ ਦੇ ਬਰਾਬਰੀ ਦਾ ਐਕਸ਼ਨ ਦੇਣਾ ਵੀ ਸ਼ੁਰੂ ਕੀਤਾ ਹੈ। ਸੋ ਪਹਿਲੇ ਤੇ ਇਸ ਦੇ ਲਈ ਤੁਹਾਨੂੰ ਅਪਰੀਸ਼ੀਏਸ਼ਨ ਹੈ, ਐਂਡ ਨਾਲ ਦੇ ਨਾਲ ਹੀ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਐਕਸਪੈਰੀਮੈਂਟ, ਕਿਉਂਕਿ ਹਰ ਫਿਲਮ ਦੇ ਵਿੱਚ ਨਿਊ ਐਕਸ਼ਨ ਲੈ ਕੇ ਆਉਣਾ, ਕਿਉਂਕਿ ਤੁਹਾਡਾ ਇੱਕ ਬੈਂਚਮਾਰਕ ਸੈੱਟ ਹੋ ਗਿਆ, ਨੈਕਸਟ ਟਾਈਮ ਤੁਸੀਂ ਹੋਰ ਹਾਈ ਜਾਓਗੇ। ਸੋ ਇਸ ਚੀਜ਼ ਦਾ ਕਿੰਨਾ ਕੁ ਇੱਕ ਪ੍ਰੈਸ਼ਰ ਰਹਿੰਦਾ ਜਦੋਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਹੁੰਦਾ? ਸਭ ਤੋਂ ਪਹਿਲੀ ਗੱਲ ਤਾਂ ਮੈਂ ਜੇ ਕਹਾਂ ਕਿ ਮੈਂ ਸੋਚ ਕੇ ਚੀਜ਼ਾਂ ਕੀਤੀਆਂ ਨੇ, ਪਲਾਨ ਸੀਗੀਆਂ ਤਾਂ ਨਹੀਂ ਸੀਗੀਆਂ। ਇਹ ਤਾਂ ਮੈਂ ਰਾਹਾਂ ਤੇ ਚੱਲਦਾ ਗਿਆ ਤੇ ਵਾਹਿਗੁਰੂ ਰਾਹ ਬਣਾਉਂਦਾ ਗਿਆ, ਤੁਰਦਾ ਗਿਆ ਤੇ ਆਪਣੇ ਆਪ ਬਣਦੇ ਗਏ। ਜੋ ਇਹ ਇੱਜ਼ਤ ਅਫਜ਼ਾਈ ਲੋਕ ਕਰਦੇ ਆ ਜਾਂ ਪਿਆਰ ਦਿੰਦੇ ਆ, ਉਹਦੀ ਕਿਰਪਾ ਹੈ। ਕਿਸੇ ਦਾ ਕਦੇ ਮਾੜਾ ਨਹੀਂ ਸੋਚਿਆ, ਕਿਸੇ ਨਾਲ ਈਰਖਾ ਨਹੀਂ ਕੀਤੀ, ਨੀਤ ਸਿੱਧੀ ਰੱਖੀ ਹੈ, ਤਾਂ ਫਿਰ ਇਹ ਪਿਆਰ ਮਿਲ ਰਿਹਾ ਲੋਕਾਂ ਦਾ, ਹੈ ਨਾ ਜੀ। ਸੋ ਪ੍ਰੈਸ਼ਰ ਹੁਣ ਬਹੁਤ ਜ਼ਿਆਦਾ ਦਿਮਾਗ 'ਤੇ, ਕਿਉਂਕਿ ਜਿਹੜੀ ਮੇਰੀ ਆਡੀਅנס ਹੈ ਉਹਨਾਂ ਨੂੰ ਮੈਂ ਡਿਚ ਨਹੀਂ ਕਰ ਸਕਦਾ। ਮੇਰੀ ਕੋਸ਼ਿਸ਼ ਇਹੀ ਹੁੰਦੀ ਆ, ਅਸੀਂ ਹੁਣ ਵੀ ਇੱਕ ਫਿਲਮ ਦੀ ਕਹਾਣੀ 'ਤੇ ਲੱਗੇ ਹੋਏ ਆ। ਮੈਂ ਉਹ ਫਿਲਮ ਫਲੋਰ 'ਤੇ ਨਹੀਂ ਲੈ ਕੇ ਗਿਆ, ਮੈਨੂੰ 7 ਮਹੀਨੇ ਹੋ ਗਏ, ਮੈਂ ਕਹਾਣੀ 'ਤੇ ਫਸਿਆ ਹੋਇਆ। ਮੈਂ ਜਦੋਂ ਤੱਕ ਲੌਜਿਕ ਕਲੀਅਰ ਨਹੀਂ ਹੁੰਦੇ, ਲੌਜੀਕਲੀ ਚੀਜ਼ਾਂ ਨਹੀਂ ਚੱਲਦੀਆਂ, ਆਪਾਂ ਫਲੋਰ 'ਤੇ ਨਹੀਂ ਜਾਣਾ, ਸ਼ੂਟ ਨਹੀਂ ਕਰਨੀ ਫਿਲਮ। ਹਾਲੇ ਤੱਕ ਅਸੀਂ ਕਹਾਣੀ 'ਤੇ ਹੀ ਬਹਿਸ ਕਰ ਰਹੇ ਹਾਂ। ਸੋ ਉਹ ਕਾਹਦੇ ਲਈ ਕਿ ਮੈਂ ਜਿਹੜੇ ਮੈਨੂੰ ਚਾਹੁੰਦੇ ਨੇ, ਮੈਂ ਉਹਨਾਂ ਲਈ ਯਾਰ ਕੋਈ ਵਧੀਆ ਚੀਜ਼ ਲੈ ਕੇ ਚੱਲਾਂ। ਸੋ ਮੈਨੂੰ ਤੁਸੀਂ ਪਿਛਲੀ ਵਾਰ ਵੀ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਸਿੰਗਰ ਨਹੀਂ ਆ ਜਾਂ ਐਕਟਰ। ਮੈਂ ਉਹ ਇਸ ਕਰਕੇ ਕਹਿਣਾ ਹੁੰਦਾ ਕਿ ਸਿੰਗਰ ਕੋਲ ਇੱਕ ਪਲੇਟਫਾਰਮ ਹੋਰ ਹੁੰਦਾ ਹੈ, ਉਹ ਖਾੜੇ ਲਾਊਗਾ, ਸਟੇਜ ਲਾਊਗਾ, ਉਹ ਆਪਣੀ ਆਡੀਅנס ਨਾਲ ਜੁੜਿਆ ਰਹੂਗਾ, ਪੈਸੇ ਵੀ, ਰੁਜ਼ਗਾਰ ਵੀ ਚੱਲਦਾ ਰਹੂਗਾ। ਮੇਰੇ ਕੋਲ ਤਾਂ ਮੇਰਾ ਸਿਨੇਮਾ ਹੀ ਹੈ। ਜੇ ਮੇਰਾ ਸਿਨੇਮਾ ਹੀ ਨਾ ਚੱਲੂਗਾ, ਲੋਕ ਮੇਰੇ ਤੋਂ ਦੂਰ ਹੋ ਜਾਣਗੇ, ਟੁੱਟ ਜਾਣਗੇ, ਤਾਂ ਫਿਰ ਤਾਂ ਮੇਰੇ ਲਈ ਬਹੁਤ ਮੁਸ਼ਕਿਲ ਹੋ ਜਾਊਗਾ ਸਰਵਾਈਵ ਕਰਨਾ, ਹੈ ਨਾ, ਲਾਈਫ ਦੇ ਵਿੱਚ। ਇਸ ਕਰਕੇ ਮੇਰੇ 'ਤੇ ਬਰਡਨ ਰਹਿੰਦਾ ਹੈ ਕਿ ਮੈਂ ਚੰਗਾ ਸਿਨੇਮਾ ਦੇਵਾਂ, ਵਧੀਆ ਫਿਲਮਾਂ ਦੇਵਾਂ, ਔਰ ਜਿਹੜੀਆਂ ਲੋਕਾਂ ਨੂੰ ਪਸੰਦ ਆਉਣ, ਔਰ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਾਂ। ਸੋ ਅੱਜ ਜਿਵੇਂ ਤੁਸੀਂ ਗੱਲ ਕੀਤੀ ਹੈ, ਸਾਊਥ ਦੇ ਬਰਾਬਰ ਦਾ ਐਕਸ਼ਨ ਸਾਨੂੰ ਕਰਨਾ ਪੈਣਾ, ਕਿਉਂਕਿ ਕੱਲ੍ਹ ਮੇਰੇ ਪਿੰਡ ਦੇ ਕਿੰਨੇ ਮੁੰਡੇ ਫਿਲਮ ਦੇਖਣਗੇ ਸਾਊਥ ਦਾ ਸਿਨੇਮਾ। ਕਦੇ ਸੋਚਿਆ ਸੀਗਾ ਅਸੀਂ ਕਿ ਇੱਕ ਇਹੋ ਜਿਹੀ ਲੈਂਗੁਏਜ ਜਿਹਦਾ ਸਾਨੂੰ ਇੱਲੇ ਤੋਂ ਕੁੱਕੜ ਨਹੀਂ ਸਮਝ ਆਉਂਦਾ, ਉਹਨੂੰ ਦੇਖਣ ਲਈ ਸਾਡੇ ਪੰਜਾਬ 'ਚੋਂ, ਪਿੰਡਾਂ 'ਚੋਂ ਨਿਕਲ ਕੇ ਲੋਕ ਜਾਣਗੇ, ਹੈ ਨਾ। ਸੋ ਸਾਨੂੰ ਵੀ ਹੁਣ ਸਾਰੀ ਇੰਡਸਟਰੀ ਨੂੰ ਇਹ ਸੋਚਣਾ ਪਊਗਾ ਕਿ ਸਾਨੂੰ ਇਹ ਮਿਆਰੀ ਕੰਮ ਦੇਣਾ ਪੈਣਾ, ਨਹੀਂ ਤਾਂ ਅਸੀਂ ਆਪਣੀ ਆਡੀਅנס ਗਵਾ ਦਾਂਗੇ। ਬਿਲਕੁਲ ਜੀ, ਥੈਂਕ ਯੂ। ਇਹ ਜਿਹੜੀ ਫਿਲਮ ਹੈ, ਇਸ ਦਾ ਜਿਹੜਾ ਕਿਰਦਾਰ ਹੈ ਜਬ ਜੀ, ਉਹਦੀਆਂ ਕਿਹੜੀਆਂ 2 ਗੱਲਾਂ ਤੁਹਾਨੂੰ ਇੰਨੀਆਂ ਖੂਬਸੂਰਤ ਲੱਗੀਆਂ ਜਿਹੜੀਆਂ ਤੁਸੀਂ ਚਾਹੋਗੇ ਕਿ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਜਾਂ ਹੈਗੀਆਂ ਨੇ, ਮੈਂ ਹੋਰ ਇਹਨੂੰ ਇਨਹਾਂਸ ਕਰਾਂਗੀ? ਦੋ ਇੱਕ ਤਾਂ ਵਾਲੀਬਾਲ ਪਲੇਅਰ ਦੇ ਵਿੱਚ ਤਾਂ ਆਈ ਊਡ ਲਵ ਟੂ ਬੀ ਹੁਣ ਵਾਲੀਬਾਲ ਨਾਲ ਲੱਗ ਜਿਓ, ਨਿਕਲ ਗਿਆ ਉਹ ਤਾਂ ਮੈਂ ਹੱਥ ਚਲਾ ਲਏ ਆਪਣੇ। ਬਟ ਓਵਲੀ ਆਈ ਥਿੰਕ ਓਵਲੀ ਫਿਟਨੈਸ,
ਹੈ ਨਾ ਉਹ ਬਰਕਰਾਰ ਰਵੇ ਉੱਦਾਂ ਹੀ ਤੇ ਦੈਟ ਐਂਡ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਮੇਰੇ ਜਿਮ ਦੇ ਸਾਹਮਣੇ ਨਾ ਵਾਲੀਬਾਲ ਪਲੇਅਰ ਦਾ ਕੋਰਟ ਹੈ ਉੱਥੇ ਉਹ ਖੇਡਦੇ ਹੁੰਦੇ ਆ ਸਾਰੇ ਬਹੁਤ ਮਿਹਨਤ ਕਰਦੇ 3-4 ਘੰਟੇ ਲੱਗੇ ਹੀ ਰਹਿੰਦੇ Gym 'ਚ ਵੀ ਬਹੁਤ ਮਿਹਨਤ ਹੈ। ਕਰਕੇ ਜਿਮ ਕਰਕੇ ਹਟ ਜਾਈਦਾ ਬਟ ਉਹ ਲੱਗੇ ਰਹਿੰਦੇ ਆ ਹਾਂ ਸੋ ਉਸ ਤਰ੍ਹਾਂ ਦੀ ਫਿਟਨੈਸ ਤੇ ਬਾਕੀ ਜਿਹੜੀ ਹਾਊਸ ਵਾਈਫ ਵਾਲਾ ਹੈਗਾ ਸ਼ੇਡ ਉਹਦੇ ਵਿੱਚੋਂ ਨੈਵਰ ਗਿਵ ਅਪ ਹੈ ਨਾ ਕਿ ਲੱਗੇ ਰਹੋ ਅਗਰ ਡਰੱਗ ਐਡਿਕਟ ਵੀ ਹੈ ਤਾਂ ਮਤਲਬ ਆਪਣੇ ਪਰਿਵਾਰ ਨੂੰ ਬਚਾਉਣਾ ਉਹ ਜਿਹੜਾ ਇੱਕ ਜਜ਼ਬਾ ਇੱਕ ਜਨੂਨ ਆ ਇੱਕ ਔਰਤ ਦੇ ਵਿੱਚ ਹੁੰਦਾ ਕਿ ਆਪਣੇ ਪਰਿਵਾਰ ਨੂੰ ਬੰਨ੍ਹ ਕੇ ਰੱਖਣਾ ਟੁੱਟਣ ਤੋਂ ਬਚਾਉਣਾ ਔਰ ਜੇ ਹਸਬੈਂਡ ਗਲਤ ਰਸਤੇ ਤੇ ਚਲਾ ਗਿਆ ਤੇ ਉਹਨੂੰ ਸਹੀ ਰਸਤਾ ਦਿਖਾਉਣਾ ਇਸ ਦੇ ਬਾਵਜੂਦ ਵੀ ਉਹ ਕਈਆਂ ਨੂੰ ਤੇ ਕੁੱਟਦੇ ਵੀ ਆ ਕਈ ਲੇਡੀਜ਼ ਨੇ ਤਾਂ ਕੁੱਟ ਵੀ ਖਾਧੀ ਆ ਯੂ نو ਇਹ ਜਿਹੜੇ ਨਸ਼ੇੜੀ ਆਪਾਂ ਇਸ ਫਿਲਮ 'ਚ ਮੈਨੂੰ ਲੱਗਦਾ ਹਾਂ ਇਹ ਤਾਂ ਹਰ ਘਰ ਦੀ ਕਹਾਣੀ ਹੈ ਹਰ ਘਰ ਦੀ ਕਹਾਣੀ ਹੈ ਥੱਪੜ ਯਾਦ ਆ ਗਿਆ ਹਰ ਘਰ ਦੀ ਕਹਾਣੀ ਹੈ ਹਰ ਘਰ ਦੀ ਕਹਾਣੀ ਹੈ ਹਾਂ ਤਾਂ ਹਾਂ ਨਸ਼ਿਆਂ ਲਈ ਉਹ ਇੰਨਾ ਜ਼ਿਆਦਾ ਹੋ ਜਾਂਦਾ ਅਗਰ ਵਾਈਫਸ ਰੋਕਦੀਆਂ ਤੇ ਉਹ ਫਿਰ ਕੁੱਟਦੇ ਵੀ ਆ ਮਾਵਾਂ ਨੂੰ ਵੀ ਮਾਵਾਂ ਨੂੰ ਕੁੱਟ ਕੇ ਮਰਡਰ ਕੀਤੇ ਨਸ਼ੇੜੀਆਂ ਨੇ ਆਪਣੀ ਮਾਂ ਮਾਰਤੀ ਸੀ ਪਿੱਛੇ ਜੇ ਪੜਿਆ ਸੀ ਆਪਾਂ ਤਾਂ ਉਹਨਾਂ ਨੇ ਮਰਡਰ ਵੀ ਕੀਤੇ ਨਸ਼ੇ ਲਈ ਬਹੁਤ ਕੁਝ ਹੁੰਦਾ ਮੁੰਡੇ ਚਾਹੁੰਦੇ ਨਹੀਂ ਵੀ ਉਹਨਾਂ ਦੀ ਵਾਈਫ ਉਹਨਾਂ ਦੀ ਮਾਂ ਦਹਲੀਜ਼ ਤੇ ਖੜੀ ਹੋਵੇ ਜਾਂ ਪਿੰਡ 'ਚ ਐਂ ਘੁੰਮੇ ਲਾਸਟ ਫਿਲਮ ਦੇ ਵਿੱਚ ਤੁਸੀਂ ਰਵਾਇਆ ਜਦੋਂ ਨਸ਼ਾ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ ਮਾਂ ਨੂੰ ਕਿ ਤੂੰ ਜਾ ਕੇ ਲੈ ਕੇ ਆ ਸੋ ਵਾਕਈ ਬਹੁਤ ਦੁਖਦ ਪੰਜਾਬ ਹੈ ਸਾਡਾ ਹੁਣ ਹੋ ਚੁੱਕਿਆ ਲੇਕਿਨ ਕਮਿੰਗ ਬੈਕ ਟੂ ਦੈਟ ਕੁਆਲਿਟੀ ਆ ਤੇ ਮਤਲਬ ਨੈਵਰ ਗਿਵ ਅਪ ਨੋ ਮੈਟਰ ਪਰਿਵਾਰ ਦੇ ਵਿੱਚ ਜਾਂ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਚੱਲ ਰਿਹਾ ਉਹ ਕੁੜੀ ਗਿਵ ਅਪ ਨਹੀਂ ਕਰਦੀ ਨੋ ਡਾਊਟ ਕਿਤੇ ਨਾ ਜਾ ਕੇ ਵਨਰੇਬਲ ਹੋ ਜਾਂਦੀ ਆ ਬਟ ਸਟਿਲ ਸ਼ੀ ਪਿਕਸ ਅਪ ਹਰਸੈਲਫ ਕਿ ਮੈਂ ਆਪਣਾ ਘਰ ਬਚਾਉਣਾ ਆ ਮੈਂ ਇਹਨੂੰ ਨਸ਼ਿਆਂ ਤੋਂ ਯੂ نو ਹਾਂ ਛੁਡਾਉਣਾ ਆ ਤੇ ਉਹ ਜਿਹੜੀ ਕੁਆਲਿਟੀ ਆ ਕਿ ਨੈਵਰ ਗਿਵ ਅਪ ਵਾਲੀ ਜਿਹੜੀ ਕੁਆਲਿਟੀ ਆ ਉਹ ਤੇ ਆਲਮੋਸਟ ਹੈ ਹੀ ਹੈ ਬਟ ਹੋਰ ਜ਼ਿਆਦਾ ਸਟਰੋਂਗ ਤੁਸੀਂ ਕਿਹਾ ਕਿ ਹੁਣ ਤੱਕ ਦਾ ਗਾਂਧੀ ਵਾਲਾ ਜਿਹੜਾ ਕਰੈਕਟਰ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਬਹੁਤ ਫੇਵਰੇਟ ਤੁਹਾਨੂੰ ਬਹੁਤ ਲੋਕ ਹਜੇ ਵੀ ਗਾਂਧੀ ਕਹਿ ਕੇ ਹੈ ਨਾ ਸਨਮਾਨਿਤ ਕਰਦੇ ਨੇ ਜਾਂ ਮੰਨਦੇ ਨੇ ਲੇਕਿਨ ਇਸ ਕਿਰਦਾਰ ਦੀ ਜੇ ਮੈਂ ਗੱਲ ਕਰਨੀ ਚਾਹਾਂ ਦੇਵ ਜੀ ਕਿਹੜੀਆਂ ਚੀਜ਼ਾਂ 'ਚ ਤੁਸੀਂ ਖੁੱਬੇ ਹੋ ਜਿਹਨੇ ਤੁਹਾਡੇ ਦਿਲ ਨੂੰ ਕਿਤੇ ਨਾ ਕਿਤੇ ਯੂ نو ਇੱਕ ਇੰਨਾ ਟੱਚ ਕੀਤਾ ਹੈ ਕਿ ਤੁਸੀਂ ਉਹ ਦੋ ਚੀਜ਼ਾਂ ਕਦੇ ਭੁੱਲਣਾ ਹੀ ਨਹੀਂ ਚਾਹੋਗੇ ਚਾਹ ਕੇ ਵੀ ਇਸ ਕਿਰਦਾਰ ਦੀ ਹੈ ਨਾ ਇਸ ਕਿਰਦਾਰ ਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਮਾਂ ਵਾਲਾ ਸੀਨ ਦੱਸਿਆ ਕਿ ਉਹ ਬੜਾ ਇਮੋਸ਼ਨਲ ਸੀ ਇੱਕ ਉਹ ਆਪਣੀ ਬੇਟੀ ਵਾਲਾ ਜਦੋਂ ਆਪਣੀ ਬੇਟੀ ਨੂੰ ਉਹ ਭੁੱਲ ਆਉਂਦਾ ਹੈ ਨਾ ਉਹ ਚੀਜ਼ਾਂ ਨੇ ਤੇ ਇੱਕ ਕਿ ਉਹ ਆਪਣੀ ਨਸ਼ੇ ਲਈ ਆਪਣੇ ਯਾਰਾਂ ਦੋਸਤਾਂ ਲਈ ਆਪਣੀ ਗਰਲਫ੍ਰੈਂਡ ਨੂੰ ਵੀ ਕਹਿੰਦਾ ਦਫਾ ਹੋ ਜਾ ਇੱਥੋਂ ਸੋ ਬਹੁਤ ਸਾਰੇ ਇਦਾਂ ਦੇ ਸੀਨ ਹਾਂ ਇਮੋਸ਼ਨਸ ਨੇ ਉਹਦੇ ਲੇਕਿਨ ਅਸੀਂ ਇੱਕ ਚੀਜ਼ ਦੇਖਦੇ ਹਾਂ ਜੋ ਬਹੁਤ ਜ਼ਿਆਦਾ ਬੰਦੇ ਤੇ ਹਾਵੀ ਇਹ ਨਸ਼ੇੜੀ ਹੈ ਇਹ ਸ਼ਰਾਬੀ ਹੈ ਇਹ ਇੱਦਾਂ ਦਾ ਇਹ ਉੱਦਾਂ ਦਾ ਕੁਆਲਿਟੀ ਤਾਂ ਹਰ ਬੰਦੇ 'ਚ ਹੁੰਦੀ ਹੈ ਇਸ ਕਿਰਦਾਰ ਦੀਆਂ ਕਿਹੜੀਆਂ ਦੋ ਕੁਆਲਿਟੀਜ਼ ਨੇ ਜੋ ਉਹਦੇ ਨਸ਼ੇ ਕਰਕੇ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਂਦੀਆਂ ਸਮਾਜ ਵੱਲੋਂ ਇੱਕ ਤਾਂ ਇਹ ਸਪੋਰਟਸਮੈਨ ਬੜਾ ਵਧੀਆ ਹੁੰਦਾ ਹੈ ਨਾ ਪਲੇਅਰ ਬੜਾ ਵਧੀਆ ਸੀਗਾ ਮੰਗਾ ਸਿੰਘ ਅੰਟਾਲ ਉਹ ਨਜ਼ਰ ਅੰਦਾਜ਼ ਕੀਤੀ ਇੱਕ ਮੈਨੂੰ ਲੱਗਦਾ ਕਿ ਉਹ ਚੀਜ਼ ਮਿਲੀ ਨਹੀਂ ਹੈ ਬੰਦੇ ਨੂੰ ਫਿਲਮ ਦੇ ਜ਼ਰੀਏ ਮਿਲੂਗੀ ਕਿ ਉਹ ਮੇਨ ਸਟ੍ਰੀਮ 'ਚ ਵਾਪਸ ਆਇਆ ਜੀ ਹੈ ਨਾ ਤਾਂ ਉਹ ਜਿਹੜੀ ਫਿਲਮ ਦੇਖਣ ਤੋਂ ਬਾਅਦ ਲੋਕ ਫਿਰ ਬੰਦੇ ਨੂੰ ਮੈਨੂੰ ਲੱਗਦਾ ਜ਼ਿਆਦਾ ਐਪਰੀਸ਼ੀਏਟ ਕਰਨਗੇ ਹੈ ਨਾ ਉਹ ਚੀਜ਼ ਉਹ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਯਾਰ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਇਹਨਾਂ ਰਾਹਾਂ ਤੋਂ ਚੱਲ ਕੇ ਵਾਪਸ ਆਉਂਦੇ ਨੇ ਬਹੁਤ ਸਾਰੇ ਬੰਦੇ ਤਾਂ ਇਸ ਦੁਨੀਆ ਜਾ ਕੇ ਗਵਾਚ ਜਾਂਦੇ ਲੱਭਦੇ ਵੀ ਨਹੀਂ ਹੈਗੇ ਖਤਮ ਹੋ ਜਾ ਹਿੰਮਤ ਚਾਹੀਦੀ ਹੈ ਹੌਸਲਾ ਚਾਹੀਦਾ ਇਸ ਚੀਜ਼ ਲਈ ਫਿਰ ਉਹ ਸਾਡਾ ਇੱਕ ਟੀਜ਼ਰ 'ਚ ਡਾਇਲੋਗ ਆ ਕਿ ਜਿਹੜੇ ਬੰਦੇ ਇਹਨਾਂ ਰਾਹਾਂ ਤੋਂ ਮੁੜਦੇ ਨਹੀਂ ਪਰ ਜਿਹੜੇ ਮੁੜ ਆਉਂਦੇ ਨੇ ਉਹਨਾਂ ਨੂੰ ਫਿਰ ਇਹ ਜ਼ਿੰਦਗੀ ਵੀ ਗੋਡੇ ਲਾ ਕੇ ਸਲਾਮ ਕਰਦੀ ਹੈ ਕੀ ਬਾਤ ਹੈ ਸੋ ਦਮਦਾਰ ਡਾਇਲੌਗਸ ਤੇ ਥੌਟਫੁਲ ਮੈਸੇਜ ਦੇ ਨਾਲ ਤੁਸੀਂ ਇਸ ਫਿਲਮ ਨੂੰ ਲੈ ਕੇ ਆ ਰਹੇ ਹੋ ਦੋਨੋਂ ਦਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਬਹੁਤ ਸਾਰੀਆਂ ਦੁਆਵਾਂ ਤੇ ਮੈਂ ਚਾਹਾਂਗੀ ਜਾਣ ਤੋਂ ਪਹਿਲੇ ਆਡੀਅנס ਨੂੰ ਤੁਹਾਡੇ ਵੱਲੋਂ ਇੱਕ ਡਾਕੂਆਂ ਦਾ ਮੁੰਡਾ 2 ਲਈ ਮੈਸੇਜ ਲਓ ਮੈਂ ਬਹੁਤ ਬੋਲਤਾ ਹੁਣ ਜਾਣ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ 27 ਮਈ ਨੂੰ ਡਾਕੂਆਂ ਦਾ ਮੁੰਡਾ 2 ਆ ਰਹੀ ਹੈ ਤੇ ਤੁਸੀਂ ਪਰਿਵਾਰ ਸਮੇਤ ਫਿਲਮ ਦੇਖਣ ਜ਼ਰੂਰ ਜਾਣਾ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਇੱਥੋਂ ਤੁਹਾਨੂੰ ਇਸ ਫਿਲਮ 'ਚੋਂ ਤੁਹਾਨੂੰ ਬਹੁਤ ਹੀ ਪੋਜ਼ਿਟਿਵਿਟੀ ਮਿਲੇਗੀ ਇਨਸਪਾਇਰਿੰਗ ਫਿਲਮ ਆ ਤੁਸੀਂ ਡੋਂਟ ਜੱਜ ਦ ਬੁੱਕ ਬਾਈ ਇਟਸ ਕਵਰ ਇਹਨੂੰ ਕਵਰ ਨੂੰ ਦੇਖ ਕੇ ਜੱਜ ਨਹੀਂ ਕਰਨਾ ਅੰਦਰ ਫਿਲਮ ਦੇ ਵਿੱਚ ਬਹੁਤ ਸਾਰਾ ਮਸਾਲਾ ਐਂਟਰਟੇਨਮੈਂਟ ਆ ਬਹੁਤ ਸਾਰੇ ਸ਼ੇਡਸ ਨੇ ਰੋਮਾਂਸ ਆ ਕਾਲਜ ਲਾਈਫ ਆ ਹਸਬੈਂਡ ਵਾਈਫ ਦੀ ਨੋਕ ਝੋਕ ਆ ਇੱਕ ਡਰੱਗ ਐਡਿਕਸ਼ਨ ਤੋਂ ਬੰਦਾ ਬਾਹਰ ਕਿੱਦਾਂ ਆਉਂਦਾ ਆ ਕੀ ਚੀਜ਼ਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਔਰ ਅਗਰ ਉਹੀ ਕੁਆਲਿਟੀਜ਼ ਅਗਰ ਆਪਾਂ ਆਪਣੀ ਲਾਈਫ ਦੇ ਵਿੱਚ ਵੀ ਯੂਜ਼ ਕਰਦੇ ਹਾਂ ਜਿੱਦਾਂ ਕਿ ਆਪਣੇ ਆਪਣਾ ਫਾਈਟ ਕਰਨਾ ਵਿਲ ਪਾਵਰ ਹੋਣੀ ਸਟਰੈਂਥ ਹੋਣੀ ਬਹੁਤ ਜ਼ਰੂਰੀ ਆ ਸੋ ਇਹ ਚੀਜ਼ਾਂ ਤੁਹਾਨੂੰ ਫਿਲਮ 'ਚੋਂ ਸਿੱਖਣ ਨੂੰ ਵੀ ਮਿਲਣਗੀਆਂ ਔਰ ਨਾਲ ਦੀ ਨਾਲ ਐਂਟਰਟੇਨਮੈਂਟ ਵੀ ਪੂਰਾ ਆਏਗਾ ਐਂਡ ਪਲੀਜ਼ ਤੁਸੀਂ 27 ਮਈ ਨੂੰ ਜਾ ਕੇ ਜ਼ਰੂਰ ਫਿਲਮ ਦੇਖਿਓ ਡਾਕੂਆਂ ਦਾ ਮੁੰਡਾ 2 ਅੱਛਾ ਸਾਰੇ ਕਹਿੰਦੇ ਆ ਕਿ ਦੇਵ ਨਾ ਥੀਏਟਰ ਦੀ ਦੇਣ ਹੈ ਉਹ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਕਈ ਤੁਹਾਡੀਆਂ ਅੱਖਾਂ ਤੁਹਾਡਾ ਮੇਕਓਵਰ ਤੁਹਾਡਾ ਇੱਕ ਇਮੋਸ਼ਨ ਇੱਥੇ ਨਜ਼ਰ ਆ ਰਿਹਾ ਹੈ ਗੱਲ ਕਰਨੀ ਚਾਹੂੰਗਾ
ਸੋ ਇਹ ਇੱਕ ਪਾਰਟ ਹੈ ਇਦਾਂ ਦਾ, ਇੱਕ ਆਉਂਦਾ ਹੈ ਫਿਲਮ ਦੇ ਵਿੱਚ, ਹੈ ਨਾ, ਜਦੋਂ ਉਹ ਇਸ ਤਰ੍ਹਾਂ ਦੀ ਦੁਨੀਆ ਚਲਾ ਜਾਂਦਾ ਉਹ। ਸੋ ਉੱਥੋਂ ਇਹ ਪੋਸਟਰ ਨਿਕਲਿਆ ਹੋਇਆ। ਤੇ ਜਦੋਂ ਮੈਂ ਟੀਜ਼ਰ ਦਿਖਾਇਆ ਸਾਡੇ ਜਿਹੜੇ ਮੇਰੇ ਪ੍ਰੋਡਿਊਸਰ ਸ਼ਰੀਕ ਦੇ ਜਾਂ ਬਲੈਕੀਆ ਦੇ ਵਿਵੇਕ ਹੋਰੀ ਸਾਹਿਬ, ਕਹਿੰਦੇ ਭਾਜੀ ਮੈਨੂੰ ਪੂਰਾ ਡਾਊਟ ਹੈ ਤੁਸੀਂ ਨਸ਼ੇ ਕਰਦੇ ਹੋ। ਮੈਂ ਕਿਹਾ ਨਹੀਂ ਭਾਜੀ ਮੈਂ ਨਹੀਂ ਕਰਦਾ। ਭਾਈ ਤੁਸੀਂ ਕਿਵੇਂ ਕਰ ਲੈਂਦੇ ਹੋ, ਕੀ ਹੁੰਦਾ? ਮੈਂ ਕਿਹਾ ਭਾਜੀ ਜਿੰਨੀ ਕੁ ਬਾਬੇ ਦੀ ਕਿਰਪਾ ਹੈਗੀ ਜਾਂ ਜੋ ਕੁਝ ਸਿੱਖਿਆ ਮੈਂ ਥੀਏਟਰ ਤੋਂ, ਕੰਮ ਆ ਰਿਹਾ ਮੇਰੇ, ਹੈ ਨਾ। ਸੋ ਐਕਸਪੈਰੀਮੈਂਟ ਕਰਦਾ ਮੈਂ ਸ਼ੀਸ਼ੇ ਅੱਗੇ ਖੜ ਕੇ। ਪਹਿਲਾਂ ਤਾਂ ਮੈਂ ਰਿਆਜ਼ ਮੇਰਾ ਡੇਲੀ ਦਾ ਸੀਗਾ ਘਰੇ। ਮੈਂ ਐਵਰੀਡੇ ਇੱਕ ਥੀਏਟਰ ਦੀ ਮੇਰੇ ਕੋਲ ਸਕ੍ਰਿਪਟਸ ਪਈਆਂ ਨੇ, ਇੱਕ ਸਪੀਚ ਚੱਕ ਲੈਣੀ, ਐਵਰੀਡੇ ਮਾਰਨਿੰਗ ਉੱਠਦੇ ਉਹ ਬੋਲਣੀ, ਹੈ ਨਾ, ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਬੋਲ ਕੇ ਦੇਖਣਾ। ਫਿਰ ਆਪਣੇ ਐਕਸਪ੍ਰੈਸ਼ਨਸ 'ਤੇ ਬਹੁਤ ਕੰਮ ਕਰਨਾ ਕਿ ਯਾਰ ਤੁਸੀਂ ਕਿਵੇਂ, ਕਿਹੜੀ ਚੀਜ਼ ਨੂੰ ਕਿਵੇਂ, ਹੈ ਨਾ, ਲੋਕਾਂ ਅੱਗੇ ਪੋਰਟਰੇ ਕਰਦੇ ਹੋ। ਸੋ ਉਹ ਚੀਜ਼ਾਂ ਕੰਮ ਆ ਰਹੀਆਂ ਨੇ ਹੁਣ ਔਨ ਸਕਰੀਨ ਮੇਰੇ। ਤਾਂ ਮੈਨੂੰ ਲੱਗਦਾ ਹਲੇ ਤਾਂ ਬਹੁਤ ਵਧੀਆ ਹੋਰ ਵੀ ਕਈ ਚੀਜ਼ਾਂ ਕਰਨੀਆਂ ਨੇ ਜੋ ਜ਼ਿਹਨ 'ਚ ਹੈਗੀਆਂ ਨੇ। ਤਾਂ ਬਸ ਹੋ ਜਾਂਦਾ ਜੀ, ਜਿੰਨੀ ਕੁ ਹੈਗੀ ਕੰਮ ਉਵੇਂ ਕਰ ਲਈਦਾ ਬਸ। ਨਹੀਂ, ਬਹੁਤ ਵਧੀਆ ਲੱਗਦਾ ਹੈ ਇੱਕ ਜਦੋਂ ਕਲਾਕਾਰ ਦੇ ਤੌਰ ਤੇ ਇੱਕ ਅੱਛੀ ਜਿਹੜੀ ਸੇਧ ਹੈ ਕਹਿ ਲਓ। ਔਰ ਕਈ ਵਾਰ ਮੈਨੂੰ ਖੁਦ ਨੂੰ ਲੱਗਦਾ ਹੁੰਦਾ ਕਿ ਮੈਂ ਹੀ ਹਾਂ। ਮੈਨੂੰ ਜਿਵੇਂ ਹੁਣ ਮੈਂ ਸ਼ਰੀਕ ਦਾ ਦੇਖਦਾ ਤਾਂ ਮੈਂ ਦੇਖਦਾ ਯਾਰ ਕਿ ਸ਼ਰੀਕ ਵਾਲਾ ਇਹ ਮੈਂ ਹੀ ਹਾਂ ਯਾਰ। ਤਾਂ ਵੀ ਡਾਕੂਆਂ ਦੇ ਮੁੰਡੇ ਦਾ ਆਹ ਦੇਖਦਾ ਤਾਂ ਲੱਗਦਾ ਯਾਰ ਇਹ ਖੁਦ ਨੂੰ ਕਈ ਵਾਰ ਫੀਲ ਹੁੰਦਾ ਯਾਰ ਮੈਂ ਜੇ ਵੈਸੇ ਨਾਰਮਲ ਲਾਈਫ ਦੀ ਗੱਲ ਕਰਾਂ ਜੋ ਰੂਟੀਨ 'ਚ ਹੈ ਤਾਂ ਮੈਨੂੰ ਲੱਗਦਾ ਉਹ 'ਚ ਤੂੰ ਡਿਫਰੈਂਟ ਹੈ ਯਾਰ, ਪੋਸਟਰ 'ਤੇ ਤੂੰ ਕੁਝ ਹੋਰ ਹੋ ਜਾਣਾ, ਹੈ ਨਾ। ਸੇਮ ਮੈਂ ਐਡ ਕਰਨਾ ਚਾਹੂੰਗੀ, ਮੈਂ ਜਦੋਂ ਡਬਿੰਗ ਕਰਨ ਗਈ ਨਾ ਡਾਕੂਆਂ ਦੇ ਮੁੰਡੇ ਦੀ, ਤੇ ਮੈਂ ਆਪਣੇ ਆਪ ਨੂੰ ਜਦੋਂ ਵਾਲੀਬਾਲ ਵਾਲੀ ਪਲੇਅਰ ਵਾਲੀ ਡਰੈਸ 'ਚ ਦੇਖਿਆ ਨਾ, ਮਤਲਬ ਇੰਨੀ ਸਕਿਨੀ, ਤੇ ਮੈਂ ਸਰ ਨੂੰ ਕਿਹਾ ਵਿੱਚ ਡਬਿੰਗ ਰੋਕ ਕੇ, ਮੈਂ ਕਿਹਾ ਸਰ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਦਿਸ ਇਜ਼ ਮੀ। ਤੇ ਇਹ ਸਰ ਦੀ ਦੇਣ ਆ ਐਕਚੁਅਲੀ, ਜੇ ਉਹਨਾਂ ਨੇ ਇਹ ਚੀਜ਼ ਨਾ ਕਹੀ ਹੁੰਦੀ ਤੇ ਸ਼ਾਇਦ ਇਹ ਨਾ ਕੈਰੈਕਟਰ ਆਫਰ ਹੋਇਆ ਹੁੰਦਾ। ਉਹ ਚੀਜ਼ ਆਈ ਤੁਹਾਡੀ ਮਿਹਨਤ ਕਰਕੇ, ਤੁਹਾਡੇ ਹਾਰਡ ਵਰਕ ਕਰਕੇ। ਤੁਸੀਂ ਜਦੋਂ ਕਿਸੇ ਕਰੈਕਟਰ ਨੂੰ ਫੜਨ ਦੀ ਕੋਸ਼ਿਸ਼ ਕਰੋਗੇ ਨਾ, ਜਿਵੇਂ ਤੁਸੀਂ ਮਿਹਨਤ ਕੀਤੀ ਬਹੁਤ ਜ਼ਿਆਦਾ, ਹੈ ਨਾ, ਤੁਸੀਂ ਆਪਣੇ ਆਪ ਨੂੰ ਸ਼ੇਪ 'ਚ ਲੈ ਕੇ ਆਏ, ਤਾਂ ਫਿਰ ਓਬਵੀਅਸਲੀ ਉਹ ਚੀਜ਼ ਤੁਹਾਨੂੰ ਔਨ ਸਕਰੀਨ ਨਜ਼ਰ ਆਉਂਦੀ। ਇੰਨੀ ਮਿਹਨਤ ਸੀ ਕਿ weight ਨਹੀਂ ਸੀ ਲੂਜ਼ ਹੋ ਰਿਹਾ। ਔਰ ਮੈਨੂੰ ਨਾ ਫਿਰ ਮੇਰੇ ਟ੍ਰੇਨਰ ਨੇ ਕਿਹਾ, ਮੈਂ ਬਾਕਸਿੰਗ ਕਰਨੀ ਸ਼ੁਰੂ ਕਰਤੀ ਸੀ। 2 ਘੰਟੇ ਸਵੇਰੇ ਟ੍ਰੇਨ ਕਰਨਾ, 2 ਘੰਟੇ ਸ਼ਾਮ ਨੂੰ ਬਾਕਸਿੰਗ ਕਰਨੀ। ਇੱਕ ਪੁਆਇੰਟ ਆ ਗਿਆ ਸੀ, ਉਹ ਕਹਿੰਦਾ ਸੀ ਜੇ weight ਨਹੀਂ ਟੁੱਟ ਰਿਹਾ ਨਾ ਤਾਂ ਤੈਨੂੰ ਬੇਸਮੈਂਟ 'ਚ ਲੈ ਕੇ ਜਾਊਂਗਾ, ਫੁੱਲ ਕੱਪੜੇ ਜੈਕਟ ਹੁੰਦੀ ਹੈ ਪਵਾ ਕੇ, ਅੰਦਰ ਵੈਸਲੀਨ ਸਾਰੀ ਬੋਡੀ 'ਤੇ ਲੱਗੀ ਹੋਣੀ, ਪਸੀਨਾ ਇੰਨੀ ਗਰਮੀ 'ਚ ਵੈਸੇ ਹੀ ਆਉਂਦਾ ਸੀਗਾ, ਹੈ ਨਾ। ਤੇ weight ਨਾ ਟੁੱਟਣਾ ਤੇ ਬਹੁਤ ਟੈਨਸ਼ਨ ਹੋਣੀ। ਫਿਰ ਫਾਈਨਲੀ ਵਾਹਿਗੁਰੂ ਦੀ ਮਿਹਰ ਨਾਲ ਹੋ ਗਿਆ, ਟੁੱਟ ਗਿਆ weight ਜੀ। ਸੋ ਥੈਂਕ ਯੂ ਸੋ ਵੈਰੀ ਮਚ ਐਂਡ ਆਲ ਦ ਵੈਰੀ ਬੈਸਟ। ਵਾਕਈ ਕਲਾਕਾਰ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਜਿੱਦਾਂ ਤੁਸੀਂ ਆਪਣੇ 'ਤੇ ਲੈਂਦੇ ਹੋ ਨਾ ਕਿ ਆਹ ਗੱਲ ਐ ਸੀ ਪਰ ਆਹ ਸਾਨੂੰ ਪੁੱਛੀ ਹੀ ਨਹੀਂ ਗਈ, ਉਹ ਮੈਨੂੰ ਲੱਗਦਾ ਹੈ ਕਿ ਇੱਕ ਚੀਜ਼ ਨੂੰ ਦੇਖ ਕੇ ਜੱਜ ਨਹੀਂ ਕਰਨੀ ਚਾਹੀਦੀ। ਕਿਤਾਬ ਹੈ ਸ਼ਰਾਰਤੀ ਤੱਤ, ਪਰ ਉਹ ਕਿਤਾਬ ਨਹੀਂ, ਉਹ ਜਜ਼ਬਾਤ ਹੈ, ਉਹ ਅਹਿਸਾਸ ਹੈ, ਉਹ ਸਾਡਾ ਪੰਜਾਬ ਹੈ। ਮੈਨੂੰ ਲੱਗਦਾ ਹੈ ਕਿ ਦੇਖਣਾ ਵੀ ਚਾਹੀਦਾ ਅਤੇ ਉਸ ਮੈਸੇਜ ਨੂੰ ਨਾ ਕੇਵਲ ਸਮਝਣਾ ਚਾਹੀਦਾ ਬਲਕਿ ਉਸ ਦਾ ਪ੍ਰਚਾਰ ਪ੍ਰਸਾਰ ਖੁੱਲ੍ਹੇ ਤਰੀਕੇ ਨਾਲ ਕਰਨਾ ਚਾਹੀਦਾ, ਸੋ ਦੈਟ ਸਾਨੂੰ ਸਾਡਾ ਹੱਸਦਾ ਖੇਡਦਾ ਪੰਜਾਬ ਵਾਪਸ ਮਿਲ ਜਾਏ, ਹੈ ਕਿ ਨਹੀਂ। ਸੋ ਬਸ ਜੀ ਇਸੇ ਤਰ੍ਹਾਂ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਡਾਕੂਆਂ ਦਾ ਮੁੰਡਾ 2 ਜਿਹੜੀ ਹੈ ਜਲਦ ਰਿਲੀਜ਼ ਹੋਣ ਵਾਲੀ ਹੈ। ਸਿਨੇਮਾ ਘਰਾਂ 'ਚ ਜਾਓ, ਦੇਖੋ ਐਂਡ ਜ਼ਰੂਰ ਓਬਜ਼ਰਵ ਐਂਡ ਅਡੈਪਟ ਕਰੋ ਜੋ ਫਿਲਮ ਵੱਲੋਂ ਐਕਚੁਅਲ ਦੇ ਵਿੱਚ ਦਿੱਤਾ ਜਾ ਰਿਹਾ ਹੈ। ਸੋ ਥੈਂਕ ਯੂ ਸੋ ਵੈਰੀ ਮਚ। ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ, ਸਟੇ ਪੋਜ਼ਿਟਿਵ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।